ਬਈ ਆਹੀ ਦਿਨ ਤਾਂ ਉਡੀਕਦੇ ਸੀ ਵੀ ਆਹ ਦਿਨ ਜਦੋਂ ਕਿਤੇ ਆਊਗਾ ਤੇ ਕਿਆ ਬਾਤਾਂ ਹੋਣਗੀਆਂ। ਇੰਨਾ ਲੰਮਾ ਇੰਤਜ਼ਾਰ ਕੀਤਾ ਤੇ ਅਖੀਰ ਉਹ ਦਿਨ ਆ ਗਿਆ। ਹੁਣ ਤੁਸੀਂ ਸੋਚਦੇ ਹੋਣੇ ਵੀ ਦਿਨ ਕਿਹੜਾ ਆ ਗਿਆ। ਦੇਖੋ ਜੀ, ਦਿਨ ਇੱਕ ਪਾਸੇ ਤਾਂ ਈਦ ਦਾ ਹੈ, ਸੋ ਆਪਾਂ ਈਦ ਮੁਬਾਰਕ ਵੀ ਕਹਿ ਦਿੰਦੇ ਹਾਂ। ਮੈਂ ਕਦੇ ਗਲਤ ਤਾਂ ਨਹੀਂ ਕਹੀ ਜਾ ਰਿਹਾ ਵਟਸ? ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਕੈਨੇਡਾ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ। ਹਾਂ, ਨਹੀਂ ਠੀਕ ਕਹਿ ਰਹੇ ਹੋ ਤੁਸੀਂ। ਮੈਂ ਦੇਖਿਆ ਕਿ ਤੁਸੀਂ ਹੁਣ ਕੁਛ ਠੀਕ ਹੈ, ਤੁਹਾਡਾ 2 ਦੂਣੀ 4 ਠੀਕ ਹੋਣ ਲੱਗ ਪਿਆ। ਜਿਹੜੇ ਪਹਾੜੇ ਤੁਸੀਂ ਘਰ ਜਾ ਕੇ ਫੱਟੀ ਘੁਮਾਉਂਦੇ ਐ ਚੇਤੇ ਕਰਦੇ ਨਾ 2 ਦੂਣੀ 2 2 ਦੂਣੀ 4 ਉਹ ਠੀਕ ਹੈ। ਓਕੇ, ਦੂਜੀ ਗੱਲ ਮੈਂ ਜਿਹੜੇ ਦਿਨ ਦੀ ਗੱਲ ਕਰਦਾ ਸੀ, ਉਹ ਦਿਨ ਹੈ ਵੀ ਸਰਕਾਰਾਂ ਕਹਿੰਦੀਆਂ ਪੱਕੀਆਂ ਪਕਾਈਆਂ ਆਉਣਗੀਆਂ ਰੋਟੀਆਂ। ਹਾਏ ਹਾਏ ਹਾਏ, ਕਿੱਥੇ ਪਹਿਲਾਂ ਐਵੇਂ ਆਟਾ ਅੱਡ, ਦਾਲਾਂ ਅੱਡ, ਮਸਾਲਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਮੈਨੂੰ ਯਾਦ ਹੈ 2017 ਵਾਲੇ ਚੋਣ ਮੈਨੀਫੈਸਟੋ 'ਚ ਪੰਜਾਬ ਸਰਕਾਰ ਨੇ ਚਾਹ ਪੱਤੀ ਦੇਣ ਦੀ ਗੱਲ ਵੀ ਕੀਤੀ, ਪਰ ਉਹ ਕਹਿੰਦੇ ਵੀ ਸੁੱਕਾ ਰਾਸ਼ਨ ਕਰਨਾ ਕੀ ਵੀਰ, ਤੁਹਾਡਾ ਕੰਮ ਆ ਬਹਿਣਾ, ਨਜ਼ਾਰੇ ਲੈਣੇ, 2 ਨੰਬਰ ਕਮਾਉਣੇ, ਕੂੰ ਕਰਦੀ ਗੱਡੀ ਆਉਣੀ ਤੇ ਤੁਹਾਡੇ ਮਤਲਬ ਦਰਵਾਜ਼ੇ ਮੂਹਰੇ ਪ੍ਰਸ਼ਾਦਾ ਪੱਕਿਆ ਪਕਾਇਆ। ਮੈਂ ਹੋਰ ਕਹਿੰਦਾ ਸੀ ਸਾਲ 5 ਹੋ ਰਿਹਾ, ਯਾਨੀ ਕਿ ਹੁਣ ਇੱਥੇ ਤੱਕ ਆ ਗਈ ਨਾ। ਪਿਛਲੀ ਵਾਰੀ ਸੀ ਕਿ ਆਟਾ ਦਾਲ ਸਕੀਮ, ਉਹਦੇ ਕਾਰਡ ਫੋਟੋ ਕਿਹਦੀ ਲੱਗਦੀ ਆ, ਰੌਲਾ ਰੱਪਾ ਇਹ ਸੀ। ਅਗਲੀ ਇਲੈਕਸ਼ਨ ਦੇ ਵਿੱਚ ਪੱਕੀ ਪਕਾਈ ਰੋਟੀ ਦਾ ਕੈਪਟਨ ਸਾਹਿਬ ਨੇ ਕਹਿਤਾ ਕਿ ਪੱਕੀ ਪਕਾਈ ਰੋਟੀ ਟਿਫਨ ਆਊਗਾ, ਐਨ ਭਾਪ ਛੱਡਦਾ। ਉਹਦੇ ਤੋਂ ਬਾਅਦ ਪਤਾ ਕੀ ਹੋਣਾ, ਕਈ ਘਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਨਾ ਉਹਨਾਂ ਨੇ ਬਾਹਰਲੇ ਪਾਸਿਓਂ 'ਚ ਦੇਖੋ ਗੇਟ ਦੇ ਨਾਲ, ਤੇ ਉਹਨਾਂ ਨੇ ਚਿੱਠੀ ਸਿੱਟਣ ਨੂੰ ਐਂ ਬਣਾਇਆ ਹੁੰਦਾ, ਇੱਕ ਵਿੱਚ ਸ਼ੇਕ ਜਿਹਾ ਰੱਖਿਆ ਹੁੰਦਾ। ਹੋ ਸਕਦਾ ਕਿ ਉਹ ਕਹਿਣ ਕਿ ਅਗਲੀ ਵਾਰੀ ਸ਼ੇਕ ਥੋੜ੍ਹਾ ਜਿਹਾ ਵੱਡਾ ਕਰਾ ਕੇ ਰੱਖਿਓ, ਬੰਦਾ ਸਾਡਾ ਬਾਹਰ ਖੜਾ ਹੋਊਗਾ ਪੀਪੀ ਕਿੱਟ ਪਾ ਕੇ, ਦਸਤਾਨੇ ਪਾਏ ਹੋਣਗੇ, ਉਹ ਬੁਰਕੀ ਵੀ ਲਾਊਗਾ ਤੇ ਉਹਦੇ ਵਿੱਚ ਸਿੱਟੇ, ਤੁਸੀਂ ਮੂੰਹ ਲਾਉਣਾ ਹੀ ਕੰਧ ਨਾਲ। ਮਤਲਬ ਗੇਟ ਦੇ ਨਾਲ ਸਾਰਾ ਟੱਬਰ ਲੈਣ ਲਾ ਕੇ ਖੜ ਜਾਓ, ਬੁਰਕੀਆਂ ਵੀ ਸਰਕਾਰ ਮੂੰਹ 'ਚ ਪਾਊਗੀ ਤੇ ਅੰਦਰੋਂ ਬੋਲ ਕੇ ਦੱਸਣਾ ਕਿ ਹੁਣ ਨਿੱਕਾ ਨੇ ਆਣਾ, ਥੋੜੀ ਛੋਟੀ ਬੁਰਕੀ ਪਾਇਓ। ਹਾਂ, ਜਾਂ ਆਖਣਾ ਵੀ ਮਤਲਬ ਅੱਛਾ ਹੁਣ ਭਾਜੀ 1 ਮਿੰਟ ਰੋਕ ਕੇ ਉਹ ਥੋੜੀ ਜਿਹੀ ਚੂਰ ਕੇ ਜੇ ਰੱਖਿਓ, ਬਾਪੂ ਦੀ ਵਾਰੀ। ਇਹ ਵੀ ਹੋ ਸਕਦਾ, ਜਿੱਦਾਂ ਉਹ ਕਹਿੰਦੇ ਹੁੰਦੇ ਨੇ ਕਿ ਜਿੱਥੇ ਗੋਲਗੱਪੇ ਖਾਣ ਵਾਲੇ ਹੁੰਦੇ ਉਹਨੇ 5-6 ਤਰ੍ਹਾਂ ਦੀ ਰੱਖੀ ਹੁੰਦੀ ਆ, ਅਬ ਥੋੜਾ ਸਾ ਤੀਖਾ ਬਣਾਣਾ। ਹੋ ਸਕਦਾ ਕਿ ਇਲੈਕਸ਼ਨ ਦੇ ਨੇੜੇ ਜਾ ਕੇ ਕਿ 4 ਤਰ੍ਹਾਂ ਦੀ ਸਬਜ਼ੀ ਹੈਗੀ ਆ, ਬਈ ਦੱਸੋ ਤੁਸੀਂ ਟਿੰਡਿਆਂ ਨਾਲ ਖਾਣੀ ਆ, ਤੁਸੀਂ ਰਾਜਮਾਂਹ ਚਾਹੀਦੇ ਆ, ਚੌਲਾਂ ਦਾ ਚਮਚਾ ਕਿਹਦੇ ਮੂੰਹ 'ਚ ਪਾਵਾਂ? ਹਾਂ, ਹੋ ਸਕਦਾ ਕੰਮ ਇੱਥੇ ਤੱਕ ਵੀ ਆ ਜਾਵੇ। ਦੇਖੋ, ਮੁੱਖ ਸਬਜ਼ੀਆਂ ਜਿਹੜੀਆਂ ਮੁੱਕਣੀਆਂ ਨਾ, ਉਹ ਜਾਂ ਤਾਂ ਵੈਜੀਟੇਰੀਅਨ ਮੇਰੇ ਵਾਲਿਆਂ ਨੂੰ ਪਨੀਰ ਵਾਲੀ, ਤੇ ਜਾਂ ਫਿਰ ਦੂਜੇ ਪਾਸੇ ਕੁੱਕੜ ਵਾਲਾ ਸਮਾਨ। ਬਾਕੀ ਠੀਕ ਰਹਿਣਾ। ਉਹ ਜਿਹੜੇ ਰਾਜਮਾਂਹ ਦੇ ਟਿੰਡੇ ਉਹਦੇ ਵਾਪਸੀ ਖੜਿਆ ਕਰਨਾ ਪੀਪਾ, ਉਹਨਾਂ ਨੇ ਕਹਿਣਾ ਯਾਰ ਇਹਦੀ ਗਾਹਕ ਹੀ ਥੋੜੀ ਜਿਹੀ ਘੱਟ ਮਿਲੇ। ਹੋ ਸਕਦਾ ਲੋਕ ਵੀ ਕਿਆ ਕਰਨਾ, ਕੱਲ ਦੇ ਲੱਗਦੇ ਆ, ਰੋਟੀ ਚੰਗੀ ਤਰ੍ਹਾਂ ਰਾੜ ਕੇ ਨਹੀਂ ਲਿਆਂਦਾ, ਕੰਡੇ ਲੋਹੇ ਲੱਗਦੇ ਸੀ। ਨਹੀਂ, ਪਰ ਇਦਾਂ ਹੋਣਾ ਨਹੀਂ ਵਾਟ ਸਾਹਿਬ, ਇਦਾਂ ਇਸ ਕਰਕੇ ਨਹੀਂ ਹੋਣਾ ਕਿਉਂਕਿ ਦਿਨਕਰ ਗੁਪਤਾ ਸਾਹਿਬ ਨੂੰ ਜਾਣਦੇ ਤੁਸੀਂ? ਕੌਣ ਨੇ ਭਲਾਓ? ਬੜੇ ਵੱਡੇ ਬੰਦੇ, ਅਫਸਰ ਨੇ। ਕਿਹੜੀ ਮਹਿਕਮੇ ਦੇ? ਬੜੇ ਵੱਡਾ ਮਹਿਕਮਾ ਉਹਨਾਂ ਦਾ ਭਾਈ, ਮੈਂ ਕੱਲ ਹੀ ਤਾਂ ਆਪਾਂ ਗੱਲਾਂ ਕਰਦੇ ਛੱਡੇ ਹਾਂ। ਹਾਂ, ਉਹੀ ਮਹਿਕਮਾ ਹੈ ਜਿਸ ਮਹਿਕਮੇ ਦਾ ਬੰਦਾ ਅੱਜ ਕੱਲ੍ਹ ਵਾਇਰਲ ਬੜਾ, ਕਹਿੰਦੇ ਰੇੜੀ ਤੋਂ ਚੱਕ ਕੇ ਸਿੱਧੇ ਜੇਬ 'ਚ ਪਾ ਲਏ ਉਹਨੇ। ਨਹੀਂ ਦੇਖੋ, ਮੈਂ ਇਹ ਗੱਲ ਸੋਚਦਾ ਸੀ, ਤੁਸੀਂ ਹੱਥ ਦੀ ਸਫਾਈ ਦੇਖੋ। ਮੈਂ ਕੱਲ ਦਾ ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਉਹ ਜਿਹੜੇ ਜਾਦੂਗਰ ਸ਼ੰਕਰ ਸਮਰਾਟ ਇੱਧਰ ਉੱਧਰ ਜਿਨ੍ਹਾਂ ਦੇ ਪੋਸਟਰ ਲੱਗਦੇ ਸੀ, ਕੱਲ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਆ ਕਿ ਜਿੰਨੀ ਸਫਾਈ ਦੇ ਨਾਲ ਉਹ ਆਂਡਾ ਚੁੱਕਿਆ ਗਿਆ ਤੇ ਆਲੇ ਦੁਆਲੇ ਦੇਖਦੇ ਚੁੱਕਿਆ ਗਿਆ। ਹੁਣ ਕੋਈ ਬੰਦਾ ਇਹ ਥੋੜੀ ਕਹਿ ਸਕਦਾ ਕਿ ਲਾਲ ਕੁਕੜੀ ਦਾ ਜਿਹੜਾ ਆਂਡਾ ਮੇਰੇ ਪੈਰ ਥੱਲੇ ਆ ਕੇ ਭੱਜ ਗਿਆ, ਉਹਦਾ ਕੀ? ਨਹੀਂ, ਪਰ 2 ਸੀ। ਮੈਂ ਬੜਾ ਹੈਰਾਨ ਵੀ ਉਹ ਦੋਵੇਂ ਆਂਡੇ ਸਬੂਤੇ ਪਹੁੰਚ ਗਏ ਹੋਣਗੇ। ਨਹੀਂ, 2 ਨਹੀਂ ਸੀ। ਹਾਂ, ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਮੈਨੂੰ ਲੱਗਦਾ ਦੋਨੇ ਵਾਰੀ 2-2 ਚੱਕੇ ਸੀ। ਨਹੀਂ, ਇੱਕ ਜੇਬ 'ਚ 2 ਸੀ। ਇੱਕ ਜੇਬ 'ਚ 2 ਸੀ। ਮਤਲਬ ਮੈਂ ਇਹ ਗੱਲ ਠੀਕ ਆ ਵੀ ਜੇ ਮੰਨ ਲਓ ਇੰਨੀਆਂ ਜੇਬਾਂ, ਤੇ ਜਾਂ ਤੇ ਹੁਣ ਜਨਾਬ ਨੂੰ ਇਹ ਚਾਹੀਦਾ ਸੀ ਵੀ ਇੱਕ ਜੇਬ 'ਚ ਇੱਕ, ਦੂਜੀ 'ਚ ਇੱਕ ਉਤਲੀ ਜੇਬ 'ਚ ਪਾ ਲੈਂਦੇ ਹੈ ਨਾ। ਪਰ ਉਹ ਜਿਸ ਹਿਸਾਬ ਨਾਲ ਉਹਨਾਂ ਨੇ ਆਖਿਆ ਵੀ ਨਹੀਂ, 2 ਇੱਕ 'ਚ ਤੇ ਜਿੱਦਾਂ ਦੇ ਟੈਂਪੂ ਤੇ ਆਟੋ ਤੇ ਉਹ ਚੜ੍ਹੇ ਸੀ, ਇਹ ਗੱਲ ਪੱਕੀ ਹੈ ਵੀ ਜਦ ਤੱਕ ਬੰਦਾ ਆਟੋ ਤੋਂ ਉਤਰਿਆ ਹੋਣਾ, ਉਹ ਪੈਂਟ ਤੇ ਦਾਗ ਪੈ ਗਿਆ ਹੋਣਾ ਘੱਟੋ ਘੱਟ। ਮੈਨੂੰ ਹੋਰ ਲੱਗਦਾ, ਤੁਸੀਂ ਦੇਖੋ 2 ਫਰਕ ਨੇ। 2 ਫਰਕ ਨੇ। ਇੱਕ ਤਾਂ ਪਹਿਲੀ ਗੱਲ ਹੈ ਕਿ ਅੱਜ ਤੱਕ ਇਹ ਮੰਨਿਆ ਜਾਂਦਾ ਸੀ ਕਿ ਡੰਡੇ ਦੇ ਜ਼ੋਰ ਨਾਲ ਲਿਆਂਦੇ ਆ ਦੀਵਾਲੀ ਨੂੰ ਪਟਾਕੇ, ਖਾਣ ਪੀਣ ਦਾ ਸਮਾਨ। ਪਰ ਹੁਣ ਇੰਨੀ ਕੁ ਤਾਂ ਗੱਲ ਆ ਗਈ ਨਾ ਕਿ ਕਾਮ ਰੇਹੜੀ ਵਾਲਾ ਬੰਦਾ, ਉਹਦੇ ਤੋਂ ਵੀ ਹੁਣ ਧੱਕੇ ਨਾਲ ਲਿਜਾ ਸਕਦੇ, ਹੌਲੀ ਦੇਣੀ ਚੱਕਣੇ ਪੈਂਦੇ ਆ। ਤੇ ਤੁਸੀਂ ਵੈਸੇ ਸਫਾਈ ਦੇਖੋ, ਇੱਕ ਚੱਕਣ ਵਾਲੇ ਦੀ ਸਫਾਈ, ਦੂਜੀ ਵੀਡੀਓ ਬਣਾਉਣ ਵਾਲੇ ਦੀ ਸਫਾਈ ਦੇਖੋ ਤੁਸੀਂ, ਕਿ ਕਮਾਲ ਦੀ ਆ। ਮੈਨੂੰ ਹੋਰ ਲੱਗਦਾ ਸੀ ਜਿਸ ਤਰੀਕੇ ਤੁਸੀਂ ਦੱਸਿਆ, ਮੈਂ ਵੈਸੇ ਇੰਨੀ ਧਿਆਨ ਨਾਲ ਨਹੀਂ ਦੇਖਿਆ ਕਿ ਦੋਨਾਂ ਜੇਬਾਂ 'ਚ ਪਾਏ ਆ, ਪਰ ਜਿਸ ਤਰੀਕੇ ਤੁਸੀਂ ਦੱਸਿਆ, ਜੇ ਕਿਤੇ ਆਂਡੇ ਬਚਾਉਂਦਾ ਦੋਨੇ ਜੇਬਾਂ ਤੇ ਹੱਥ ਰੱਖੇ ਤੇ ਉਧਰਲੇ ਪਾਸੇ, ਕਿਉਂਕਿ ਸੜਕਾਂ ਵੀ ਸੁੱਖ ਨਾਲ ਪੰਜਾਬ ਦੀਆਂ ਇਦਾਂ ਦੀਆਂ, ਜੇ ਹੋਹਾ ਜਿਹਾ ਲੱਗਾ ਕਿਤੇ ਬਾਹਰ ਹੀ ਨਾ ਜਾ ਪਿਆ ਹੋਵੇ। ਇਹ ਵੀ ਹੋ ਸਕਦਾ। ਦੇਖੋ, ਇਹ ਹੋ ਸਕਦਾ ਬਹੁਤ। ਅਸੀਂ ਆਸ ਇਹ ਕਰਦੇ ਹਾਂ ਵੀ ਲਗਭਗ ਹਰੇਕ ਪੰਜਾਬੀ ਤੱਕ ਉਹ ਵੀਡੀਓ ਅੱਪੜ ਗਈ ਹੋਣੀ ਆ। ਜੇ ਨਹੀਂ ਤਾਂ ਤੁਸੀਂ ਦੇਖ ਲਿਓ, ਤੁਹਾਨੂੰ ਲੱਭ ਜਾਣੀ ਆ। ਬੇਸਿਕਲੀ ਵਰਦੀਧਾਰੀ ਪੰਜਾਬ ਪੁਲਿਸ ਦੇ ਮੁਸਤੈਦ ਜਵਾਨ ਨੇ ਰੇਹੜੀ ਲਾਗੇ ਸੜਕ ਦੇ ਕਿਤੇ ਲੱਗੀ ਆ, ਤੇ ਉੱਥੋਂ ਬੰਦਾ ਆਂਡੇ ਚੁੱਕ ਕੇ ਜੇਬ 'ਚ ਪਾਉਂਦਾ, ਤੇ ਕਿਸੇ ਨੇ ਉਹਦੀ ਚੋਰੀ ਵੀਡੀਓ ਬਣਾ ਲਈ ਜੀ। ਇਹ ਵੀਡੀਓ ਦਾ ਇਹੀ ਜ਼ਿਕਰ ਕਰ ਰਹੇ ਸੀ। ਅੱਛਾ, ਆਪਾਂ ਹੁਣ ਦੁਬਾਰਾ ਦਿਨਕਰ ਗੁਪਤਾ ਸਾਹਿਬ ਤੇ ਆ ਜਾਓ। ਮੈਂ ਇਹ ਗੱਲ ਕਰ ਰਿਹਾ ਸੀ ਵੀ ਇਹ ਹੋਣਹਾਰ ਜਵਾਨ ਨੇ, ਜਿਨ੍ਹਾਂ ਜਵਾਨਾਂ ਦੀ ਕਦੇ ਡਿਊਟੀ ਲਾਉਣੀ ਆ। ਭਾਈ ਸਾਹਿਬ, ਇਹ ਨਹੀਂ ਹੈਗਾ ਵੀ ਮਤਲਬ ਉੱਥੇ ਕੋਈ ਵੱਖਰੇ ਮੁਲਾਜ਼ਮ ਆਉਣਗੇ ਰੋਟੀਆਂ ਪਕਾਉਣ ਲਈ ਜਾਂ ਫੜਾਉਣ ਲਈ ਜਾਂ ਘਰੋਂ ਘਰੀ ਪਹੁੰਚਾਉਣ ਲਈ। ਇਹ ਥਾਲੀ ਸਿਸਟਮ, ਜਿਹੜਾ ਟਿਫਨ ਸਿਸਟਮ ਆਉਣਾ ਪੱਕੀਆਂ ਪਕਾਈਆਂ ਰੋਟੀਆਂ ਵਾਲਾ, ਇਹ ਜਨਾਬ ਨੇ ਦੇਣਾ।
ਹੁਣ ਮੈਂ ਸੋਚ ਰਿਹਾ ਵੀ ਮੰਨ ਲਓ ਪਿੰਡ 'ਚ ਵੈਸੇ ਪੁਲਿਸ ਦੀ ਗੱਡੀ ਆਵੇ ਤੇ ਲੋਕਾਂ ਦੇ ਕਿੱਦਾਂ ਦੇ ਹਾਵ ਭਾਵ ਹੁੰਦੇ ਆ, ਹੁਣ ਕਿੱਦਾਂ ਦੇ ਹੁਣ ਉਹ ਤੁਹਾਡਾ ਭਲਾ ਜੋ ਥਾਣੇ ਵਾਲੇ ਆ ਗਏ ਜੀ, ਕਹਿੰਦਾ ਨਿਕਲੋ ਬਾਹਰ, ਕੀ ਕਰਨਾ, ਕਹਿੰਦਾ ਰੋਟੀਆਂ ਲਿਆਏ ਓਏ। ਉਹਨੇ ਇੱਕ ਵਾਰੀ ਨਹੀਂ ਸਿਆਲਾਂ ਨੂੰ ਛਬੀਲ ਲਾ ਲਈ ਸੀ, ਸਕਿੱਟ ਸੀਗੀ ਪੁਲਿਸ ਵਾਲਿਆਂ ਨੇ ਸਿਆਲਾਂ ਨੂੰ ਛਬੀਲ ਲਾ ਲਈ, ਉਦੋਂ ਕਹਿੰਦੇ ਸੀ ਕਿ ਲੋਕਾਂ ਦੇ ਨਾਲ ਸਹਿਯੋਗ ਵਧਾਉਣਾ ਹੈ ਤੇ ਡੰਡੇ ਨਾਲ ਕਹਿਣ 10 ਗਲਾਸ ਪੀਣ ਤੋਂ ਪਹਿਲਾਂ ਉੱਠਣਾ ਨਹੀਂ, ਤੇ ਬੰਦਾ ਐਂ ਕਹਿੰਦਾ 10ਵਾਂ ਨਹੀਂ ਜੇ ਪੀਤਾ ਜਾਂਦਾ। ਮੈਨੂੰ ਹੋਰ ਲੱਗਦਾ ਹੋ ਸਕਦਾ ਕਿ ਭੁੱਖ ਬਹੁਤ ਲੱਗੀ ਹੋਵੇ ਜਿਨ੍ਹਾਂ ਦੇ ਲਈ ਇਹ ਰੋਟੀਆਂ ਆਉਣੀਆਂ ਪੱਕੀਆਂ ਪਕਾਈਆਂ, ਤਾਂ ਪੁਲਿਸ ਦੀ ਗੱਡੀ ਦੇਖ ਕੇ ਗੁਰਪ੍ਰੀਤ ਘੁੱਗੀਆਂ ਕਿ ਭੁੱਖ ਤਾਂ ਲੱਗੀ ਨਹੀਂ, ਭੁੱਖ ਤਾਂ ਹੈ ਹੀ ਨਹੀਂ, ਭੁੱਖ ਹੁੰਦੀ ਕੀ ਹੈ ਮੈਨੂੰ ਪਤਾ ਹੀ ਨਹੀਂ। ਨਹੀਂ ਇਹ ਵੀ ਗੱਲ ਹੈਗੀ ਨਾ, ਉਹਨਾਂ ਨੇ ਤੇ ਇਹ ਤੇ ਕਹਿਣਾ ਵੀ ਉਹ ਕਹਿੰਦਾ ਵੀ ਟਿਫਨ ਆ ਗਿਆ ਇਹ ਖਾ ਲਓ। ਅਗਲਾ ਬੰਦਾ ਇੱਕ ਗੱਲ ਇਹ ਵੈਸੇ ਵਧੀਆ ਕੀਤਾ ਪੰਜਾਬ ਸਰਕਾਰ ਨੇ, ਕਿਉਂਕਿ ਦੇਖੋ ਕਾਰਨ ਇਹਦੀ ਗੱਲ ਪੱਕੀ ਆ ਵੀ ਜਿੱਥੇ ਉਹ ਬਣਨੀ ਆ ਤੇ ਜਿੱਥੋਂ ਪਹੁੰਚਣੀ ਆ ਤੇ ਜਦੋਂ ਤੱਕ ਕੱਪੜਨੀ ਆ ਉਦੋਂ ਤੱਕ ਉਹ ਰੋਟੀਆਂ ਵੀ ਮੇਰੇ ਖਿਆਲ ਨਾਲ ਹੋ ਸਕਦਾ ਵੀ 2 ਬੰਦੇ ਫੜੀ ਇੱਧਰੋਂ ਵੀਰ ਤੋੜੀ ਸਹੀ ਹੈ ਨਾ। ਤੇ ਜੇ ਕਿਸੇ ਨੇ ਇਤਰਾਜ਼ ਕਰਤਾ ਵੀ ਮਹਾਰਾਜ ਸਬਜ਼ੀ ਠੰਡੀ ਆ ਤੇ ਰੋਟੀ ਆਕੜੀ ਆ, ਉਹਨਾਂ ਕਹਿਣਾ ਵੀ ਇੱਕ ਇਹ ਤੂੰ ਰੋਟੀ ਵਾਲਾ ਨਹੀਂ ਹੈਗਾ, ਤੈਨੂੰ ਕੁਝ ਹੋਰ ਖਵਾਉਣੇ ਆ, ਪਾ ਲਵਾਂ ਵੀ ਇਹਨੂੰ ਵਿਕਰ ਸਿਆ। ਚਲੋ ਸੰਧਾਲੀਆ ਸਾਹਿਬ ਗੱਲਾਂ ਸਾਰੀਆਂ ਠੀਕ ਨੇ, ਪਰ ਹੁਣ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਜਿੰਨੇ ਕੋਵਿਡ ਦੇ ਮਰੀਜ਼ ਨੇ 2 ਟੈਲੀਫੋਨ ਨੰਬਰ ਨੇ, ਉਹਨਾਂ ਦੇ ਉੱਤੇ ਡਾਇਲ ਕਰਨ, ਦੱਸਣ ਪੱਕੀ ਪਕਾਈ 2 ਟਾਈਮ ਦੀ ਰੋਟੀ ਕੋਵਿਡ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਘਰੇ ਆਊ। ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਕਈ ਪਰਿਵਾਰਾਂ ਦੇ ਪਰਿਵਾਰ ਹੀ ਜਿਹੜੇ ਜਾ ਪਏ ਨੇ, ਬਿਮਾਰ ਨੇ, ਕੌਣ ਰੋਟੀ ਪਕਾਊਗਾ, ਕੌਣ ਬਾਜ਼ਾਰ ਜਾਊਗਾ, ਮਨਾ ਕੀਤਾ ਕਿ ਘਰੋਂ ਬਾਹਰ ਨਹੀਂ ਨਿਕਲਣਾ। ਜੇ ਤਾਂ ਪੰਜਾਬ ਦੀ ਸਰਕਾਰ ਚੰਗੇ ਤਰੀਕੇ ਪ੍ਰੋਗਰਾਮ ਚਲਾ ਸਕੇ ਕੋਈ ਮਾੜੀ ਗੱਲ ਨਹੀਂ, ਚਲਾਉਣ ਵਧੀਆ ਤਰੀਕੇ ਦੇ ਨਾਲ ਚਲਾਉਣ, ਡਿਊਟੀਆਂ ਲਾਉਣ। ਪਰ ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ, ਆ ਪਿਛਲੇ ਦਿਨਾਂ ਦੇ ਵਿੱਚ ਇੱਕ ਕਮਿਊਨਿਟੀ ਕਿਚਨ ਜੀ ਚਲਾਈ ਸੀ ਵੱਖ-ਵੱਖ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੇ। ਉਹਦੇ ਵਿੱਚ ਵੀ ਹੁੰਦਾ ਸੀ ਕਿ ਤੁਸੀਂ ਜੇ ਕਿਸੇ ਦਾ ਜਨਮ ਦਿਨ ਮਨਾਉਣਾ ਤੇ ਤੁਸੀਂ ਇਹਦੇ ਵਿੱਚ ਸੇਵਾ ਕਰੋ, ਸਸਤੇ ਭਾਅ ਤਿਆਰ ਖਾਣਾ ਉੱਥੇ ਵੀ ਮਿਲਦਾ ਸੀ। ਉਹਦੇ ਵਿੱਚ ਸਰਕਾਰ ਨੇ ਕਿੰਨਾ ਕੁ ਯੋਗਦਾਨ ਪਾਇਆ, ਅੱਜ ਤੱਕ ਉਹ ਚੰਗੇ ਤਰੀਕੇ ਚੱਲ ਕਿਉਂ ਨਾ ਸਕੀ, ਇਹ ਬਹੁਤ ਇੰਪੋਰਟੈਂਟ ਮੁੱਦਾ ਆ। ਪਰ ਕਿ ਜੇ ਉਹ ਨਾ ਚੰਗੇ ਤਰੀਕੇ ਚੱਲ ਸਕੀਆਂ, ਰਸੋਈਆਂ ਬਹੁਤ ਸਾਰੇ ਥਾਵਾਂ ਦੇ ਉੱਤੇ ਸ਼ੁਰੂ ਹੋਈਆਂ ਸੀ, ਕਿੰਨੇ ਕੁ ਜ਼ਿਲ੍ਹਿਆਂ ਦੇ ਵਿੱਚ ਚੱਲਦੀਆਂ, ਤਾਂ ਕੀ ਇਹ ਚੰਗੇ ਤਰੀਕੇ ਨੇਪਰੇ ਚੜ੍ਹ ਜੂ। ਇੱਕ ਥੋੜੀ ਜਾਣਕਾਰੀ ਲਈ ਵੀ ਦੱਸਦੇ ਹਾਂ ਤੇ ਪਰਿਵਾਰ ਦੇ ਮੈਂਬਰਾਂ ਦੇ ਲਈ ਵੀ ਕਿ ਪੰਜਾਬ ਸਰਕਾਰ ਨੇ ਤਾਂ ਬਹੁਤ ਦੇਰੀ ਨਾਲ ਸ਼ੁਰੂ ਕੀਤਾ, ਚਲੋ ਦੇਰ ਆਏ ਦਰੁਸਤ ਆਏ। ਕੇਰਲਾ ਦੀ ਜਿਹੜੀ ਨਵੀਂ ਬਣੀ ਸਰਕਾਰ ਹੈ ਨਾ, ਉਹਨਾਂ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਕਿ ਸਮੂਹਿਕ ਰਸੋਈਆਂ ਬਣਾਓ, ਕੋਈ ਵੀ ਬੰਦਾ ਇਸ ਕਰਕੇ ਘਰੋਂ ਬਾਹਰ ਕੋਵਿਡ ਵਾਲਾ ਪੈਰ ਨਾ ਪਾਵੇ ਕਿ ਭਾਈ ਉਹਨੂੰ ਰੋਟੀ ਦਾ ਸੰਸਾ, ਉਹਨੂੰ ਰੋਟੀ ਦੇ ਲਈ ਸਮਾਨ ਲੈਣ ਜਾਣਾ, ਆਪਾਂ ਪੱਕੀ ਪਕਾਈ ਘਰੇ ਪਹੁੰਚਾਉਣੀ ਆ। ਨਹੀਂ ਵਧੀਆ ਗੱਲ ਹੈ। ਚਲੋ ਇਹ ਦੇਖੋ ਕੇਰਲਾ ਨਾਲ ਸਾਨੂੰ ਕੋਈ ਲੈਣਾ ਦੇਣਾ ਨਾ, ਹੀ ਕੇਰਲ ਜਾਣਾ ਨਾ ਕੋਈ ਲੈਣਾ ਨਾ ਦੇਣਾ। ਵੀਰ ਜੀ ਵੋਟਾਂ 2022 'ਚ ਪੰਜਾਬ 'ਚ ਪੈਣੀਆਂ, ਇਸ ਕਰਕੇ ਪੰਜਾਬ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ। ਹੁਣ ਮੈਂ ਇਹ ਸੋਚਦਾ ਸੀ, ਆਹ ਤੁਸੀਂ ਵਧੀਆ ਜ਼ਿਕਰ ਕੀਤਾ ਵੀ ਰੈੱਡ ਕਰਾਸ ਸੁਸਾਇਟੀ ਵਾਲੇ ਤੇ ਉਹ ਜਿਹੜੀ ਕਿਚਨ ਸੀਗੀ, ਪਤਾ ਨਹੀਂ 5 ਰੁਪਏ 10 ਰੁਪਏ ਜਿੰਨੇ ਰੁਪਏ ਵੀ ਥਾਲੀ ਸੀਗੀ, ਉਹ ਕਿੱਧਰ ਗਈ ਥਾਲੀ ਤੇ ਕਿੱਧਰ ਗਈਆਂ ਸਬਜ਼ੀਆਂ ਤੇ ਕਿੱਧਰ ਗਏ ਪ੍ਰਸ਼ਾਦੇ, ਸਾਰਿਆਂ ਨੂੰ ਪਤਾ। ਇੱਕ ਚੱਕਰ ਹੋਰ ਹੈ ਕਿ ਉਹ ਪੂਰੇ ਦੇਸ਼ 'ਚ ਚੱਲਦਾ। ਸਕੂਲਾਂ 'ਚ ਜਿਹੜਾ ਨਹੀਂ ਦਿੰਦੇ ਨਿਆਣਿਆਂ ਨੂੰ ਮਿਡ ਡੇ ਮੀਲ, ਉਹਦਾ ਵੀ ਤੇ ਹਰੇਕ ਹਫ਼ਤੇ ਜਾਂ 15 ਦਿਨ ਪੇਚਾ ਪਿਆ ਹੀ ਰਹਿੰਦਾ ਕਿਤੇ ਨਾ ਕਿਤੇ। ਵੈਸੇ ਤੁਹਾਡਾ ਫਰਕ ਪੈ ਗਿਆ ਮੈਂ ਦੇਖਿਆ ਬੋਲਣ ਦਾ, ਕਿਉਂਕਿ ਮੈਂ ਕਹਿਣ ਲੱਗਾ ਮਿਡ ਡੇ ਮੀਲ, ਕਹਿੰਦੇ ਮਿਡ ਡੇ ਮੀਲ, ਜਾਣੀ ਮੈਂ ਦੇਖਿਆ ਤੁਸੀਂ ਪਕੜ ਦੁਪਹਿਰ ਦਾ ਖਾਣਾ ਖਾਓ, ਆਪਾਂ ਚੱਕਰ 'ਚ ਪੀਂਦੇ ਨਹੀਂ। ਸਵਾਲ ਇਹ ਹੈ ਵੀ ਜਿਹੜੀ ਚੀਜ਼ ਦੇਸ਼ ਲੈਵਲ ਦੇ ਉੱਪਰ ਇਸ ਹਿਸਾਬ ਨਾਲ ਚੱਲਦੀ ਵੀ ਅਲੱਗ-ਅਲੱਗ ਥਾਵਾਂ ਤੇ ਵੰਡੇ, ਪਤਾ ਵੀ ਇੰਨੇ ਕੁ ਨਿਆਣੇ ਆ, ਇੰਨਿਆਂ ਕੁ ਨੇ ਖਾਣੀ, ਇੰਨਿਆਂ ਕੁ ਨੇ ਬਣਾਉਣੀ, ਇੱਕ ਸਿਸਟਮ ਹੋ ਗਿਆ, ਉਹਦੇ ਤਾਂ ਪੇਚਾ ਆਪਣਾ ਪਿਆ ਰਹਿੰਦਾ। ਤੇ ਜਿੱਥੇ ਆਪਾਂ ਨੂੰ ਇਹ ਵੀ ਸ਼ੋਰ ਨਹੀਂ ਹੈਗਾ ਵੀ ਆਪਣੇ ਕੋਲੇ ਗਰੀਬ ਕਿੰਨੇ ਆ, ਫਿਰ ਗਰੀਬਾਂ 'ਚੋਂ ਗਾਂ ਕਰੋਨਾ ਕਿੰਨੇ ਨੂੰ ਆ, ਕਰੋਨੇ ਤੋਂ ਵੀ ਬਾਅਦ ਉਹ ਜਿਹੜੇ ਬੰਦੇ ਆ ਉਹਨਾਂ ਤੋਂ ਗਾਂ ਕੋਈ ਪਹੁੰਚਾਉਣ ਵਾਲਾ ਲੈਣ ਵਾਲਾ ਕੋਈ ਹੈਗਾ ਕਿ ਨਹੀਂ ਹੈਗਾ, ਤੇ ਜੇ ਹੈਗਾ ਜਾਂ ਨਹੀਂ ਹੈਗਾ ਤੇ ਉਹਦੇ ਤੱਕ ਆਪਾਂ ਕਿੱਦਾਂ ਪਹੁੰਚਾਉਣੀ ਆ। ਉਹਦੇ ਲਈ ਜਦੋਂ ਆਪਾਂ ਸਿਰਫ ਤੇ ਸਿਰਫ ਚੰਡੀਗੜ੍ਹ ਬਹਿ ਕੇ ਐਲਾਨ ਕਰਦੇ ਹਾਂ, ਉਹ ਕਿੰਨਾ ਕੁ ਪ੍ਰੈਕਟੀਕਲ ਹੋਊਗਾ ਬਈ। ਦੇਖੋ ਗੱਲ ਇਹ ਆ ਕਿ ਕੈਪਟਨ ਸਾਹਿਬ ਨੇ ਨਾਲ ਹੀ ਇਹ ਵੀ ਗੱਲ ਕਿ ਕੈਬਨਿਟ ਦੀ ਮੀਟਿੰਗ ਸੀ ਕਿ ਕੋਈ ਪੰਜਾਬ ਦੇ ਵਿੱਚ ਭੁੱਖਾ ਨਹੀਂ ਸੌਂਗਾ। ਇਹ ਗੱਲ ਪੱਕੀ ਹੈ, ਭਾਵੇਂ ਕੋਵਿਡ ਦਾ ਪੇਸ਼ੈਂਟ ਹੈ, ਭਾਵੇਂ ਉਹ ਘਰੋਂ ਬਾਹਰ ਨਹੀਂ ਨਿਕਲ ਸਕਦਾ, ਕੈਪਟਨ ਸਾਹਿਬ ਨੇ ਕਹਿ ਦਿੱਤਾ ਭੁੱਖਾ ਨਹੀਂ ਸੌਂਗਾ ਤੇ ਸੰਧਾਲੀਆ ਸਾਹਿਬ ਨਹੀਂ ਸੌਂਗਾ। ਨਹੀਂ ਇਹ ਹੁਣ ਬੰਦੇ ਦੀ ਜ਼ਿੰਮੇਵਾਰੀ, ਉਹ ਭਾਵੇਂ ਪੱਤੇ ਖਾਵੇ ਜੋ ਮਰਜ਼ੀ ਖਾਵੇ, ਭੁੱਖਾ ਨਹੀਂ ਸੌਂਗਾ, ਭੁੱਖਾ ਨਹੀਂ ਸੌਣਾ। ਮਤਲਬ ਇਹ ਗੱਲ ਪੱਕੀ, ਇਹ ਤਾਂ ਮੈਂ ਮੰਨਦਾ ਵੀ ਦੇਖੋ ਮੁੱਖ ਮੰਤਰੀ ਸਾਹਿਬ ਨੇ ਜਦੋਂ ਕਹਿ ਹੀ ਦਿੱਤਾ ਵੀ ਅਗਲਾ ਬੰਦਾ ਮੰਨ ਲਓ ਵੀ ਲੰਮੇ ਪਿਆ ਹੈ ਨਾ, ਉਧਰੋਂ ਜਨਾਬ ਹੋਣੀ ਰਾਤ ਨੂੰ 11 ਵਜੇ ਕੀ ਖਾਧਾ ਅੱਜ, ਅਗਲਾ ਕਿ ਜੀ ਮੈਂ ਭੁੱਖਾਂ, ਉਹਨਾਂ ਦੇ ਢਾਹ ਲੈਣਾ ਕਿ ਨਹੀਂ। ਪਨੀਰ ਜੀ, ਹਾਂ ਰੋਜ਼ ਹੀ ਪਨੀਰ ਜੀ, ਰੋਜ਼ ਪਨੀਰ ਚੱਲਦਾ ਜੀ, ਮੁਰਗਾ ਅੱਧਾ ਕੁ ਹੈਗਾ ਜੀ, ਉਹਨਾਂ ਕਿਤੇ ਬਸ ਤੁਸੀਂ ਸਮਝੋ ਅੰਦਰ ਹੀ ਆ ਉਹ, ਅੰਦਰ ਹੀ ਆ। ਹਾਂ ਉਹਨੇ ਬਾਂਗ ਦੇਣੀ ਸਵੇਰੇ, ਹੁਣ ਤੁਸੀਂ ਹੁਣ ਨਾ ਬਾਜ ਦਿਓ। ਪਰ ਇਹ ਜੋ ਵੀ ਅਸੀਂ ਇਹ ਗੱਲਾਂ ਇੱਕ ਵਾਰ ਫਿਰ ਤੁਹਾਨੂੰ ਕਲੀਅਰ ਕਰ ਦਈਏ, ਬਾਟ ਸਾਹਿਬ ਥੋੜ੍ਹੀ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਦੇਣਗੇ ਵੀ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਮੇਜਰ ਫੈਸਲਾ ਹੋਇਆ ਜੀ ਵੀ ਪੰਜਾਬ ਦੇ ਵਿੱਚ ਕਰੋਨਾ ਪੇਸ਼ੈਂਟ ਜਿਹੜੇ ਕਿ ਗਰੀਬ ਨੇ ਉਹਨਾਂ ਨੂੰ ਰਾਸ਼ਨ ਪੱਕਿਆ ਪਕਾਇਆ ਹੁਣ ਪੰਜਾਬ ਸਰਕਾਰ ਮੁਹੱਈਆ ਕਰਾਇਆ ਕਰੂਗੀ, ਤਾਂ ਜੋ ਉਹ ਬਿਮਾਰੀ ਦੀ ਹਾਲਤ ਦੇ ਵਿੱਚ ਘਰੋਂ ਬਾਹਰ ਨਾ ਨਿਕਲਣ, ਸਿਰਫ ਤੇ ਸਿਰਫ ਇਸੇ ਕਰਕੇ ਵੀ ਖਾਣਾ ਨਹੀਂ ਮਿਲਦਾ। ਦੇਖੋ ਬਹੁਤ ਵੱਡੀ ਮਜਬੂਰੀ ਹੈ ਜਿਹੜੇ ਮਰੀਜ਼ ਨੇ ਉਹਨਾਂ ਨੇ 112 ਨੰਬਰ ਡਾਇਲ ਕਰਨਾ, ਜਾਣੀ ਆਪਣੇ ਮੋਬਾਈਲ ਤੋਂ ਜਾਂ ਫੋਨ ਤੋਂ 112 ਜਾਂ 181
2 ਟੈਲੀਫੋਨ ਨੰਬਰ ਨੇ, ਉਹ ਡਾਇਲ ਕਰੋ। ਪੱਕੀ ਪਕਾਈ ਰੋਟੀ ਮਹਿਕਾਂ ਛੱਡਦੀ ਤੁਹਾਡੇ ਘਰੇ ਹੈ। ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਲਾਹਾ ਮਿਲੇ। ਦੂਸਰੀ ਗੱਲ, ਆ ਮਹਿਕਾਂ ਕਿਹੜੀਆਂ ਦੀ ਗੱਲ ਹੋਈ? ਨਹੀਂ, ਮਹਿਕਾਂ ਜਾਨੀ ਕਿ ਦਾਲ ਦੀ ਮਹਿਕ ਹੁੰਦੀ ਹੈ ਮਹਾਰਾਜ, ਤਾਜ਼ੀ ਦੀ, ਤਾਜ਼ੀ ਦਾਲ, ਬਿਲਕੁਲ। ਹੁਣ ਉਹਦੇ ਤੋਂ ਵੇਲੇ ਵੀ ਹੁੰਦਾ ਨਾ ਵੀ ਦਾਲ ਯਾਰ ਮਹਿਕੀ ਪਈ ਆ, ਦਾਲ ਗੁਰੂਆ ਕਿੱਥੇ ਖਾਵਾਂਗੇ? ਉਹਨੇ ਮਹਾਰਾਜ ਅਸੀਂ ਥੋੜੀ ਕਹਿਣਾ ਹੁੰਦਾ ਤੁਸੀਂ ਵੱਡੇ ਬੰਦੇ ਹੋ, ਤੁਸੀਂ ਚੁਣ ਕੇ ਖਾਣਾ, ਜੇ ਮੈंने ਖਾਣਾ ਹੈ ਜੇ ਨਹੀਂ ਖਾਣਾ ਹੈ। ਵੱਡੇ ਬੰਦੇ ਨਹੀਂ ਹੈਗੇ, 36 ਪ੍ਰਕਾਰ ਕੇ ਪਕਵਾਨ। ਕੋਈ ਗੱਲ ਨਹੀਂ, ਅੱਜ ਐਲਾਨ ਹੋ ਗਿਆ, ਪਹੁੰਚ ਲੈਣ ਦਿਓ। ਹਫ਼ਤੇ ਤੱਕ ਲੋਕਾਂ ਆਪਣੇ ਪਰਿਵਾਰ ਵਾਲਿਆਂ ਥੱਲੇ ਕਮੈਂਟ ਕਰਕੇ ਦੱਸ ਦੇਣਾ ਵੀ ਵੀਰ ਆਈ ਸੀ ਤੇ ਉਦੋਂ ਬਾਅਦ ਰੂੜੀ ਦੇ ਸੁੱਟੀ ਤੇ 3-4 ਕੁੱਤੇ ਵੀ ਲੱਗ ਉਹਦੀ ਪਰੇ ਉਹਦੀ ਲੰਘੇ ਵੀ ਯਾਰ ਆ ਪਤਾ ਨਹੀਂ ਕੀ ਡੋਲਤਾ ਜੀ। ਚਲੋ ਸੰਧਾਲੀਆ ਸਾਹਿਬ, ਦੂਸਰੀ ਗੱਲ ਜਿਹੜੀ ਹੈ ਉਹ ਵੈਕਸੀਨ ਦੀ ਹੈ, ਟੀਕਿਆਂ ਦੀ ਹੈ। ਹੁਣ ਪੰਜਾਬ ਸਰਕਾਰ ਨੇ ਵੀ ਇਸੇ ਵਜ਼ਾਰਤ ਦੇ ਵਿੱਚ ਫੈਸਲਾ ਕਰ ਦਿੱਤਾ ਕਿ ਅਸੀਂ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਯਤਨ ਕਰਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਛੇਤੀ ਤੋਂ ਛੇਤੀ ਟੀਕੇ ਮਿਲ ਜਾਣ ਕਰੋਨੇ ਦੇ। ਅਸੀਂ ਲੋਕਾਂ ਨੂੰ ਲਾ ਦਈਏ, ਲੋਕਾਂ ਨੂੰ ਸੁਰੱਖਿਅਤ ਕਰ ਦਈਏ। ਹੁਣ ਅੰਤਰਰਾਸ਼ਟਰੀ ਪੱਧਰ ਤੇ SGPC ਪਹਿਲੇ ਬੇਨਤੀ ਕਰ ਚੁੱਕੀ ਹੈ। ਕੇਂਦਰ ਦੀ ਸਰਕਾਰ ਦੀਆਂ ਪ੍ਰਵਾਨਗੀਆਂ ਵੀ ਚਾਹੀਦੀਆਂ ਹੋਣੀਆਂ। ਦਿੱਲੀ ਵਾਲੇ ਵੀ ਕਹਿ ਚੁੱਕੇ ਆ, ਰਾਜਸਥਾਨ ਨੇ ਤਾਂ ਕਹਿਤਾ ਸੀ 1 ਕਰੋੜ ਡੋਜ਼ ਖਰੀਦਾਂਗੇ। 1 ਕਰੋੜ ਲੋਕਾਂ ਦੇ ਟੀਕੇ ਲਾਉਣ ਦਾ ਇੰਨਾ ਅਸੀਂ ਪ੍ਰਬੰਧ ਕਰਨਾ। ਹੁਣ ਪੰਜਾਬ ਦੀ ਸਰਕਾਰ ਦਾ ਐਲਾਨ ਹੋ ਗਿਆ, ਉਹਦੇ ਲਈ ਬਜਟ ਵੀ ਚਾਹੀਦਾ ਹੋਣਾ, ਟੈਂਡਰ ਵੀ ਭਰਨੇ ਆ, ਕਿਹੜੀ ਦਵਾਈ ਖਰੀਦਣੀ ਹੈ, ਕਿਉਂਕਿ ਰੂਸ ਵਾਲੀ ਸਪੁਤਨਿਕ ਵੀ ਆ ਰਹੀ ਹੈ, ਉਹ ਮੇਰੇ ਖਿਆਲ ਅਗਲੇ ਹਫਤੇ ਆ ਜਾਣੀ ਹੈ। ਬਾਕੀ ਇਧਰਲੇ ਪਾਸੇ USA ਦੇ ਵਿੱਚ ਵੀ ਕੰਪਨੀਆਂ ਦਵਾਈ ਬਣਾ ਰਹੀਆਂ, ਹੋਰ ਬੜੀਆਂ ਨੇ। ਕਿੱਥੋਂ ਖਰੀਦਦੇ ਆ, ਕਿੰਨੀ ਛੇਤੀ ਟੀਕਾਕਰਨ ਦੀ ਪ੍ਰਕਿਰਿਆ ਚੱਲਦੀ ਹੈ, ਨਜ਼ਰਾਂ ਟਿਕਾ ਕੇ ਰੱਖਾਂਗੇ। ਇੱਕ ਮੈਂ ਬੇਨਤੀ ਹੁਣੇ ਸਟਾਰਟਿੰਗ 'ਚ ਹੀ ਕਰਦੇ ਹਾਂ, ਮੁੜ ਕੇ ਉਹ ਨਾ ਹੋਵੇ ਵੀ ਆਪਾਂ ਜਿਹੜੀ ਚੀਜ਼ ਦਾ ਰੌਲਾ ਪੈਂਦਾ ਉਧਰ ਤੁਰ ਪਏ। ਇਹ ਉਦੋਂ ਤੋਂ ਗੱਲ ਚੱਲੀ ਸੀ, ਉਹ ਚੱਲੀ ਤੋਂ ਮੈਨੂੰ ਐਂ ਜਾਪਿਆ ਵੀ ਕਰਦੀ ਕਿਉਂ ਨਹੀਂ ਸਰਕਾਰ। ਚਲੋ ਹੁਣ ਜੇ ਸਰਕਾਰ ਕਰਨ ਲੱਗੀ ਤੇ ਬਹੁਤ ਵਧੀਆ ਗੱਲ ਆ। ਇਹ ਨਾ ਹੋਵੇ ਕਿ ਵੀ ਆਪਾਂ ਆਰਡਰ ਦੇ ਦਈਏ, ਅਗਲੇ ਬੰਦੇ ਉੱਥੋਂ ਬੰਨ੍ਹ ਕੇ ਭੇਜ ਵੀ ਦੇਣ ਵੀ ਆਹ ਲਓ ਜੀ ਪੰਜਾਬ ਵਾਲਿਆਂ ਨੂੰ ਦਿੰਦੇ ਆ, ਰਾਜਸਥਾਨ ਵਾਲਿਆਂ ਨੂੰ, ਦਿੱਲੀ ਵਾਲਿਆਂ ਨੂੰ, ਜਿਹੜਾ ਵੀ ਮੰਗਦਾ, ਭਾਵੇਂ SGPC ਕਿਉਂ ਨਾ ਮੰਗਾ ਲੇ। ਹੁਣ ਮੈਨੂੰ ਇੰਨਾ ਪਤਾ ਲੱਗਦਾ ਕਿ ਵੀ ਅਗਲੇ ਬੰਦਿਆਂ ਨੇ ਪ੍ਰਬੰਧ ਕਰ ਦੇਣਾ ਵੀ ਵੀਰ ਇੱਥੋਂ ਪੈਕ ਕਰਕੇ ਤੁਹਾਡੇ ਤੱਕ ਪਹੁੰਚਣ ਤੱਕ ਠੰਡੀ ਰਹੂਗੀ, ਵੀ ਉਦੋਂ ਗਾਂ ਸਾਂਭ ਲਿਓ। ਪਤਾ ਲੱਗੇ ਵੀ ਮੁੜ ਕੇ ਉੱਥੇ ਆ ਕੇ ਕਿਸੇ ਨੂੰ ਚੇਤੇ ਨਾ ਰਵੇ ਵੀ ਕਹਿੰਦਾ ਯਾਰ ਉਹ ਕੁਦਰ ਚੱਲਿਆ ਫਲਾਨਾ ਸਿਆ, ਕਹਿੰਦਾ ਯਾਰ ਦਵਾਈ ਆਈ ਉੱਥੇ, ਕਹਿੰਦੇ ਹਵਾਈ ਅੱਡੇ ਤੇ ਉੱਥੋਂ ਲਿਆਉਣੀ ਚੁੱਕ ਕੇ, ਕਹਿੰਦਾ ਫਿਰ 5-4 ਗੱਡੀਆਂ ਕਰ ਲਈਆਂ, ਟਰੱਕ ਕਰ ਲਏ, ਉਹ ਕਿੱਥੇ ਪਈ ਰਹੀ, ਕਿੱਥੇ ਨਹੀਂ ਪਈ ਰਹੀ, ਕਿਸੇ ਨੇ ਉਹਨੂੰ ਠੰਡੀ ਕੀਤਾ ਨਹੀਂ ਰੱਖਿਆ। ਬਾਅਦ ਚ ਰੌਲਾ ਇਹ ਪਿਆ ਵੀ ਹੋਰ ਕੁਝ ਨਹੀਂ, ਉਹ ਨਾ ਫਿਰ ਸਕੂਲਾਂ ਦੇ 3-4 ਕਮਰੇ ਖਾਲੀ ਕਰਾ ਲਓ, ਉੱਥੇ ਦਵਾਈ ਰੱਖਣੀ ਹੈ ਨਾ। ਗੇਮ ਬਾਅਦ ਚ ਪਤਾ ਲੱਗਿਆ ਵੀ ਮਹਾਰਾਜ ਜਿਹੜੇ ਟੈਂਪਰੇਚਰ 'ਚ ਜਿੱਦਾਂ ਉਹ ਰੱਖੀ ਜਾਣੀ ਚਾਹੀਦੀ ਸੀ ਉੱਦਾਂ ਨਹੀਂ ਰੱਖੀ। ਮਤਲਬ ਜੇ ਆਪਾਂ ਉਹ ਮੰਗਾਉਣੀ ਆ ਤੇ ਇਹ ਨਾ ਹੋਵੇ ਵੀ ਮੰਗਾਉਣ ਦੇ ਉੱਪਰ ਤਾਂ ਜ਼ੋਰ ਲੱਗ ਜੇ, ਬਾਅਦ ਚ ਸਾਂਭਣ ਨੂੰ ਆਪਣੇ ਕੋਲੇ ਥਾਂ ਨਾ ਨਹੀਂ, ਪ੍ਰਬੰਧ ਕਰ ਲੈਣਾ ਚਾਹੀਦਾ। ਪੂਰਾ ਪ੍ਰਬੰਧ ਕਰਨਾ ਪਊਗਾ ਜੀ, ਕਿਉਂਕਿ ਉਹਦਾ ਰੌਲਾ ਪਹਿਲਾਂ ਹੀ ਪਈ ਜਾਂਦਾ ਕਿ ਕਿੰਨੀਆਂ ਬੂੰਦਾਂ ਜਿਹੜੀਆਂ ਜਾਂ ਕਿੰਨੇ ਟੀਕੇ ਜਿਹੜੇ ਉਹ ਖਰਾਬ ਹੋ ਗਏ ਆ। ਹਾਲਾਂਕਿ ਉਹਦੇ ਪਿੱਛੇ ਕਈ ਕਾਰਨ ਨੇ ਕਿ ਉਹ ਇੱਕ ਸ਼ੀਸ਼ੀ ਦੇ ਵਿੱਚੋਂ ਕਈਆਂ ਦੇ ਟੀਕੇ ਲੱਗਦੇ ਆ, ਮੰਨ ਲਓ 10 ਦੇ ਲੱਗਦੇ ਆ, ਤਾਂ ਜੇ ਬੰਦੇ ਉੱਥੇ 8 ਪਹੁੰਚਦੇ ਆ ਤੇ ਬਾਕੀ 2 ਬੰਦਿਆਂ ਦੀ ਦਵਾਈ ਉਹ ਖਰਾਬ ਹੋ ਜਾਂਦੀ ਹੈ। ਇਹ ਗੱਲ ਨੋਟ ਕਰਨ ਵਾਲੀ ਆ। ਮੈਂ ਤੁਹਾਨੂੰ ਫਿਰ ਲੈ ਕੇ ਜਾਵਾਂ ਉਸ ਦਿਨ ਜਿਸ ਦਿਨ ਤੁਸੀਂ ਆਪਣੇ ਸਡੌਲ ਮੋਢੇ ਦੇ ਉੱਪਰ ਟੀਕਾ ਲਵਾਇਆ ਸੀ। ਤੁਸੀਂ ਨੋਟ ਕੀਤੀ ਗੱਲ ਵੀ ਉਹ ਜਿਹੜਾ ਇੱਥੇ ਆਇਆ ਪਤਾ ਨਹੀਂ ਦਵਾਈ, ਹੁਣ ਪਤਾ ਨਹੀਂ ਇਹਦੇ 'ਚ ਤੇ ਇੰਡੀਆ ਵਾਲੇ 'ਚ ਕੋਈ ਫਰਕ ਹੈ, ਉਹ ਸਿਰਿੰਜ ਪੂਰੀ ਦੀ ਪੂਰੀ ਹੈ, ਸਿਰਿੰਜ ਹੈ ਬਣੀ ਹੋਈ, ਉਹਦੇ 'ਚੋਂ ਕਿਸੇ 'ਚ ਉਹਨਾਂ ਨੇ ਭਰੀ ਨਹੀਂ, ਕਿਸੇ 'ਚੋਂ ਕੁਛ ਨਹੀਂ ਕੀਤੀ, ਬਸ ਉਹ ਸਿਰਿੰਜ ਨੂੰ ਹੀ ਅਗਲੇ ਪਾਸਿਓਂ ਖੋਲ੍ਹਦੇ ਆ ਤੇ ਸਿੱਧਾ ਟੀਕਾ ਲਾ ਕੇ ਤੇ ਸਿਰਿੰਜ ਹੀ ਡਿਸਪੋਜ਼ ਆਫ ਕਰ ਦਿੰਦੇ ਆ। ਹੁਣ ਜੇ ਇੱਦਾਂ ਫਿਰ ਤੇ ਬਹੁਤ ਵਧੀਆ। ਤੇ ਜੇ ਮੰਨ ਲਓ ਵੈਲ ਵਾਲਾ ਕੰਮ ਹੈ, ਜਿੱਦਾਂ ਪੁਰਾਣੇ ਡਾਕਟਰਾਂ ਦਾ ਕੰਮ ਹੁੰਦਾ ਸੀ ਵੀ ਇੱਕ ਵਾਰ ਉੱਧਰੋਂ ਸੂਈ ਦੂਜੀ ਫੜ ਲੈਣੀ, ਇੱਕੇ ਚੋਂ ਖਿੱਚ ਕੇ ਆਖਣਾ ਵੀ ਕੋਈ ਗੱਲ ਨਹੀਂ, ਉਹਨੇ ਦੂਜੇ ਕੰਪਿਊਟਰ ਨੇ ਉੱਤੋਂ ਆਪ ਲਾ ਲੈਣੀ ਐ ਸ਼ੀਸ਼ੀ, ਇਹਦੇ ਮੋਢਾ ਕਰ ਲੱਗ ਗਏ ਹੈ। ਜੇ ਤਾਂ ਇੱਦਾਂ ਤਾਂ ਫੇਰ ਤਾਂ ਨਹੀਂ। ਦੇਖੋ ਮੈਂ ਤਾਂ ਡਾਕਟਰ ਸਾਹਿਬ ਨੂੰ ਇੱਕ ਲਿਆ ਸੀ ਪ੍ਰਾਈਮ ਸਵੇਰ ਦੇ ਵਿੱਚ, ਉਹਨਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਖਰਾਬ ਹੋਣ ਦਾ ਕਾਰਨ ਆਇਆ ਕਿ ਇੱਕ ਸ਼ੀਸ਼ੀ ਦੇ ਵਿੱਚ ਵੱਧ ਲੋਕਾਂ ਦੀ ਸ਼ਾਇਦ ਹੈ। ਆਪਾਂ ਇਹਦੇ ਨਾਲ ਇੱਕ ਗੱਲ ਹੋਰ ਜਿਹੜੀ ਹੈ ਉਹ ਇਹ ਵੀ ਹੈ ਕਿ ਇਸ ਵੇਲੇ ਥੋੜ੍ਹਾ ਜਿਹਾ ਇਸ ਮੁੱਦੇ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਇੱਕ ਪਾਸੇ ਤਾਂ ਹੁਣ ਪੰਜਾਬ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਭਾਈ ਦਵਾਈ ਵੀ ਖਰੀਦਾਂਗੇ, ਚੰਗੀ ਗੱਲ ਹੈ, ਲੋਕ ਜਿੰਨੀ ਛੇਤੀ ਸੁਰੱਖਿਅਤ ਹੋਣ, ਕੋਈ ਬੰਦਾ ਭੁੱਖਾ ਨਾ ਰਹੇ, ਲੇਲੜੀਆਂ ਨਾ ਕੱਢਣੀਆਂ ਪੈਣ, ਬਹੁਤ ਵਧੀਆ ਫੈਸਲੇ। ਪਰ ਮੈਨੂੰ ਉਧਰ ਕਿਸਾਨਾਂ ਦਾ ਫਿਕਰ ਪੈ ਗਿਆ, ਦਿੱਲੀ ਵਾਲਿਆਂ ਦਾ। ਪਤਾ ਕਿਉਂ ਪੈ ਗਿਆ? ਹੋ ਸਕਦਾ ਕਿ ਅੱਜ ਦੁਪਹਿਰ ਤੱਕ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਜਣਾ ਮੈਂ ਨਹੀਂ ਰਹਿਣਾ, ਮੈਂ ਚੱਲਿਆ ਹੀ ਪ੍ਰਧਾਨ ਮੰਤਰੀ ਸਨਮਾਨ ਨਿਧੀ ਲੈਣ, ਕਿਉਂਕਿ ਅੱਜ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ 2-2 ਹਜ਼ਾਰ ਰੁਪਈਆ ਉੱਕਾ ਪੁੱਕਾ ਜਿਹੜਾ ਪਹਿਲਾਂ ਦੀ ਸਕੀਮ ਹੈ ਉਹ ਫਿਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦੇਣਾ। ਹੁਣ ਜਿਹਦੇ ਖਾਤੇ ਦੇ ਵਿੱਚ 2000 ਰੁਪਈਆ ਸਰਦਾਰ ਜੀ ਇਕੱਠਾ ਹੀ ਪੈ ਗਿਆ, ਉਹ ਬੰਦਾ ਹੁਣ ਦਿੱਲੀ ਟਰਾਲੀ ਥੋੜੀ ਸੌਂਗਾ। ਉਹਦੀਆਂ ਤਾਂ ਮੰਗਾਂ, ਉਹਨੂੰ ਕੀ ਮੰਡੀਆਂ ਦਾ, ਉਹਨੂੰ ਕੀ ਖਰੀਦ ਦਾ, ਉਹਨੂੰ ਕੀ MSP ਦਾ, ਉਹਨੂੰ ਕੀ ਬਿਜਲੀ ਵਾਲੇ ਬਿੱਲ ਦਾ, ਉਹਨੂੰ ਕੀ ਪ੍ਰਦੂਸ਼ਣ ਵਾਲੇ ਐਕਟ ਦਾ, ਉਹਨੂੰ ਤਾਂ ਕੁਛ ਨਹੀਂ ਹੋਣਾ। ਤੁਸੀਂ ਇਹ ਦੇਖੋ ਕਿ ਅੱਜ ਇਕੱਠਾ ਹੀ 9.5 ਕਰੋੜ ਕਿਸਾਨਾਂ ਦੇ ਖਾਤੇ 'ਚ 2-2 ਹਜ਼ਾਰ ਰੁਪਈਆ ਗਿਣ ਕੇ ਸਰਦਾਰ ਜੀ। ਨਹੀਂ, ਇਹ ਬਹੁਤ ਵਧੀਆ ਚੀਜ਼ ਹੈ। ਮੈਨੂੰ ਤਾਂ ਇਹ ਵੀ ਲੱਗਦਾ ਵੀ ਦੇਖੋ ਇਹ ਵਧੀਆ ਹੋ ਗਿਆ ਵੀ ਇਸ ਮੌਕੇ ਤੇ ਪਾ ਰਹੇ। ਹੁਣ ਦੇਖੋ ਕਿਸਾਨ ਬੈਠਾ ਦਿੱਲੀ, ਹੁਣ ਉੱਥੇ ਹੀ ਵੱਡੇ ਸ਼ੋਰੂਮ ਜਿਹੜੀਆਂ ਜੇ ਗੱਡੀਆਂ ਦੇ ਸ਼ੋਰੂਮ ਪੰਜਾਬ ਨਹੀਂ ਆਏ, ਦਿੱਲੀ ਤੇ ਹੈਗੇ ਹੀ ਹੈ ਜੀ। ਉਧਰੋਂ 2000 ਠਾਹ ਕਰਕੇ ਬੈਂਕ 'ਚ ਵੱਜਣਾ, ਨਾਲ 5-4 ਮੁੰਡੇ ਉੱਥੋਂ ਖੜ ਕੇ ਕੋਈ ਲੈ ਕੇ ਤੇ ਬਾਪੂ ਉੱਥੇ ਦਸਤਖਤ ਕਰ ਦੂਗਾ,
ਉੱਥੋਂ ਹੀ ਮੈਂ ਨਾ ਵੀ ਵੱਡੀ ਜਿਹੜੀ ਕੋਈ ਬਹੁਤ ਵੱਡੇ ਬ੍ਰਾਂਡ ਵਾਲੀ ਕਾਰ ਆ ਉੱਤੇ ਆਉਣ ਪੰਜਾਬ ਨੂੰ, ਤੇ ਨਾਲੇ ਉਹਨਾਂ ਨੂੰ ਕਹਿ ਦੇਣ ਵੀ ਜਿਹੜਾ ਬਕਾਇਆ ਬਾਈਦਾ 2000 ਚੋਂ ਉਹ ਪੈਸੇ ਨਗਦ ਪਾ ਲੈਣ ਜੇਬ 'ਚ। ਹੋ ਸਕਦਾ ਪਿੱਛੋਂ ਮੁੰਡਾ ਤੰਗ ਕਰੇ ਫੋਨ ਕਰਕੇ, ਮੁੰਡਾ ਤੰਗ ਕਰੇ, ਬਾਪੂ ਆ ਜਾ ਮੈਂ ਮੋਟਰਸਾਈਕਲ ਲੈਣਾ, ਹੁਣ ਤਾਂ ਖਾਤੇ 'ਚ ਪੈਸੇ ਵੀ ਆ ਗਏ ਆ, ATM ਤੂੰ ਨਾਲ ਲੈ ਗਿਆ, ਮੈਂ ਕਿੰਨੀ ਵਾਰੀ ਕਿਹਾ ਸੀ ਕਿ ATM ਘਰੇ ਛੱਡ ਕੇ ਜਾਣਾ। ਤੇ ਹੋ ਸਕਦਾ ਕਿ ਜਿਹਦੇ ਮੁੰਡਿਆਂ ਨੇ, ਨਿਆਣਿਆਂ ਨੇ, ਘਰਦਿਆਂ ਨੇ ਬਾਪੂ ਤੋਂ ATM ਰਖਾ ਲਿਆ ਸੀ ਪਹਿਲਾਂ ਹੀ, ਹੋ ਸਕਦਾ ਕਿ ਜਦੋਂ ਕਿਸਾਨ ਸਨਮਾਨ ਨਿਧੀ ਦੇ ਪੈਸੇ ਆ ਜਾਣ ਉਹ ਇੱਟਾਂ ਪਹਿਲਾਂ ਸਟਾਲਣਗੇ, ਕੋਠੀ ਛੱਤਣੀ ਹੈ ਭਾਈ, ਨਹੀਂ ਸ਼ੁਰੂ ਕਰ ਸਕਦੇ ਅਗਲੇ। ਮਤਲਬ ਅੱਜ ਹੋ ਸਕਦਾ ਵੀ ਸ਼ਾਮ ਤੱਕ DJ ਲੱਗੇ ਹੋਣ ਹੈ ਨਾ, ਕੋਠੀ ਦੇ ਕੋਈ ਆਖੇ ਵੀ ਕਾਰ ਲੈਣ ਦਾ ਬਾਪੂ ਦਿੱਲੀ ਹੁੰਦਾ ਨਾ, ਕੋਈ ਆਖੇ ਮੋਟਰਸਾਈਕਲ ਨਵਾਂ ਲੈਣ ਦਾ, ਕੋਈ ਇਹ ਵੀ ਕਹਿਦਾ ਵੀ ਯਾਰ ਲੈ ਦੂਜਾ ਟਰੈਕਟਰ ਲਿਆਉਣਾ ਸੀ ਆਪਾਂ ਭਾਈ ਸਾਹਿਬ ਉਹ ਵੀ ਲੈਣ ਦਾ। ਵੈਸੇ ਮੇਰੇ ਮਨ 'ਚ ਇੱਕ ਗੱਲ ਆਉਂਦੀ ਆ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਨਾ ਇੱਕ ਹੋਰ ਸੀਗਾ, ਜਿਹੜੇ ਉਹ ਸਮਾਰਟ ਪਿੰਡ ਬਣਾਉਣੇ ਸੀ, ਕਿ ਪਿਛਲੀ ਵਾਰੀ ਜਦੋਂ ਉਹ ਪੈਸੇ ਆਏ ਸੀ ਉਹ ਸਧਾਰਨ ਪੰਜਾਬ ਦੇ ਪਿੰਡਾਂ 'ਚ ਆਏ ਸੀ, ਭਾਰਤ ਦੇ ਪਿੰਡਾਂ 'ਚ, ਹੁਣ ਉਹ ਪਿੰਡ ਸਮਾਰਟ ਬਣ ਗਏ, ਪੈਸੇ ਦੇਣ ਵਾਲੇ ਭੁੱਲ ਨਾ ਜਾਣ ਕਿ ਭਾਈ ਅਸੀਂ ਕਿਤੇ ਹੋਰ ਆ ਗਏ, ਪਿੰਡ ਉਹੀ ਹੋਣੇ ਆ, ਬੂਹਾ ਖੜਕਾ ਕੇ ਪੁੱਛ ਲਿਓ। ਤੇ ਬੂਹਾ ਨਹੀਂ ਖੜਕਾਉਣਾ, ਉਹਦਾ ਪਿੰਡ ਦੇ ਬਾਹਰ ਜਿਹੜੇ ਕੈਮਰੇ ਲੱਗੇ ਆ ਸਰਕਾਰ ਦੇ, ਉੱਥੋਂ ਦੂਰੋਂ ਸਕੈਨ ਕਰ ਲੈਣਾ, ਲੈ ਵੀ ਮੱਖਣ ਸੋਰੀ ਆਉਂਦੇ ਆ। ਮੱਖਣ ਸੋਰਾਂ ਨੂੰ ਪਹਿਲਾਂ ਐਡਵਾਂਸ ਦੇ ਵਿੱਚ ਰਿਪੋਰਟ ਨੇ ਉੱਥੋਂ ਪਏ ਤੋਂ ਹੀ ਇਦਾਂ ਐਂ ਕਰਕੇ ਸਪੀਕਰ ਨਿਕਲਣਾ ਬਾਹਰ, ਮੱਖਣ ਸਿੰਘ ਜੀ ਵਧਾਈਆਂ ਪਹਿਲਾਂ ਬਹੁਤ ਬਹੁਤ ਤੁਹਾਨੂੰ, ਤੁਸੀਂ ਮਤਲਬ ਲੈ ਆਓ ਗੱਡੀ। ਬਾਪੂ ਹੋ ਸਕਦਾ ਵੀ ਡਰ ਜਵੇ ਵੀ ਯਾਰ ਆਹ ਕਿਹੜਾ ਹੋਏ, ਤੇ ਜੇ ਕਿਤੇ ਬਾਪੂ ਖੂੰਡੇ ਵਾਲਾ ਹੋਇਆ ਤੇ ਇੱਕ ਅੱਧਾ ਖੂੰਡਾ ਵੀ ਹੋ ਸਕਦਾ ਵੀ ਉਹ ਕੈਮਰੇ ਤੇ ਮਾਰਦੇ। ਇਸ ਕਰਕੇ ਸਰਕਾਰ ਨੂੰ ਉਹਦਾ ਪ੍ਰਬੰਧ ਵੀ ਕਰਨਾ ਚਾਹੀਦਾ ਵੀ ਜਿਹੜਾ ਕੱਚੇ ਪਏ ਦੇ ਉੱਪਰ ਉਹ ਮਾਈਕ ਨਿਕਲਦਾ ਬਾਹਰ, ਉਹਨੂੰ ਥੋੜਾ 2 ਫੁੱਟ ਪਿਛਾਂ ਖਾਲ ਵਾਲੀ ਵੱਟ ਤੇ ਲਾ ਦੇਣ, ਹੈ ਨਾ। ਇੱਕ ਤੇ ਉਹ ਖੂੰਡੇ ਤੋਂ ਬਚ ਗਿਆ, ਦੂਜਾ ਉਹਨੇ ਮੱਖਣ ਸਿੰਘ ਨੂੰ ਪਹਿਲਾਂ ਦੱਸਦਾ ਵੀ ਬਾਪੂ ਗੱਲ ਇਹ ਆ ਵੀ ਜਿਹੜੀ ਤੁਹਾਡੇ ਵਾਲੀ ਗਲੀ ਪਹਿਲਾਂ 10 ਫੁੱਟ ਦੀ ਸੀ ਉਹ ਥੋੜ੍ਹੀ ਜਿਹੀ ਅਸੀਂ ਚੌੜੀ ਕਰਤੀ ਹੈ, ਤੁਸੀਂ ਇਦਾਂ ਕਰਿਓ ਵੀ ਉੱਥੋਂ ਫਿਰਨੀਓ ਸੱਜੇ ਹੋ ਕੇ ਤੇ ਫਿਰ ਨਾਲ ਹੀ ਛੱਪੜ ਤੋਂ ਉਰੇ, ਕਿਉਂਕਿ ਛੱਪੜ ਤੁਹਾਡੇ ਕੋਲ ਪਛਾਣਿਆ ਨਹੀਂ ਜਾਣਾ, ਉਹਦੇ ਪੂਰ ਕੇ ਹੁਣ ਉੱਥੇ ਪਾਰਕ ਬਣ ਗਿਆ, ਉੱਥੋਂ ਨਾਲ ਹੀ ਤੁਸੀਂ ਬਿਲਕੁਲ ਨੰਬਰ ਡਾਇਲ ਕਰਨਾ, ਤੁਹਾਡੇ ਘਰ ਦਾ ਨੰਬਰ ਆ, ਫਿਰ ਤੁਹਾਨੂੰ ਐਂਟਰੀ ਮਿਲਣੀ, ਕਿਉਂਕਿ ਸਮਾਰਟ ਪਿੰਡ ਹੈ। ਮਤਲਬ ਬਾਪੂ ਆਪਣੇ ਘਰ ਕਿਤੇ ਸਿੱਧਾ ਵੜ ਜੇ ਤੇ ਪਤਾ ਲੱਗੇ ਰਿਪੋਰਟ ਚੱਕ ਕੇ ਬਾਹਰ ਮਾਰੇ ਵੀ ਬਾਪੂ ਕਿੱਧਰ। ਨਹੀਂ ਇਹ ਗੱਲ ਤਾਂ ਤੁਹਾਡੀ ਠੀਕ ਹੈ, ਸਾਰਾ ਕੁਝ ਦੁਬਾਰਾ ਕਰਨਾ ਪੈਣਾ, ਢਾਹ ਕੇ ਬਣਾਉਣਾ ਪੈਣਾ। ਮਤਲਬ ਇਹ ਦੇਖੋ ਹੋ ਸਕਦਾ ਤੁਹਾਨੂੰ ਸਾਡੀਆਂ ਗੱਲਾਂ ਤੇ ਇਤਰਾਜ਼ ਹੋਵੇ, ਦੇਖੋ 2-2000 ਰੁਪਈਆ ਪੈਣਾ ਯਾਰ ਖਾਤੇ 'ਚ, ਕੋਈ ਮਾੜੀ ਮੋੜ ਗੱਲ ਨਹੀਂ ਹੈਗੀ। ਮੈਂ ਤਾਂ ਕਹਿੰਦਾ ਵੀ ਜੇ ਕਿਸੇ ਨਿਆਣੇ ਨੇ ਨਵੀਂ ਆਇਲਸ ਕੀਤੀ ਹੈ ਤੇ ਉਹਨੂੰ ਸਗੋਂ ਫੋਨ ਦੇ ਲਾਗੇ ਬਿਠਾ ਕੇ ਰੱਖਣ, ਉਹਦਾ ਕੱਲ੍ਹ ਨੂੰ ਉਹ ਸਵਿਸ ਬੈਂਕਾਂ ਵਾਲੇ ਵੀ ਫੋਨ ਕਰ ਦੇਣ ਵੀ ਯਾਰ ਥੋੜਾ ਬਹੁਤ ਸਾਡੀਆਂ ਬੈਂਕਾਂ 'ਚ ਜਮ੍ਹਾਂ ਕਰਾਓ, ਬੰਦੇ ਭੇਜ ਦੇਣ ਉੱਥੇ ਘਰੀ ਜਾਓ, ਵੀ ਜਾ ਕੇ ਕਹੋ ਵੀ ਥੋੜੇ ਹੀ ਦੇ ਦਿਓ, ਅਸੀਂ ਕਿਹੜਾ ਸਾਰੇ ਕਹਿੰਦੇ ਆ ਖਾਤੇ ਖਿਲਾਓ, ਜਦੋਂ ਮਗਰ ਨਹੀਂ ਪੈਦੇ ਵੀ ਖਾਤਾ ਖਿਲਾਓ ਸਾਡੇ, ਹਨਾ। ਸੰਧਾਲੀਆ ਸਾਹਿਬ ਮੈਨੂੰ ਹੋਰ ਲੱਗਦੀ ਹੈ ਗੱਲ, ਮੈਨੂੰ ਨਾ ਪਤਾ ਨਹੀਂ ਕੀ ਗੱਲ ਹੋਈ, 4-5 ਘੰਟੇ ਹੋ ਗਿਆ ਪੰਜਾਬ ਦੇ ਲੀਡਰਾਂ ਨਾਲ ਨਾ ਬਹੁਤਾ ਹੀ ਮੋਹ, ਬਹੁਤਾ ਹੀ ਬਹੁਤੇ ਹੀ ਆਪਣੇ ਲੱਗਦੇ ਆ। ਮੈਨੂੰ ਐਂ ਲੱਗਦਾ ਕਿ ਸਾਰਿਆਂ ਦੇ ਕੋਲ ਇਕੱਲੇ ਕੋ ਜਾ ਕੇ ਕਿ ਗਲਤੀ ਕੋਈ ਸ਼ਬਦ ਅੱਗੇ ਪਿੱਛੇ ਹੋ ਗਿਆ ਹੋਵੇ, ਕੋਈ ਸ਼ਾਨ ਦੇ ਖਿਲਾਫ ਕੋਈ ਗੱਲਬਾਤ ਹੋ ਗਈ ਹੋਵੇ, ਬਹੁਤੇ ਹੀ ਆਪਣੇ ਲੱਗਦੇ। ਪੁੱਛੋ ਕਿਉਂ? ਨਹੀਂ ਕਿਉਂ ਕਾਹਦਾ, ਮੈਂ ਤੇ ਅੱਗੇ ਹੈਰਾਨ ਆ ਵੀ ਇਹ ਤੁਸੀਂ ਕਿਹੜੇ ਹਿਸਾਬ ਨਾਲ ਸਾਨੂੰ ਚੰਗਾ ਕਹਿਣ ਲੱਗ। ਮੈਂ ਦੱਸਣ ਲੱਗਿਆ, ਮਹਾਰਾਸ਼ਟਰ ਤੋਂ ਇੱਕ ਖਬਰ ਆਈ, ਉੱਥੇ ਦਾ ਉਪ ਮੁੱਖ ਮੰਤਰੀ ਆ ਅਜੀਤ ਪਵਾਰ, ਬੰਦਾ ਬੜਾ ਵਧੀਆ, ਵੈਸੇ ਤੁਹਾਨੂੰ ਪਤਾ ਹੀ, ਮੈਨੂੰ ਯਾਦ ਆ ਗਿਆ, ਬਹੁਤ ਹੀ ਵਧੀਆ ਹੈ। ਤੜਕੇ ਉਹ ਸਿਆਸੀ ਕਬੱਡੀਆਂ ਪਾਉਣ ਦਾ ਬਹੁਤ ਮਾਰ। ਹਾਂ ਉਹ ਗੱਲ ਵੱਖਰੀ, ਵੀ ਮੁੜ ਕੇ ਟਿਕਦੀ ਨਹੀਂ। ਹੁਣ ਅਜੀਤ ਪਵਾਰ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਹੈ, ਡਿਪਟੀ CM। ਹੁਣ ਉਹ ਬੰਦਾ ਜਿਹੜਾ ਉਸ ਸੂਬੇ ਦਾ ਡਿਪਟੀ CM ਹੈ, ਜਿਸ ਸੂਬੇ ਦੇ ਵਿੱਚ ਕਰੋਨਾ ਦਾ ਸਭ ਤੋਂ ਵੱਧ ਪਿਛਲੇ 14 ਮਹੀਨਿਆਂ 'ਚ ਕਹਿਰ ਰਿਹਾ, ਮੌਤਾਂ ਵੀ ਬਹੁਤ ਹੋਈਆਂ, ਅਜੇ ਵੀ ਹਾਲਾਤ ਜਿਹੜੇ ਸੁਖਾਵੇਂ ਨਹੀਂ ਹੈਗੇ। ਕਰਨਾਟਕ ਤੇ ਉਹ ਨੇੜੇ ਤੇੜੇ ਨੇ ਅੰਕੜਿਆਂ ਦੇ ਪੱਖ ਤੋਂ, ਫੈਸਲਾ ਕਰ ਦਿੱਤਾ, ਕਮਾਲ ਕਰਤੀ। ਹੁਣ ਉਪ ਮੁੱਖ ਮੰਤਰੀ ਸਾਹਿਬ ਦਾ ਸੋਸ਼ਲ ਮੀਡੀਆ ਦੇਖਣ ਦੇ ਲਈ ਇੱਕ ਪ੍ਰਾਈਵੇਟ ਕੰਪਨੀ ਨੂੰ ਉੱਕਾ ਪੁੱਕਾ ਠੇਕਾ ਦਿੱਤਾ ਕਿ ਤੁਸੀਂ WhatsApp ਵੀ ਇਹਨਾਂ ਦਾ ਕੀ ਮੈਸੇਜ ਭੇਜਣਗੇ ਲੋਕਾਂ ਨੂੰ ਤੁਸੀਂ ਦੇਖਣਾ ਹੈ, YouTube ਤੇ, Instagram ਤੇ, Facebook ਤੇ, ਹੋਰ ਜੋ ਵੀ ਹੈ ਲਟਰਮ ਪਟਰਮ ਜਿਹਾ, ਮੈਨੂੰ ਬਹੁਤਾ ਨਹੀਂ ਪਤਾ। ਹੁਣ ਉਹ ਸੋਸ਼ਲ ਮੀਡੀਆ ਤੇ 6.5 ਕਰੋੜ ਰੁਪਈਆ ਸਾਰਾ ਸਰਕਾਰੀ ਖਾਤੇ 'ਚ ਜਾਣਾ ਹੈ, ਸਾਰਾ ਹੀ ਸਿਰਫ ਉਪ ਮੁੱਖ ਮੰਤਰੀ ਦਾ ਹਿਸਾਬ ਕਿਤਾਬ ਲਾਉਣ ਦੇ ਲਈ, ਤੇ ਨਾਲ ਖਾਸ ਹਦਾਇਤਾਂ ਕਿ ਮੁੱਖ ਮੰਤਰੀ ਸਾਹਿਬ ਜਿੱਦਾਂ ਦਾ ਮੈਸੇਜ ਕਰਦੇ ਆ, ਮੇਰਾ ਮੈਸੇਜ ਥੋੜਾ ਜਿਹਾ ਵੱਖਰਾ ਹੋਣਾ ਚਾਹੀਦਾ। ਤੇ ਇਹ ਉਦੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਜਦੋਂ ਉਸ ਮਹਾਰਾਸ਼ਟਰ ਸੂਬੇ ਦੇ ਵਿੱਚ ਉਹਨਾਂ ਦੇ ਕੋਲੇ ਜਿਹੜਾ ਡਿਪਾਰਟਮੈਂਟ ਹੈ ਲੋਕ ਸੰਪਰਕ ਵਿਭਾਗ, ਉਹਦਾ ਸਾਲ ਦਾ 150 ਕਰੋੜ ਰੁਪਏ ਦਾ ਬਜਟ ਹੈ ਤੇ 1200 ਉੱਥੇ ਕਰਮਚਾਰੀ ਕੰਮ ਕਰਦਾ। 1200 ਉਹਨਾਂ ਦਾ ਇਹੀ ਕੰਮ ਹੈ ਕਿ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣੀਆਂ। ਤੁਸੀਂ ਇਹ ਦੇਖੋ ਕਿ ਜਿਹੜੇ ਸੂਬੇ 'ਚ ਲੋਕ ਟੀਕਿਆਂ ਲਈ ਤਰਸ ਰਹੇ ਹੈ, ਆਕਸੀਜਨ ਦੇ ਲਈ ਤਰਸ ਰਹੇ ਹੈ, ਜਿਹੜੇ ਸੂਬੇ ਦੇ ਵਿੱਚ ਅਜੇ ਵੀ ਕੋਵਿਡ ਦਾ ਕਹਿਰ ਬਹੁਤ ਹੈ, ਜੇ ਉੱਥੋਂ ਦੇ ਉਪ ਮੁੱਖ ਮੰਤਰੀ ਨੂੰ, ਗੈਰ ਭਾਜਪਾ ਸਰਕਾਰ ਹੈ, ਫਿਰ ਦੱਸਦੀ ਹੈ ਕਿ ਉੱਥੋਂ ਦੇ ਉਪ ਮੁੱਖ ਮੰਤਰੀ ਨੂੰ ਜੇ ਇਸ ਗੱਲ ਦਾ ਫਿਕਰ ਹੈ ਕਿ ਮੇਰੀ ਬੱਲੇ ਬੱਲੇ ਹੋਣੀ ਚਾਹੀਦੀ ਹੈ, ਸਰਕਾਰ ਦੇ ਖਾਤੇ 'ਚ ਭਾਵੇਂ ਗਿਣ ਕੇ 6.5 ਕਰੋੜ ਰੁਪਈਆ ਫੜਾ ਦਿਓ, ਕੋਈ ਗੱਲ ਨਹੀਂ, ਪਰ ਲੋਕਾਂ ਦੇ ਵਿੱਚ ਇੱਕ ਵਾਰੀ ਬਹਿ ਜਾ ਹੋ ਜਾਏ, ਫਿਰ ਤਾਂ ਲੋਕੀ ਬਚੇ ਪਏ ਆ। ਨਹੀਂ ਬਚੇ ਪਏ। ਦੇਖੋ ਬਾਠ ਸਾਹਿਬ, ਇਹ ਮੈਂ ਤੁਹਾਡਾ ਇਤਰਾਜ਼ ਬਿਲਕੁਲ ਜਾਇਜ਼ ਸਮਝਦਾ, ਪਰ ਦੇਖੋ ਕਰੀਏ ਕੀ। ਕਾਰਨ ਇਹ ਹੈ ਵੀ ਜਿਹੜੀ ਚੀਜ਼ ਕੰਨ ਦੇ ਕੋਲ ਕਰਕੇ ਵੱਜੂਗੀ, ਉਹ ਭਾਵੇਂ ਚਪੇੜ ਹੋਵੇ, ਭਾਵੇਂ ਸਪੀਕਰ ਹੋਵੇ, ਭਾਵੇਂ ਡੰਡਾ ਹੋਵੇ,
ਅਸਰ ਉਹਨੇ ਕਰਨਾ। ਆਹ ਹੁਣ ਜੇ ਲੋਕ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਇੱਧਰ ਉੱਧਰ ਪ੍ਰਭਾਵ 'ਚ ਆ ਗਏ, ਕੋਈ ਤੁਹਾਡੇ ਵਰਗੇ ਟੀਵੀ ਚੈਨਲ ਤੋਂ ਸੁਣ ਕੇ ਆਖਿਆ ਵੀ ਨਹੀਂ ਯਾਰ ਸਰਕਾਰ ਨੇ ਆਹ ਗਲਤ ਕੀਤਾ, ਆਹ ਗਲਤ ਕੀਤਾ, ਆਹ ਗਲਤ ਕੀਤਾ, ਫਿਰ ਤੇ ਸਾਡੀ ਕੋਈ ਗੱਲ ਨਾ ਚੱਲੀ। ਹੁਣ ਦੇਖੋ 6.5 ਕਰੋੜ ਰੁਪਏ ਦਾ ਠੇਕਾ ਦਿਆਂਗੇ, ਹੁਣ 6.5 ਕਰੋੜ ਰੁਪਏ ਕਿਤੇ ਮੁੰਡਿਆਂ ਨੇ ਸਾਰਾ ਸੋਸ਼ਲ ਮੀਡੀਆ ਤੇ ਥੋੜਾ ਲਾ ਦੇਣਾ, ਸਮਝਿਆ ਕਰੋ। ਫਿਰ ਕੋਈ 100 ਗੱਲਾਂ ਹੁੰਦੀਆਂ ਨੇ, ਕੋਈ ਪ੍ਰੋਜੈਕਟ ਨਵਾਂ ਵਿੱਢਾਂਗੇ, ਹੋਰ ਕੁਝ ਨਹੀਂ, ਉੱਥੇ ਤੇ ਸੜਕ ਦੀ ਪੁਲੀ ਬਣਾਉਣ ਬਹਿ ਜਾਈਏ ਤੇ ਉਹ 'ਚੋਂ ਵੀ ਕਈ ਕੁਝ ਬਣ ਜਾਂਦਾ। ਇਹ ਤੇ ਸੁੱਖ ਨਾਲ ਫਿਰ 6.5 ਕਰੋੜ ਰੁਪਈਆ ਇੱਕ ਤਾਂ ਉਹ ਮਸਲਾ ਹੱਲ ਹੋ ਗਿਆ, ਤੁਸੀਂ ਸਮਝ ਸਕਦੇ ਨਾ, ਮੈਂ ਖੁੱਲ੍ਹ ਕੇ ਨਹੀਂ ਕਹਿ ਰਿਹਾ ਤੁਹਾਨੂੰ। ਦੂਜੀ ਚੀਜ਼ ਇਹ ਹੈ ਕਿ ਵੀ ਦੇਖੋ ਇਹ ਸਾਰਾ ਕੁਝ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਖਿਲਰੂਗਾ, ਕੱਲ੍ਹ ਨੂੰ ਕੋਈ ਇੱਧਰੋਂ ਉੱਧਰੋਂ ਖੱਬਿਓਂ ਸੱਜਿਓਂ ਕੋਈ ਵਿਰੋਧੀ ਤੇ ਰੱਖ ਜੀ ਤੁਸੀਂ ਕੀਤਾ ਕੀ, ਉਹ ਕਹਿੰਦੇ ਹੋਰ ਕੁਝ ਕੀਤਾ ਚਾਹੇ ਨਹੀਂ ਕੀਤਾ, ਟਵੀਟ ਤੇ ਹੋਏ ਕਿ ਨਹੀਂ, ਸਾਡੀਆਂ ਭਾਵਨਾਵਾਂ ਤੇ ਗਈਆਂ ਕਿ ਨਹੀਂ, ਲੋਕਾਂ ਨੂੰ ਦੱਸਿਆ ਤਾਂ ਹੈ ਕਿ ਨਹੀਂ ਵੀ ਇੱਦਾਂ ਕੀਤਾ ਤੇ ਇੱਦਾਂ ਨਹੀਂ ਕੀਤਾ। ਹੁਣ ਇਹ ਸਾਰੇ ਕੁਝ ਦੇ ਵਿੱਚ ਜੇ ਉਹ ਅਸੀਂ ਉਹ ਪ੍ਰਬੰਧ ਕਰ ਰਹੇ ਹਾਂ ਤੇ ਤੁਸੀਂ ਇਤਰਾਜ਼ ਇਹ ਕਰਨ ਲੱਗ ਪਏ ਵੀ ਯਾਰ ਅਸੀਂ ਲੋਕਾਂ ਨੂੰ ਦੱਸ ਵੀ ਕਿਉਂ ਰਹੇ ਹਾਂ, ਕਿਸ ਤਰ੍ਹਾਂ ਦੇ ਤੁਸੀਂ ਪੱਤਰਕਾਰ ਹੋ? ਨਹੀਂ, ਮੈਂ ਤੁਹਾਡੀ ਗੱਲ ਮੰਨ ਲਈ, ਅਸੀਂ ਇਤਰਾਜ਼ ਨਹੀਂ ਕਰ ਰਹੇ। ਮੈਨੂੰ ਤਾਂ ਪੰਜਾਬ, ਮੈਂ ਤਾਂ ਤੁਸੀਂ ਚੰਗੇ ਬੜੇ ਲੱਗਣ ਲੱਗ ਪਏ ਪੰਜਾਬ ਦੇ, ਇਸ਼ਕ ਉੱਠ ਰਿਹਾ ਤੁਹਾਨੂੰ ਵਾਰ-ਵਾਰ। ਨਹੀਂ, ਮੈਂ ਇਦਾਂ ਦੀ ਗੱਲ ਵੀ ਨਹੀਂ ਕਹਿੰਦਾ, ਉਹ ਤਾਂ ਤੁਹਾਨੂੰ ਇਲੈਕਸ਼ਨ ਲਾ ਕੇ ਜਾ ਕੇ ਵੋਟਰਾਂ ਨੂੰ ਉੱਠਦਾ ਹੁੰਦਾ ਤੇ ਉਹ ਥੋੜੇ 1.5 ਮਹੀਨੇ ਦਾ ਹੁੰਦਾ। ਕੋਡ ਆਫ ਕੰਡਕਟ ਬਾਅਦ ਚ ਲੱਗਦਾ, ਤੁਹਾਨੂੰ ਇਸ਼ਕ ਪਹਿਲਾਂ ਵੋਟਰਾਂ ਨਾਲ ਉੱਠ ਪੈਂਦਾ, ਬਹੁਤ ਜ਼ਿਆਦਾ ਹੁੰਦਾ ਉਦੋਂ ਤੇ ਧਰਨਾ ਜੀ ਕਰਦਾ ਮੈਂ ਪਿੰਡਾਂ 'ਚ ਜਾਵਾਂ, ਮੈਂ ਉਹਨਾਂ ਗਲੀਆਂ ਕੱਚੀਆਂ ਦੇ ਵਿੱਚ ਖੇਡਾਂ, ਖੇ ਸਿਰ 'ਚ ਪਵੇ, ਇੱਧਰੋਂ ਕਿਸੇ ਦਾ ਨਿਆਣਾ ਚੁੱਕ ਲਵਾਂ, ਛੱਪੜ ਦੇ ਵਿੱਚ ਵੜ ਕੇ ਕਾਹੀ ਪਰੇ ਕਰਾਂ, ਹਾਏ ਹਾਏ ਹਾਏ, ਬੀਬੀ ਨੂੰ ਕਹਾਂ ਤੂੰ ਲਵਾਂਡਾ ਰੱਖ ਕੇ ਤਸਲਾ ਰੱਖ ਕੇ ਪਰੇ ਹੋ ਜਾ, ਤੇਰੀਆਂ ਪਾਥੀਆਂ ਪੱਥਾਂ ਤੂੰ ਐ ਕਰ, ਗੋਹੇ ਵਾਲੇ ਮਤਲਬ ਹੱਥਾਂ ਨਾਲ ਹੀ 2 ਰੋਟੀਆਂ ਲਾ ਦੇ, ਮੈਂ ਤੇਰੇ ਕੋਲ ਬਹਿ ਕੇ ਖਾ ਲਾਂ, ਪਰ ਵੋਟ ਪਾ ਦੀ ਕਿਸੇ ਤਰੀਕੇ। ਇਹ ਗੱਲ ਕਹਿਣੀ ਜ਼ਰੂਰ ਹੈ। ਬਾਪੂ ਉਹੀ ਮਤਲਬ ਜਿਹਨੂੰ ਹੋ ਸਕਦਾ ਵੀ ਮੈਂ ਜਾਣਾ ਨਾ ਪਛਾਣਾ ਨਾ, ਉਹਦਾ ਖੂੰਡਾ ਆ ਫੜਨਾ, ਬਾਪੂ ਨਾਲ ਰੱਖ ਮੇਰੇ ਮੋਢੇ ਤੇ ਹੱਥ ਨੂੰ ਘਰ ਛੱਡ ਕੇ ਆਵਾਂ, ਵਾਹ ਵਾਹ ਵਾਹ, ਹੈ ਨਾ, ਫਿਰ ਕਵਾਂ ਬਾਪੂ ਦੇ ਅਸੀਸਾਂ ਪਰ ਵੋਟ ਪਾਈ। ਹਾਂ, ਨਹੀਂ ਪਾਥੀਆਂ ਵਾਲੇ ਟੋਕਰੇ ਨੂੰ ਬੇਬੇ ਆਪ ਹੱਥ ਪਵਾਵਾਂ, ਮੱਝ ਨੂੰ ਖੁੰਡੇ ਤੋਂ ਖੋਲ ਕੇ ਅੰਦਰਲੇ ਪਾਸੇ ਆਪ ਸੰਗਲ ਹੱਥ ਦੇ ਵਿੱਚ ਫੜ ਕੇ ਆਪ ਅੰਦਰ ਬੰਨਾ ਤੇ ਮੁੜ ਕੇ ਪਿੱਠ ਤੇ ਹੱਥ ਫੇਰ ਕੇ ਬਾਹਰਲੇ ਪਾਸੇ ਨਾ ਆਵਾਂ ਕਿ ਲਵੇਰਾ ਬੜਾ ਵਧੀਆ ਵੀ ਕਮਾਲ। ਚਲੋ ਇਹ ਚੀਜ਼ਾਂ ਨੇ ਸਾਡੀਆਂ, ਐਵੇਂ ਤੁਸੀਂ ਸਾਨੂੰ ਬਦਨਾਮ ਨਾ ਕਰਿਆ ਕਰੋ ਬਾਟ ਸਾਹਿਬ। ਇੱਕ ਮਿੰਟ ਯਾਰ, ਦਵਾਈ ਤੇ ਫਿਰ ਮੇਰੇ ਦਿਮਾਗ ਪਤਾ ਨਹੀਂ ਹੁਣੇ ਸੂਈ ਅੜ ਗਈ। ਤੁਸੀਂ ਹੁਣੇ ਗੱਲ ਕਰਦੇ ਨੇ ਆਪਾਂ ਵੀ ਉਹ ਡਾਕਟਰ ਸਾਹਿਬ ਕਹਿੰਦੇ ਆ ਵੀ ਯਾਰ ਦਵਾਈ ਜਿਹੜੀ ਆ ਉਹ ਇੱਕ ਤੋਂ ਵੱਧ ਬੰਦਿਆਂ ਦੀ ਹੁੰਦੀ, ਇਸ ਕਰਕੇ ਉਹ ਖਰਾਬ ਹੋਣ ਦਾ ਡਰ ਹੈ। ਹੁਣ ਮੈਨੂੰ ਨਹੀਂ ਪਤਾ ਵੀ ਕਿਹੜਾ ਸਿਆਣਾ ਕਿਹੜਾ ਗਲਤ ਹੈ। ਕੁਦਰਤੀ ਮੈਨੂੰ ਯਾਦ ਆ ਗਿਆ, ਜਦੋਂ ਆਪਾਂ ਇੱਥੇ ਉਹ ਵੈਕਸੀਨੇਸ਼ਨ ਕਰਵਾਉਣ ਗਏ, ਆਪਾਂ ਨੂੰ ਉੱਥੇ 1.5 ਘੰਟਾ ਬਿਠਾਇਆ ਉਹਨਾਂ ਨੇ। ਉੱਥੇ ਵਾਰ-ਵਾਰ ਇੱਕ ਭਾਈ ਸਾਹਿਬ ਆਉਂਦੇ ਸੀ, ਉਹ ਬੰਦੇ ਗਿਣਦਾ ਸੀ। ਓਕੇ ਜੀ, ਕਿੰਨੇ ਹੋ ਗਏ? 6। ਠੀਕ ਹੈ ਜੀ 6। ਮੈਂ ਕਿਹਾ ਵੀ ਇਹ 6 ਕੀ ਕਰਦਾ? ਉੱਥੇ ਕੁਦਰਤੀ ਜਿਹੜੇ ਪੰਜਾਬੀ ਭੈਣ ਜੀ ਸੀ, ਉਹਨਾਂ ਨੇ ਪੁੱਛਿਆ, ਮੈਂ ਕਿਹਾ ਜੀ ਇਹ ਭੈਣ ਜੀ ਚੱਕਰ ਕੀ ਹੈ? ਉਹ ਕਹਿੰਦੇ ਚੱਕਰ ਇਹ ਹੈ ਕਿ ਦਵਾਈ ਉਸੇ ਤਰ੍ਹਾਂ ਹੀ ਆਉਂਦੀ ਹੈ, ਉਹ ਕਿਉਂਕਿ ਠੰਡੀ ਲੱਗੀ ਹੁੰਦੀ ਆ, ਉਹਨੂੰ ਥੋੜ੍ਹਾ ਜਿਹਾ ਟੈਂਪਰੇਚਰ ਉਹਦਾ ਸਹੀ ਕਰਨ ਦੇ ਲਈ ਸਾਨੂੰ ਉਹ ਕੱਢਣੀਆਂ ਪੈਂਦੀਆਂ, ਤੇ ਅਸੀਂ ਓਨੀਆਂ ਹੀ ਉਹਦੇ ਵਿੱਚੋਂ ਕੱਢਦੇ ਹਾਂ ਜਿੰਨੇ ਬੰਦੇ ਸਾਡੇ ਕੋਲੇ ਸੈਂਟਰ 'ਚ ਟੀਕਾ ਲਵਾਉਣ ਨੂੰ ਬੈਠੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਇੱਕ ਡੱਬੇ ਦੇ ਵਿੱਚ ਮੰਨ ਲਓ 100 ਆ, 100 'ਚ ਉਹਨਾਂ ਨੇ 5 ਹੀ ਕੱਢਣੀਆਂ, ਇਹਦਾ ਮਤਲਬ 95 ਐਜ਼ ਇਟ ਇਜ਼ ਸੇਫ ਨੇ। ਤੇ ਜੇ ਜਿੱਦਾਂ ਆਪਾਂ ਗੱਲ ਕਰਦੇ ਵੀ ਉਹ ਭਾਈ ਸਾਹਿਬ ਨੇ ਇੱਕ ਵੈਲ ਇੱਕ ਡਾਕਟਰ ਸਾਹਿਬ ਨੇ ਫੜੀ ਆ, ਦੂਜੀ ਉਹ ਰੇੜੀ ਜੀ ਤੇ ਰੱਖੀ ਆ, ਤੀਜੀ ਇੱਕ ਨਰਸ ਨੇ ਜੇਬ 'ਚ ਪਾਈ ਆ, ਇੱਕ ਟੀਕਾ ਉਹ 'ਚੋਂ ਭਰ ਕੇ ਲਾਤਾ, 2 ਬੂੰਦਾਂ ਉਹਨੂੰ ਕਿਤੇ ਵੱਧ ਲੱਗ ਗਈਆਂ। ਜੇ ਤੇ ਇਦਾਂ ਦੀ ਵੈਕਸੀਨੇਸ਼ਨ ਹੋਣ ਡਈ ਹੈ ਜਾਂ ਆਉਣ ਵਾਲੇ ਟਾਈਮ 'ਚ ਕਰਨੀ ਆ, ਦੇਖੋ ਸੰਧਾਲੀਆ ਸਾਹਿਬ ਗੱਲ ਪਤਾ ਕੀ ਹੈ, ਭਾਰਤ ਦੀਆਂ ਕਈ ਵੱਖਰੀਆਂ ਸਮੱਸਿਆਵਾਂ। ਤੁਸੀਂ ਹੋ ਗਏ ਆਣ ਕੇ ਕੈਨੇਡੀਅਨ। ਨਹੀਂ, ਮੈਂ ਕੈਨੇਡੀਅਨ ਨਹੀਂ, ਮੈਂ ਤਾਂ ਗੁਣ ਗਾਉਣ ਡਿਆ ਤੁਹਾਡੇ ਦੇਸ਼ ਦੇ, ਤੁਸੀਂ ਤਾਂ ਪੁਰਾਣੇ ਕੈਨੇਡਾ ਆਏ ਹੋ, ਤਾਂ ਗੋਰੇ ਵੀ ਨਹੀਂ ਇੱਥੇ ਜਦੋਂ ਤੁਸੀਂ ਆਏ ਹੋ। ਨਹੀਂ ਠੀਕ ਹੈ, ਅੱਛਾ ਕੈਨੇਡਾ ਦੇ ਕਿਤੇ ਨਿਸ਼ਾਨਦੇਹੀ ਮੈਂ ਤਾਂ ਨਹੀਂ ਕੀਤੀ ਜਰੀਬ ਫੜ ਕੇ। ਸੰਧਾਲੀਆ ਸਾਹਿਬ ਗੱਲ ਪਤਾ ਕੀ ਹੈ, ਗੱਲ ਇਹ ਹੈ ਕਿ ਉੱਥੇ ਤੇ ਇੱਥੇ 'ਚ ਫਰਕ ਹੈ। ਇੱਥੇ ਲੋਕ ਅਪਾਇੰਟਮੈਂਟ ਲੈ ਕੇ ਆਉਂਦੇ ਆ ਕਿ ਆਪ ਦੱਸਦੇ ਕਿ ਭਾਈ ਆਓ, ਤੇ ਲੋਕਾਂ 'ਚ ਉਤਸ਼ਾਹ ਆ ਕਿ ਆਪਾਂ ਟੀਕਾ ਲਵਾਈਏ। ਉੱਥੇ ਕਈ ਇਲਾਕਿਆਂ ਦੇ ਵਿੱਚ ਤਾਂ ਇਦਾਂ ਵੀ ਆ ਕਿ ਭਾਈ ਡਾਕਟਰ ਉਡੀਕਦੇ ਆ ਕਿ ਭਾਈ ਕੋਈ ਟੀਕਾ ਲਵਾ ਜਾਓ, ਕਿਉਂਕਿ ਵਹਿਮ ਬਹੁਤ ਤਰ੍ਹਾਂ ਦੇ ਫੈਲੇ ਹੋ ਆ, ਬਹੁਤ ਤਰ੍ਹਾਂ ਦੇ ਰੌਲੇ ਪਏ ਹੋ ਆ। ਇਸ ਕਰਕੇ ਜੇ 2 ਬੰਦੇ ਆ ਗਏ, ਮੰਨ ਲਓ 10 ਬੰਦਿਆਂ ਦੀ ਦਵਾਈ ਆ, ਜੇ ਆਪਾਂ ਮੰਨ ਕੇ ਚੱਲਦੇ ਇਦਾਂ ਹੀ 2 ਬੰਦਿਆਂ ਨੂੰ ਮਨਾ ਥੋੜੀ ਕਰ ਸਕਦੇ ਆ ਕਿ ਭਾਈ ਤੁਹਾਡੇ ਅਸੀਂ ਟੀਕਾ ਨਹੀਂ ਲਾਉਣਾ ਜਾਂ ਕੱਲ੍ਹ ਨੂੰ ਆਇਓ, ਕੀ ਪਤਾ ਕੱਲ੍ਹ ਨੂੰ ਵੀ 10 ਹੋਣ ਕਿ ਨਾ ਹੋਣ। ਜਾਣੀ ਵੱਖਰੇ ਤਰ੍ਹਾਂ ਦੀ ਸਮੱਸਿਆ। ਅਸੀਂ ਜਿਨ੍ਹਾਂ ਨੇ ਉਹ ਦਵਾਈ ਬਣਾਈ ਆ ਕਿਸੇ ਦੇ ਉੱਤੇ ਕੋਈ ਸ਼ੱਕ ਸ਼ੁਬਾ ਨਹੀਂ ਕਰਦੇ, ਪਰ ਜਿੰਨੀ ਛੇਤੀ ਹੋ ਸਕਦਾ ਚੰਗੇ ਤਰੀਕੇ ਦੇ ਨਾਲ ਪ੍ਰੋਗਰਾਮ ਅੱਗੇ ਵਧਾਉਣਾ ਚਾਹੀਦਾ। ਤੇ ਸੰਧਾਲੀਆ ਸਾਹਿਬ ਇੱਕ ਗੱਲ ਹੋਰ, ਇੱਕ ਨਾ ਤੁਸੀਂ 2 ਕਰੋ। ਅੱਛਾ 2 ਮੈਂ ਇਸ ਕਰਕੇ ਕਰਨ ਲੱਗਾ ਸੀ ਕਿ ਜਿਹੜਾ ਇਸ ਵੇਲੇ ਦਵਾਈ ਦਾ ਰਫੜ ਪਿਆ ਕਿ ਸੂਬਿਆਂ ਨੂੰ ਵੀ ਪੈਸੇ ਖਰਚਣੇ ਪੈਣੇ ਆ, ਕੇਂਦਰ ਨੂੰ ਵੀ ਪੈਸੇ ਖਰਚਣੇ ਪੈਣੇ ਆ, ਕੇਂਦਰ ਦੇ ਉੱਤੇ ਪ੍ਰੈਸ਼ਰ ਵੱਧ ਰਿਹਾ ਕਿ ਭਾਈ ਤੁਸੀਂ ਵਿਦੇਸ਼ਾਂ 'ਚੋਂ ਭਾਵੇਂ ਦਵਾਈ ਖਰੀਦ ਕੇ ਲਿਆਓ ਪਰ ਕੋਵਿਡ ਰੋਕੋ। ਹੁਣ ਇੱਕ ਵੱਖਰੇ ਤਰ੍ਹਾਂ ਦਾ ਡਾਟਾ ਨਿਕਲ ਕੇ ਸਾਹਮਣੇ ਆਇਆ। ਸਾਡੇ ਇੱਥੇ ਵੈਂਟੀਲੇਟਰਾਂ ਦਾ ਰਫੜ ਹੈ, ਆਕਸੀਜਨ ਦਾ ਰਫੜ ਹੈ, ਹਸਪਤਾਲਾਂ ਦਾ ਰਫੜ ਹੈ, ਮੰਜਿਆਂ ਬਿਸਤਰਿਆਂ ਦਾ ਰਫੜ ਹੈ, ਸਾਰੀ ਚੀਜ਼ ਦਾ ਰਫੜ ਹੈ ਕਿ ਭਾਈ ਪੈਸੇ ਨਹੀਂ ਹੈਗੇ ਲੋਕਾਂ ਦੇ ਕੋਲੇ। ਸਰਕਾਰ ਦਵਾਈਆਂ ਕਿਉਂ ਨਹੀਂ ਖਰੀਦਦੀ ਜਾਂ ਕਿੱਧਰਲੇ ਪਾਸੇ ਨੂੰ ਗੱਲ। ਹੁਣ ਪਤਾ ਲੱਗਿਆ ਕਿ ਪਿਛਲੇ 6 ਸਾਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਜਿਹੜੇ ਇਸ਼ਤਿਹਾਰ ਦਿੱਤੇ ਨੇ, ਜਿਹੜੀ ਐਡਵਰਟਾਈਜ਼ਮੈਂਟ ਕੀਤੀ ਆ ਕਿ ਅਸੀਂ ਆਹ ਕੰਮ ਕੀਤੇ ਆ ਜਾਂ ਕਰਨੇ ਆ, ਰੋਜ਼ ਦੇ ਪਤਾ ਕਿੰਨੇ ਪੈਸੇ ਬਣਦੇ ਆ? 36 ਲੱਖ ਰੁਪਈਆ ਰੋਜ਼ ਦਾ।
ਜਾਣੀ ਕਿ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਐਜ਼ ਏ ਦਿੱਲੀ ਦੇ ਚੀਫ ਮਿਨਿਸਟਰ 36 ਕੁ ਲੱਖ ਰੁਪਈਆ ਰੋਜ਼ ਦਾ ਇਸ਼ਤਿਹਾਰਾਂ ਦੇ ਉੱਤੇ ਖਰਚਿਆ। ਠੀਕ ਹੈ, ਤੁਸੀਂ ਆਖੋਗੇ ਕਿ ਭਾਈ ਲੋਕਾਂ ਤੱਕ ਜਾਣਕਾਰੀਆਂ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ, ਪਰ 36 ਲੱਖ ਦਾ ਭਾਵ ਤੁਸੀਂ ਦੇਖੋ ਕੀ ਹੈ ਕਿ ਮੇਰਾ ਖਿਆਲ ਆ ਕਿ 3 ਕੁ ਲੱਖ ਦਾ ਵੈਂਟੀਲੇਟਰ ਬਣ ਜਾਂਦਾ ਠੀਕ ਠਾਕ, ਤੇ 12 ਵੈਂਟੀਲੇਟਰ ਰੋਜ਼ ਦੇ, ਵੈਸੇ ਹੀ ਗੱਲ ਕਰ ਰਹੇ ਹਾਂ। ਉਹਦੇ ਤੋਂ ਬਾਅਦ ਅੱਗੇ ਆ ਜਾਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਦੋਂ ਦਾ ਕੰਮਕਾਰ ਸਾਂਭਿਆ ਦੇਸ਼ ਦਾ, ਤੇ ਪਿਛਲੇ ਸਾਲ ਦੇ ਮਾਰਚ ਤੱਕ ਦੇ ਅੰਕੜੇ ਨੇ 2020 ਮਾਰਚ ਤੱਕ ਦੇ ਰੁਪਈਏ ਜਦੋਂ ਐਵਰੇਜ ਕੱਢੀ ਗਈ ਤਾਂ ਰੋਜ਼ ਦਾ 3 ਕਰੋੜ ਬਣਦਾ ਹੈ ਮਸ਼ਹੂਰੀਆਂ ਦਾ, 3.25 ਕਰੋੜ ਹੀ ਮਸ਼ਹੂਰੀਆਂ ਦਾ ਕਿ ਜਿਹੜਾ ਇਸ਼ਤਿਹਾਰਬਾਜ਼ੀ ਕੀਤੀ। ਹੁਣ ਤੁਸੀਂ ਦੇਖੋ ਕਹਾਣੀ ਕੀ ਹੈ ਕਿ ਜੇ ਆਪਾਂ ਰੋਜ਼ ਦਾ 3 ਕਰੋੜ ਲਾ ਲਈਏ ਤਾਂ 1.25 ਕਰੋੜ ਰੁਪਈਏ ਦੇ ਨਾਲ ਆਕਸੀਜਨ ਦਾ ਪਲਾਂਟ ਲੱਗਦਾ ਹੈ। ਇਹਦਾ ਮਤਲਬ ਹੈ ਕਿ ਰੋਜ਼ ਦੇ 2.5 ਆਕਸੀਜਨ ਦੇ ਪਲਾਂਟ ਲੱਗਦਾ ਸਕਦੇ ਸੀ ਜੇ ਆਪਾਂ ਇਸ਼ਤਿਹਾਰਬਾਜ਼ੀ ਨਾ ਕਰਦੇ। ਹੋਰ ਦੇਖੋ, ਰੋਜ਼ ਦੇ ਘੱਟੋ ਘੱਟ 100 ਵੈਂਟੀਲੇਟਰ ਭਾਰਤ ਦੇ ਵਿੱਚ ਸਿਰਫ ਉਹ ਇਸ਼ਤਿਹਾਰਬਾਜ਼ੀ ਦਾ ਖਰਚਾ ਰੋਕ ਕੇ ਲਿਆਂਦੇ ਜਾ ਸਕਦੇ ਸੀ। ਹੋਰ ਦੇਖੋ, 3 ਕਰੋੜ ਪ੍ਰਧਾਨ ਮੰਤਰੀ ਸਾਹਿਬ ਦਾ, ਜੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਖਰਚੇ ਵੀ ਰਲਾ ਲਈਏ ਵਿੱਚੇ ਕੇਜਰੀਵਾਲ ਸਾਹਿਬ ਸਾਰੇ, ਤਾਂ 18 ਕਰੋੜ ਤੱਕ ਅੱਪੜਦੀ ਹੈ ਗੱਲ ਜਾ ਕੇ। ਜਾਣੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ, ਸੂਬਿਆਂ ਦੇ ਮੁੱਖ ਮੰਤਰੀ ਸਾਹਿਬ, ਜਿਹਦੇ ਵਿੱਚ ਕਾਂਗਰਸੀ ਮੁੱਖ ਮੰਤਰੀ ਵੀ, ਆਪ ਦੇ ਮੁੱਖ ਮੰਤਰੀ ਵੀ, ਭਾਜਪਾ ਦੇ ਮੁੱਖ ਮੰਤਰੀ ਵੀ, ਖੇਤਰੀ ਪਾਰਟੀਆਂ ਦੇ ਮੁੱਖ ਮੰਤਰੀ ਵੀ, ਜਾਣੀ ਕਿ 18 ਕਰੋੜ। ਤੇ 18 ਕਰੋੜ ਦਾ ਹਿਸਾਬ ਕਿਤਾਬ ਕੀ ਹੈ ਕਿ ਰੋਜ਼ ਦੇ ਫਿਰ ਘੱਟੋ ਘੱਟ 18 ਕਹਿ ਰਿਹਾ ਵਧਣੇ ਆ ਕਿ ਰੋਜ਼ ਦੇ 15-16 ਆਕਸੀਜਨ ਦੇ ਪਲਾਂਟ ਲੱਗ ਸਕਦੇ ਸੀ, ਤੇ ਜਿਹੜੇ ਵੈਂਟੀਲੇਟਰ ਆ ਉਹਨਾਂ ਦੀ ਤਾਂ ਸੰਖਿਆ ਹੀ ਕੋਈ ਨਹੀਂ। ਤੇ ਇਹਦੇ ਵਿੱਚੋਂ ਅਜੇ ਉਹ ਸਾਰੇ ਇਸ਼ਤਿਹਾਰ ਕੱਢੇ ਹੋਆ ਜਿਹੜੇ ਬਹੁਤ ਜ਼ਰੂਰੀ ਆ, ਕੋਈ ਸਰਕਾਰੀ ਨੋਟੀਫਿਕੇਸ਼ਨ ਹੋਣ, ਕੋਈ ਸਰਕਾਰੀ ਗਜ਼ਟ ਹੋਵੇ ਜਿਹਦੀ ਜਾਣਕਾਰੀ ਲੋਕਾਂ ਤੱਕ ਜਾਣੀ ਬਹੁਤ ਜ਼ਰੂਰੀ ਹੈ। ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਬਾਰ-ਬਾਰ ਗੱਲ ਕਰਦੇ ਸੀ ਨਾ ਕਿ ਵੱਡੀਆਂ ਪ੍ਰਧਾਨ ਮੰਤਰੀ ਸਾਹਿਬ ਦੀ ਜਾਂ ਮੁੱਖ ਮੰਤਰੀ ਸਾਹਿਬ ਦੀ, ਪੰਜਾਬ ਵਾਲਿਆਂ ਦੀ ਲਾ ਲਓ, ਦਿੱਲੀ ਵਾਲਿਆਂ ਦੀ ਲਾ ਲਓ, ਹਰਿਆਣੇ ਦੀ ਲਾ ਲਓ, ਵੱਡੀ ਸਾਰੀ ਫੋਟੋ ਲਾ ਕੇ ਅੱਧੇ ਪੇਜ ਤੇ ਫੋਟੋ ਨਾਲ ਇੱਕ ਪਾਸੇ ਲਿਖਿਆ ਹੋਣਾ ਅਸੀਂ ਆਹ ਕੀਤਾ, ਅਸੀਂ ਸਾਈਕਲ ਦਿੱਤੇ, ਅਸੀਂ ਘੜੀਆਂ ਦਿੱਤੀਆਂ, ਅਸੀਂ ਮੋਬਾਈਲ ਦਿੱਤੇ, ਅਸੀਂ ਦਾਲ ਦਿੱਤੀ। ਉਹ ਭਲਿਓ ਲੋਕੋ ਜਿਹੜੀ ਚੀਜ਼ ਦੇਤੀ ਉਹ ਤਾਂ ਦਿੱਤੀ ਜਾ ਚੁੱਕੀ ਹੈ, ਜਿਹਨੂੰ ਦਿੱਤੀ ਉਹਨੂੰ ਪਤਾ ਹੀ ਹੈ, ਉਹਨੂੰ ਬਾਰ-ਬਾਰ ਫੋਟੋ ਲਾ ਕੇ ਦੱਸਣ ਦਾ ਕੀ ਫਾਇਦਾ। ਪਰ ਸੰਧਾਲੀਆ ਸਾਹਿਬ ਇਸ ਵੇਲੇ ਸਾਰੇ ਮੁੱਖ ਮੰਤਰੀ ਸਮੇਤ ਪ੍ਰਧਾਨ ਮੰਤਰੀ ਸਾਹਿਬ ਜੇ ਇੰਨੇ ਕਰੋੜ ਰੁਪਈਆ ਰੋਜ਼ ਦਾ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚਿਆ ਜਾਂਦਾ ਰਿਹਾ, ਤਾਂ ਜੇ ਕਿਤੇ ਪਿਛਲੇ 14 ਮਹੀਨਿਆਂ ਦੇ ਵਿੱਚ ਉਹ ਸਾਰੇ ਰੁਪਈਏ ਵਿਦੇਸ਼ਾਂ ਤੋਂ ਦਵਾਈ ਮੰਗਵਾਉਣ ਤੇ, ਵੈਂਟੀਲੇਟਰ ਇੰਸਟਾਲ ਕਰਾਉਣ ਦੇ ਉੱਤੇ, ਆਕਸੀਜਨ ਦੇ ਪਲਾਂਟ ਲਾਉਣ ਦੇ ਉੱਤੇ ਲਾਏ ਹੁੰਦੇ ਤਾਂ ਸ਼ਾਇਦ ਸੈਂਕੜੇ ਜਾਨਾਂ ਬਚਦੀਆਂ। ਇਹ ਬਚ ਸਕਦੀਆਂ ਸੀ, ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਦੇਖੋ, ਜਿਹੜੀ ਗੱਲ ਤੁਸੀਂ ਦੱਸ ਰਹੇ WhatsApp ਇਹਦੇ ਨਾਲ ਆਉਂਦਾ ਅੱਧਾ ਕੁ ਹੌਕਾ, ਮਤਲਬ ਜੇ ਕੋਈ ਕਮਜ਼ੋਰ ਦਿਲ ਵਾਲਾ ਤੇ ਹੋ ਸਕਦਾ ਫੁੜਕ ਵੀ ਜਾਵੇ, ਪਰ ਅੱਧਾ ਕੁ ਹੌਕਾ ਬੰਦਾ ਲੈ ਜਾਂਦਾ ਵੀ ਮਤਲਬ ਆਹ ਦੇਖੋ ਵੀ ਕੀ ਚੱਲ ਰਿਹਾ। ਪਰ ਜੇ ਤੁਸੀਂ ਇਹਨੂੰ ਵੈਸੇ ਦੇਖ ਲਓ, ਇਹ ਤਾਂ ਇਕੱਲਾ ਹੋ ਗਿਆ ਨਾ ਮਸ਼ਹੂਰੀਆਂ ਵਾਲਾ ਖਰਚਾ। ਤੁਹਾਡੇ ਵਾਲੇ ਪਾਸੇ ਆ ਕੇ ਨਹੀਂ, ਮੈਂ ਅੱਜ ਤੁਹਾਡੇ ਵਾਲੇ ਪਾਸੇ ਹੀ ਯਾਰ, ਤੁਸੀਂ ਵੀ ਕੀ ਯਾਦ ਕਰੋਗੇ। ਮੈਨੂੰ ਲੱਗਦਾ ਪਾਰਟੀ ਹਾਰ ਗਈ ਹੋਣੀ ਜਿਹੜੇ ਵਿਰੋਧੀ ਧਿਰ। ਅਜੇ ਮੈਂ ਥੋੜਾ ਜਿਹਾ ਜੇ ਬਾਕੀ ਵਾਲੇ ਪਾਸੇ ਆ ਤਾਂ ਥੋੜਾ ਜਿਹਾ ਲੋਕਾਂ ਦੇ ਨੇੜੇ ਚੱਲੀ, ਵੋਟਾਂ ਆ ਰਹੀਆਂ ਨੇ ਜੀ। ਹੁਣ ਦੇਖੋ, ਪੋਲੀਟੀਕਲ ਬੰਦਿਆਂ ਦੀ ਜਿਹੜੀ ਸੁਰੱਖਿਆ ਆ ਉਹਦਾ ਖਰਚਾ ਜੀ, ਉਹਨਾਂ ਦੀਆਂ ਗੱਡਖਾਨਿਆਂ ਦਾ ਖਰਚਾ, ਉਹਨਾਂ ਨੂੰ ਸਰਕਾਰੀ ਰਿਹਾਇਸ਼ਾਂ ਦਾ ਖਰਚਾ, ਇੱਧਰ ਕਿੰਨੀਆਂ ਕੁ ਦਿੱਤੀਆਂ ਜਾਂਦੀਆਂ ਤੁਸੀਂ ਵੀ ਜਾਣਦੇ ਹੋ, ਹੁਣ ਤਾਂ ਲੋਕ ਵੀ ਜਾਣਨ ਲੱਗ ਪਏ। ਜੇ ਆਪਾਂ ਉਹ ਸਾਰੇ ਖਰਚੇ ਵੀ ਪਾ ਲਏ ਜਾਣ ਵੀ ਫਲਾਣੇ ਥਾਂ ਤੋਂ ਫਲਾਣੇ ਥਾਂ ਦੇ ਰੂਟ ਲਾ ਦਿਓ ਜੀ, ਅੱਜ ਫਲਾਣੇ ਸਾਹਿਬ ਨੇ ਉਧਰ ਦੀ ਲੰਘਣਾ, ਕਿੰਨੇ ਮੁਲਾਜ਼ਮ ਦਿਹਾੜੀ ਦੇ ਕਿੱਥੇ ਲਾਏ ਜਾਂਦੇ, ਉਹਨਾਂ ਨੂੰ ਵੀ ਤਾਂ ਮਹੀਨੇ ਬਾਅਦ ਤਨਖਾਹ ਮਿਲਦੀ ਹੈ। ਜੇ ਉਹਨਾਂ ਨੂੰ ਉੱਥੇ ਖੜਾ ਕਰਨ ਦੇ ਜਾਂ ਪੁਲੀ ਤੇ ਸਾਰਾ ਦਿਨ ਜਨਾਬ ਖਲੋ ਕੇ ਡੰਡਾ ਲੈ ਕੇ ਇਹੋ ਡੀਕਦੇ ਰਹਿਣ ਵੀ ਸਾਹਿਬ ਨੇ ਲੰਘਣਾ ਤੇ ਸਾਹਿਬ ਹੈਲੀਕਾਪਟਰ ਤੋਂ ਲੰਘ ਜਾਣ, ਉਹੋ ਹੀ ਬੰਦਾ ਕਿਤੇ ਕਿਸੇ ਗਰੀਬ ਦਾ ਜਾਂ ਕਿਸੇ ਦਾ ਕੋਈ ਜੇ ਘਰ 'ਚ ਕੋਈ ਮਾੜੀ ਚੰਗੀ ਘਟਨਾ ਵਾਪਰਦੀ ਸੀ, ਉੱਥੇ ਉਹ ਡਿਊਟੀ ਕਰ ਸਕਦਾ ਸੀ, ਉੱਥੇ ਕੰਮ ਆ ਸਕਦਾ ਸੀ। ਹੁਣ ਉਹ ਵਾਲੇ ਜਿਹੜੇ ਖਰਚੇ ਜੇ ਸਾਰੇ ਮਿਲਾ ਲਏ ਜਾਣ ਨਾ, ਜਿਹੜੀਆਂ ਜਿੰਨੀਆਂ ਮੈਨੂੰ ਪੰਜਾਬੀ 'ਚ ਫਜ਼ੂਲ ਖਰਚੀਆਂ ਕਹੂੰਗਾ, ਜਿਹੜੀਆਂ ਕਿ ਕੀਤੀਆਂ ਜਾਂਦੀਆਂ ਨੇ ਵੀ ਸਿਰਫ ਟੌਰ ਬਣਾਉਣ ਦੇ ਲਈ, ਉਹ ਜੇ ਖਰਚੇ ਮੰਨ ਲਓ ਰੋਕ ਲਿਆ ਜਾਵੇ ਨਾ, ਤੇ ਇਹ ਜਿਹੜਾ ਮੁਲਕ ਹੈ ਸੱਚੀ ਕਿਤੇ ਨਾ ਕਿਤੇ ਸੋਨੇ ਦੀ ਚਿੜੀ ਬਣ ਜਾਵੇ। ਹੋ ਸਕਦਾ ਗੋਰੇ ਹੋ ਕਾ ਲੈ ਜਾਣ ਵੀ ਤੁਹਾਡਾ ਭਲਾ ਹੋ ਜਾਏ, ਇੰਨੇ ਪੈਸੇ ਕਿੱਧਰ ਫੂਕੀ ਜਾਂਦੇ ਹੋਏ। ਨਹੀਂ, ਗੱਲ ਤਾਂ ਤੁਹਾਡੀ ਠੀਕ ਆ, ਜਿੰਨੇ ਕੁ ਤੁਸੀਂ ਖਰਚੇ ਗਣਾਤੇ ਆ, ਇਹ ਤਾਂ ਆਪਣੇ ਆਪ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਆਹ ਨੌਬਤ ਆਉਣੀ ਹੀ ਨਹੀਂ ਸੀ। ਫਿਰ ਤਾਂ ਆ ਲੋਕ ਜਿਹੜੇ ਲੇਲੜੀਆਂ ਕੱਢਦੇ ਫਿਰਦੇ ਆ, ਕਦੇ ਇੱਥੇ ਆਕਸੀਜਨ ਮੁੱਕ ਗਈ, ਕਦੇ 2 ਘੰਟੇ ਲੇਟ ਪਹੁੰਚੀ, ਕਦੇ 5 ਘੰਟੇ ਲੇਟ ਪਹੁੰਚੀ, ਕਦੇ ਕਿਸੇ ਨੂੰ ਬੈੱਡ ਨਹੀਂ ਮਿਲਿਆ। ਆ ਜਿਹੜੀ ਸਾਰੀ ਗੰਗਾ ਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਕਿ ਭਾਈ ਕਿਆ ਬਾਤਾਂ, ਗੰਗਾ ਦੇ ਕੋਲ ਜਾ ਕੇ ਲੋਕ ਮੱਥੇ ਟੇਕਦੇ ਹੁੰਦੇ ਸੀ ਕਿਉਂਕਿ ਪਵਿੱਤਰ ਨਦੀ ਹੈ। ਤੇ ਹੁਣ ਉਹਦੇ ਵਿੱਚੋਂ ਖਬਰਾਂ ਕੀ ਆਉਂਦੀਆਂ ਕਿ ਭਾਈ ਲਾਸ਼ਾਂ ਕਿੰਨੀਆਂ ਲੱਭੀਆਂ। ਹੁਣ ਬਿਹਾਰ ਵਾਲੇ ਪਾਸਿਓਂ ਅੱਜ ਦੀਆਂ ਖਬਰਾਂ ਨੇ ਕਿ ਟਰੱਕ ਦੇ ਵਿੱਚ ਲਾਸ਼ਾਂ ਲੈ ਕੇ ਆਏ ਲੋਕ, ਯੂਪੀ ਨੇ ਰੋਕਤਾ ਕਿ ਭਾਈ ਤੇ ਸਾਡੇ ਵਾਲੇ ਪਾਸੇ ਆ ਕੇ ਨਹੀਂ ਸਿੱਟਣੀਆਂ, ਆਪਣੇ ਵਾਲੇ ਪਾਸੇ ਜੋ ਮਰਜ਼ੀ ਕਰੋ। 500 ਦੇ ਕਰੀਬ ਲਾਸ਼ਾਂ, ਉਹਦਾ ਝਗੜਾ ਚੱਲੀ ਜਾਂਦਾ। ਯੂਪੀ ਵਾਲੇ ਕਹੀ ਜਾਂਦੇ ਥੋੜੀਆਂ, ਉਹ ਕਹੀ ਜਾਂਦੇ ਥੋੜੀਆਂ। ਜਾਣੀ ਕਿ ਆਹ ਸਾਰਾ ਕੰਮ ਕਿਉਂ ਹੋਇਆ, ਕਿਸ ਤਰੀਕੇ ਹੋਇਆ,
ਕਈ ਪਰਿਵਾਰਾਂ ਦੇ ਵਿੱਚੋਂ 2-2 3-3 ਜੀ ਚਲੇ ਗਏ। ਸੰਧਾਲੀਆ ਸਾਹਿਬ ਬਚਾਏ ਜਾ ਸਕਦੇ ਸੀ। ਚਲੋ ਅਸੀਂ ਇਹ ਨਹੀਂ ਕਹਿੰਦੇ ਜੋ ਸਾਡੀ ਲੀਡਰਸ਼ਿਪ ਨੇ ਕਰਨਾ ਸੀ ਪਿੱਛੇ ਕਰਤਾ, ਅੱਗੋਂ ਹੀ ਘੱਟੋ ਘੱਟ ਅੱਗੋਂ ਠੀਕ ਹੋ ਜਾਓ, ਕਿਉਂਕਿ ਤੀਸਰੀ ਲਹਿਰ ਦਾ ਖਤਰਾ ਵੀ ਤਾਂ ਹੈਗਾ। ਇਹ ਕਹਿੰਦਾ WHO ਵਾਲੇ ਯਾਰ ਮਿਲਾਓ ਮੈਨੂੰ ਕਿਤੇ, ਠੀਕ ਨਹੀਂ ਬੰਦੇ, ਇਹ ਬੜੇ ਤੰਗ ਕਰਦੇ ਆ। ਹੁਣ ਮੈਂ ਬਿਆਨ ਜਿਹਾ ਸੁਣਿਆ ਇਹਨਾਂ ਦਾ, ਸ਼ਾਇਦ ਇਹੋ ਜਿਹੀ ਕੋਈ ਗੱਲ ਕੀਤੀ ਹੈ ਵੀ ਸਿਆਸੀ ਇਕੱਠ ਹੋਏ, ਧਾਰਮਿਕ ਇਕੱਠ ਹੋਏ, ਤਾਂ ਕਰਕੇ ਇੰਡੀਆ ਦੇ ਵਿੱਚ ਕਰੋਨਾ ਦੀ ਇੰਨੀ ਭਿਆਨਕ ਸਥਿਤੀ ਬਣ ਗਈ। ਇਹਨਾਂ ਨੂੰ ਕੀ ਇਤਰਾਜ਼ ਹੈ ਯਾਰ? ਇਕੱਠ ਕੀਤੇ ਅਸੀਂ ਕੀਤੇ, ਲੋਕ ਸਾਨੂੰ ਸੁਣਨ ਆਏ, ਪ੍ਰਬੰਧ ਸਾਡਾ। ਹੁਣ ਮਤਲਬ ਧਰਮ ਕਰਮ ਦੀ ਗੱਲ ਅਸੀਂ ਛੱਡ ਕੇ ਤੇ ਘਰੀ ਬਹਿ ਜਾਈਏ। ਕਈ ਵਾਰੀ ਬੰਦੇ ਕਹਿੰਦੇ ਨੇ ਤੇ ਤੁਹਾਨੂੰ ਕੀ ਪੱਲਿਓ ਪੀਣਾ, ਉਹੀ ਤਾਂ ਮੰਗੇ ਗੱਲ ਪੀਣਾ, ਐਡੀ ਕਿਹੜੀ ਇਹਦੀ ਕਰਦੇ ਹੁੰਦੇ ਨੇ। ਮੈਂ ਉਹੀ ਕਹਿ ਰਿਹਾ ਮਤਲਬ ਵੀ ਇਹ ਉਹ ਆਖੀਆਂ ਦੇ ਜੀ ਤੁਸੀਂ ਐ ਨਹੀਂ ਕੀਤਾ, ਤੁਸੀਂ ਜਿਉਂ ਨਹੀਂ ਕੀਤਾ। ਦੇਖੋ ਗੱਲ ਇਹ ਆ ਵੀ WHO ਵਾਲੇ ਮੈਨੂੰ ਨਹੀਂ ਪਤਾ ਉਹ ਕਿੱਥੇ ਡੇਰਾ ਹੁੰਦਾ ਕਿੱਥੇ ਨਹੀਂ ਡੇਰਾ, ਜਾਂ ਤਾਂ ਉਹ ਡੇਰਾ ਲਾਉਣ ਇੰਡੀਆ 'ਚ, ਉਹਨਾਂ ਨੂੰ ਪਤਾ ਲੱਗੇ ਵੀ ਜਿਹੜੀ ਚੀਜ਼ ਇਸ ਵਕਤ ਰੋਜ਼ ਅਸੀਂ ਕਹਿੰਦੇ ਵੀ ਇੰਨੀਆਂ ਮੌਤਾਂ ਹੋ ਗਈਆਂ, ਉਨੀਆਂ ਹੋ ਗਈਆਂ, ਇੰਨੇ ਲੋਕ ਹੋ ਗਏ, ਸਾਡੇ ਕੋਲ ਯਾਰ ਜਨਸੰਖਿਆ ਵੀ ਤੇ ਵੇਖੋ ਨਾ, ਪਾਪੂਲੇਸ਼ਨ ਅਸੀਂ ਐਵੇਂ ਥੋੜ੍ਹਾ ਰੱਖੀ ਹੈ, ਰਗੜ ਕੇ ਫੁੱੜੇ ਤੋਂ ਥੋੜ੍ਹਾ ਲਾਉਣੀ। ਵੇਲੇ ਇੱਕ ਵੇਲੇ ਜਦੋਂ ਕਰੋਨੇ ਕਰਾਣੇ ਦੀ ਇਹੋ ਜਿਹੀ ਕੋਈ ਰੌਲਾ ਰੱਪਾ ਪੈ ਜਾਵੇ, ਉਦੋਂ ਕੋਈ 4 ਸਰੀਰ ਅਸੀਂ ਰੋੜ ਸਕਦੇ ਹਾਂ। ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਗੱਲ ਤਾਂ ਤੁਹਾਡੀ। ਪਹਿਲੀ ਗੱਲ ਹੈ ਕਿ WHO ਵਾਲਿਆਂ ਦਾ ਕਸੂਰ ਪਤਾ ਕੀ ਹੈ? ਕੀ ਕਸੂਰ ਉਹਨਾਂ ਦਾ? ਉਹਨਾਂ ਨੂੰ ਇੱਕ ਆਦਤ ਪੈ ਗਈ ਮਾੜੀ ਕਿ ਉਹ ਥੋੜੇ ਹਫ਼ਤਿਆਂ ਬਾਅਦ ਇੱਕ ਰਿਪੋਰਟ ਛਾਪਦੇ ਆ। ਗਲਤ ਗੱਲ ਇਹ ਬੰਦ ਕਰਾਓ, ਇਹ ਬੰਦਾ ਮਿਲਾਓ ਮੈਨੂੰ ਕਿਹੜਾ। ਨਹੀਂ ਮੈਂ ਦੱਸਦਾ, ਚੌਂਕੀ ਕਿਹੜੀ ਪੈਂਦੀ, ਠੰਡ ਕਿਹੜਾ ਲੱਗਦਾ? ਉਹਨਾਂ ਦੇ ਉੱਤੇ ਕੋਈ ਨਾ ਕੋਈ ਦੋਸ਼ ਲਾ ਦਿੰਦੇ ਆ ਕਿ ਤੁਸੀਂ ਆਹ ਸ਼ਬਦ ਗਲਤ ਲਿਖਿਆ ਤੇ ਸਾਨੂੰ ਬਹੁਤ ਵੱਡੀ ਠੇਸ ਪੁੱਜੀ ਆ। ਯਾਰ ਇੱਕ ਤਾਂ ਨਾ ਠੰਡ ਦਾ ਜਦੋਂ ਮੈਂ ਸ਼ਬਦ ਲੈਣਾ ਮੈਨੂੰ ਅਚਾਨਕ ਨਹੀਂ ਚਲੋ ਦੇਖੋ ਕੋਈ ਗੱਲ ਨਹੀਂ, ਪਤਾ ਗੱਲ ਕੀ ਹੈ, ਤੁਹਾਨੂੰ ਵੀ 5-5 ਰੁਪਈਆਂ ਵਾਲੇ 2 ਅੰਡੇ ਜਿਹਨੇ ਚੱਕ ਲਿਆ ਤੁਹਾਨੂੰ ਉਹ ਨਜ਼ਰ ਆਉਂਦਾ ਤੇ ਜਿਨ੍ਹਾਂ ਨੂੰ ਤੁਸੀਂ ਲਈ ਫਿਰਦੇ ਹੋਣੇ ਵੱਡਿਆਂ ਨੂੰ ਤੁਹਾਨੂੰ ਉਹ ਨਹੀਂ ਕਦੇ ਨਜ਼ਰ ਆਉਂਦੇ। ਮੈਂ ਤੁਹਾਨੂੰ ਦੱਸ ਦੇਣਾ, ਮੈਂ ਉਹਲੇ ਦਾ ਮੈਂ ਕਿਹਾ ਚੱਲ ਚੁੱਪ ਰਹਿਣਾ ਯਾਰ, ਕਰ ਲੈਣ ਦਿਓ ਬੰਦੇ ਨੂੰ ਅੱਜ ਗੱਲ। ਤੁਸੀਂ ਮੇਰੀ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ? ਗੱਲ ਪੱਕੀ ਹੈ। ਦੇਖੋ ਉਹ ਜਨਾਬ ਦੀ ਨਾ ਘਰ ਵਾਲੀ ਨੇ ਜਾ ਕੇ ਜ਼ਰੂਰ ਮੰਨ ਜਾਣਾ ਕਰਾਉਣਾ ਵੀ ਪਤਾ ਨਹੀਂ ਉਹਨੇ ਦਾ ਅੰਡਾ ਹੈਗਾ ਕਿ ਨਹੀਂ ਹੈਗਾ, ਸਾਬਣ ਲਵਾਤਾ ਹੀ ਮੇਰਾ ਸਾਫ ਕੰਮ। ਤੁਸੀਂ ਹੋਰ ਦੇਖੋ ਅਜੇ ਮਾਸਕ ਪਾਇਆ ਸੀ, ਬਹੁਤਿਆਂ ਪਛਾਣਿਆ ਨਹੀਂ ਹੋਣਾ ਬੰਦਾ ਕੌਣ ਹੈ। ਮਾਸਕ ਪਾਇਆ ਸੀ, ਇਸ ਕਰਕੇ ਪਛਾਣ ਬਹੁਤੀ ਹੋਈ ਨਹੀਂ। ਪਰ ਤੁਸੀਂ ਇੱਕ ਗੱਲ ਦੇਖੋ, ਇੱਕ ਤਾਂ ਬੰਦਾ 4 ਆਂਡੇ ਲੈ ਗਿਆ ਤੇ ਦੂਜੇ ਆਰਡਰ ਨੂੰ ਕਿਹੜੇ ਪੈਸੇ ਦਿੱਤੇ ਹੋਣੇ ਆ? ਵੇ ਗੱਲ ਹੀ ਆ। ਹੁਣ ਸੰਧਾਲੀਆ ਸਾਹਿਬ ਜਿਹੜੇ WHO ਵਾਲੇ ਆ, ਉਹ ਇੱਕ ਛਾਪਦੇ ਆ ਰਿਪੋਰਟ, ਤੇ ਜਦੋਂ ਪਿਛਲੀ ਵਾਰੀ ਚੀਨ ਦੇ ਵਿੱਚ ਬਹੁਤ ਕੰਮ ਹੋ ਗਿਆ ਸੀ, ਬਾਅਦ ਵਿੱਚ ਅਮਰੀਕਾ ਤੇ ਇਟਲੀ ਦੇ ਵਿੱਚ ਉਹਨਾਂ ਨੇ ਉਦੋਂ ਵੀ ਰਿਪੋਰਟਾਂ ਛਾਪੀਆਂ ਤੇ ਉੱਥੋਂ ਬਾਰੇ ਵੀ ਦੱਸਿਆ ਸੀ ਕੋਈ ਘਾਤ ਲਾ ਕੇ ਹਮਲਾ ਨਹੀਂ ਕੀਤਾ ਕਿ ਭਾਰਤ ਦੇ ਅਸੀਂ ਨੁਕਸ ਕੱਢਣੇ ਆ। ਐਤਕੀ ਦੀ ਰਿਪੋਰਟ ਦੇ ਵਿੱਚ ਭਾਰਤ ਦਾ ਨਾਮ ਆਉਣਾ ਜ਼ਰੂਰੀ ਸੀ, ਕਿਉਂਕਿ ਭਾਰਤ ਦੇ ਵਿੱਚ ਦੁਨੀਆ ਦੇ ਅੱਧੇ ਕੇਸ ਜਿਹੜੇ ਭਾਰਤ 'ਚ ਆਈ ਜਾਂਦੇ ਆ। ਹੁਣ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ, ਉਹ ਕਹਿੰਦੇ ਕਿ ਭਾਰਤ ਦੇ ਵਿੱਚ ਕੁਝ ਧਾਰਮਿਕ ਤੇ ਕੁਝ ਸਿਆਸੀ ਇਕੱਠ ਹੋਏ ਤੇ ਸਾਡੀ ਨਜ਼ਰ ਦੇ ਵਿੱਚ ਉਹ ਵੀ ਕੋਵਿਡ ਦੇ ਵੱਧ ਫੈਲਣ ਦਾ ਕਾਰਨ ਨੇ। ਹੁਣ ਉਹਨਾਂ ਨੇ ਕਿਹਾ, ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਨਜ਼ਰ ਲਾਓ, ਕਿਉਂ ਲਾਉਣ ਦੇ ਨਜ਼ਰ? ਅਧਿਕਾਰ ਕਿਹਨੇ ਦਿੱਤਾ ਸਾਡੇ ਅੰਦਰੂਨੀ ਮਾਮਲੇ ਦਖਲ ਦੇਣ ਦਾ? ਕਹਿੰਦਾ ਵੀ ਕਿਉਂ ਰਿਪੋਰਟ ਛਾਪੀ ਇਹਨਾਂ ਨੂੰ? ਇਹਨਾਂ ਨੂੰ ਕਹੋ ਪਾਕਿਸਤਾਨ ਚੱਲ ਜਾਣੇ ਸਾਰੇ। ਜੀ ਹਾਂ ਨਹੀਂ ਠੀਕ ਹੈ, ਕਹਿ ਦਿੰਦੇ ਨਹੀਂ ਸੈੱਟ ਹੁੰਦਾ, ਪਰ ਚਾਈਨਾ ਕੱਢ ਦੇ ਇਹਨਾਂ ਨੂੰ। ਨਹੀਂ ਇਹ ਵੀ ਕਿਹਾ ਜਾ ਸਕਦਾ ਨਾ, ਤੁਸੀਂ ਸਾਨੂੰ ਜਦੋਂ ਕਹਿੰਦੇ ਪੈਸੇ ਲੈ ਲਓ, ਆਕਸੀਜਨ ਲੈ ਲਓ, ਵੈਂਟੀਲੇਟਰ ਲੈ ਲਓ, ਅਸੀਂ ਲੈ ਥੋੜ੍ਹ ਦੋ, ਅਸੀਂ ਮਨਾ ਕੀਤਾ ਕਿ ਨਹੀਂ ਠੋਕ ਕੇ? ਨਹੀਂ ਉਲਟਾ ਅਸੀਂ ਕੋ ਮੰਗ ਕੇ ਖਾਣੇ, ਮੰਗ ਕੇ ਖਾਣੇ। ਅੱਛਾ ਨਹੀਂ ਇੱਕ ਚੀਜ਼ ਹੋਰ ਦੇਖੋ, ਸਾਡੇ ਯੂਪੀ ਦੇ ਮੁੱਖ ਮੰਤਰੀ ਸਾਹਿਬ ਨੇ ਯੋਗੀ ਆਦਿੱਤਿਆਨਾਥ ਜੀ, ਉਹ ਕਹਿੰਦੇ ਭਾਈ ਸਾਹਿਬ ਜਿਹੜਾ ਸਾਡੇ ਵਾਲਾ ਪ੍ਰਬੰਧ ਹੈ ਨਾ, ਜਿੱਦਾਂ ਅਸੀਂ ਕਰੋਨੇ ਨਾਲ ਨਿਪਟਣ ਡਏ ਆ, ਇਹਦੀ ਤਾਂ WHO ਵਾਲਿਆਂ ਨੇ ਵੀ ਤਾਰੀਫ ਕੀਤੀ, ਕਹਿੰਦੇ ਯਾਰ ਆਹ ਹੋਇਆ ਨਾ ਪ੍ਰਬੰਧ, ਦੇਖੋ ਵੀ ਟੌਰ ਵੀ ਹੈਗਾ ਸਾਡਾ, ਇਹ ਨਹੀਂ ਕਹਿ ਸਕਦੇ ਨਹੀਂ। ਦੇਖੋ ਸਰਕਾਰੀ ਬਿਆਨ ਆ, ਮੈਂ ਹੈਰਾਨ ਆ। ਵੈਸੇ ਆਪਾਂ ਪਹਿਲਾਂ ਗੱਲ ਕੀਤੀ ਉਹ ਪਰਲੇ ਪਾਸੇ ਬਕਸਰ ਦੀ, ਬਿਹਾਰ ਵਾਲੇ ਮਸਲੇ ਤੇ, ਕਿ ਬਿਹਾਰ ਯੂਪੀ ਦੇ ਬਾਰਡਰ ਦੇ ਨੇੜੇ ਲਾਸ਼ਾਂ ਮਿਲੀਆਂ ਤੇ ਉਹ ਕਹਿੰਦੇ ਯੂਪੀ ਚੋਂ ਆਈਆਂ। ਨਹੀਂ ਦੇਖੋ ਮੈਂ ਪ੍ਰਬੰਧ ਆਦਾ, ਹੋ ਸਕਦਾ ਤੁਹਾਨੂੰ ਇਤਰਾਜ਼ ਹੋਵੇ, ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ, ਪਰ ਮੈਂ ਦੱਸ ਦਵਾਂ ਵੀ ਸਾਡੇ ਕਿਹੜੇ ਪ੍ਰਬੰਧ ਦੀ ਤਾਰੀਫ ਹੋਈ ਹੈ। ਦੇਖੋ ਉਹ ਕਹਿੰਦੇ ਵੀ ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਉਹ ਕਹਿੰਦੇ ਵੀ ਜੇ ਕੋਈ ਬੰਦਾ ਗੁਜ਼ਰ ਗਿਆ ਪਹਿਲਾਂ ਉਹਨੂੰ ਲਿਜਾਓ ਸਤਿਕਾਰ ਨਾਲ, ਫਿਰ ਉਹਨੂੰ ਦੱਬੋ ਹੈ ਨਾ, ਜਾਂ ਕੋਈ ਮਤਲਬ ਗੈਸ ਵਾਲੀ ਭੱਠੀ 'ਚ ਉਹਦਾ ਸੰਸਕਾਰ ਕਰੋ। ਉਹ ਕਹਿੰਦੇ ਵੀ ਇੱਥੇ ਕਿੱਡਾ ਵਧੀਆ ਪ੍ਰਬੰਧ ਸਾਡੇ, ਗੱਡੀ ਬਸ ਜਾਂਦੀ ਭਾਵੇਂ ਤੁਸੀਂ ਢੇਰੀ ਕਰਕੇ ਆ ਜਾਓ ਪੁਲ ਤੋਂ, ਰੌਲਾ ਹੀ ਕੋਈ ਨਹੀਂ ਹੈ ਨਾ, ਕਿੰਨਾ ਫਾਸਟ ਕੰਮ ਹੈ, ਇਹਦੀ ਤਾਰੀਫ ਤਾਂ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਸੀ ਵੀ ਲੋਕ ਬੜੇ ਚੀਕਾਂ ਜਿਹੀਆਂ ਬੜੀਆਂ ਮਾਰਦੇ ਆ। ਇੱਕ ਤਾਂ ਮੈਨੂੰ ਅਜੇ ਟਵਿੱਟਰ ਵਾਲੇ ਫੇਸਬੁੱਕ ਵਾਲੇ ਨਹੀਂ ਮਿਲੇ, ਮੈਂ ਮਿਲਦਾ ਇਹਨਾਂ ਨੂੰ ਕਿਸੇ ਵੇਲੇ, ਉੱਤੇ ਲੋਕ ਪਾਉਂਦੇ ਆ ਹਮੇ ਫਲਾਨੀ ਚੀਜ਼ ਨਹੀਂ ਮਿਲੀ, ਢੀਂਗੜੀ ਚੀਜ਼ ਨਹੀਂ ਮਿਲੀ। ਉਸੇ ਵੇਲੇ ਆਪਾਂ ਠੰਡਰ ਸਾਹਿਬ ਨੂੰ ਕਹਿ ਵੀ ਜਿੱਥੇ ਵੀ ਬੰਦਾ ਇਹੋ ਜਿਹੀ ਕੋਈ ਪੋਸਟ ਪਾਵੇ ਨਾ, ਨਾਲ ਹੀ ਚੱਕ ਲੈਣਾ, ਇਹਨੂੰ ਸ਼ਾਂਦਾ ਦੇ ਕੇ ਆਓ ਪਹਿਲਾਂ ਜਰਾ, ਬਸ ਇਹਦੀ ਆਕਸੀਜਨ ਪੂਰੀ ਕਰਕੇ ਆਉਣੀ ਉੱਥੇ, ਇਹਦੀ ਘਾਟ, ਇਹ ਸਾਹ ਨਾ ਵੀ ਆਵੇ ਤਾਂ ਵੀ ਕਹੇ ਮੈਨੂੰ ਦੁੱਗਣਾ ਆਉਂਦਾ ਹੀ। ਹਾਂ ਮਤਲਬ ਹੁਣ ਤਾਂ ਬਹੁਤ ਵਧੀਆ ਚੱਲ ਰਿਹਾ ਜੀ ਕੰਮ ਇੱਦਾਂ ਹੈ ਨਾ। ਮਤਲਬ ਦੇਖੋ ਉਹ ਜਿਹੜੇ ਪ੍ਰਬੰਧ ਅਸੀਂ ਕੀਤੇ ਨੇ ਉਹਦੀ ਤਾਰੀਫ ਤਾਂ ਕਰਨੀ ਬਣਦੀ ਹੈ। ਨਹੀਂ ਦੇਖੋ ਹੁਣ ਨਾ ਸਰਕਾਰੀ ਬਿਆਨ ਆਇਆ, ਉਹ ਕਹਿੰਦੇ ਕਿ ਅਸੀਂ ਤਾਂ ਕੋਵਿਡ ਦੇ ਮੂਹਰੇ ਕੰਧ ਬਣ ਕੇ ਖੜ ਗਏ। ਯੋਗੀ ਆਦਿੱਤਿਆਨਾਥ ਸਾਹਿਬ ਕਹਿੰਦੇ, ਚੀਨ ਵਾਲੀ ਉਹ ਵੀ, ਹਾਂ 4 ਲੱਖ ਵਲੰਟੀਅਰ ਹੈ ਸਾਡਾ, ਕਹਿੰਦੇ ਬੰਦਾ ਵਰਕਰ ਜਿਹੜਾ ਪਿੰਡਾਂ 'ਚ ਹੀ ਪਹੁੰਚ ਗਿਆ, ਲੱਖਾਂ ਪਰਿਵਾਰਾਂ ਨੂੰ ਕਹਿੰਦੇ ਅਸੀਂ ਖੁਦ ਮੈਡੀਕਲ ਕਿਟਸ ਵੰਡ ਦਿੱਤੀਆਂ ਕਿ ਜੇ ਤੁਹਾਡੇ ਘਰ 'ਚ ਕੋਈ ਸਮੱਸਿਆ ਆ ਵੀ ਗਈ, ਆਹ ਫੜੋ ਚੈੱਕ ਕਰ ਲਿਓ, ਆਹ ਕਰੋ, ਸਭ ਕੁਝ ਕਰ ਦਿਓ, ਕਮਾਲ ਹੀ ਹੋ ਗਈ। ਅਸੀਂ ਕਹਿੰਦੇ ਕੰਧ ਬਣ ਗਏ। ਸੰਧਾਲੀਆ ਸਾਹਿਬ ਜੇ ਕੰਧ ਬਣ ਗਏ ਤਾਂ ਕੱਲ ਸਾਕਸ਼ੀ ਮਹਾਰਾਜ ਵਾਲੇ ਇਲਾਕੇ ਉਨਾਵ ਦੀ ਗੱਲ ਆਪਾਂ ਕੀਤੀ ਸੀ ਨਾ, ਕਿ ਭਾਈ ਉੱਥੇ
ਗੰਗਾ ਨਦੀ ਦੇ ਕਿਨਾਰੇ ਬਹੁਤ ਸਾਰੀਆਂ ਲਾਸ਼ਾਂ ਐਂ ਦੱਬੀਆਂ ਪਈਆਂ ਜਿਹੜੀਆਂ 2-2 ਫੁੱਟ ਡੂੰਘੀਆਂ, ਤੇ ਕੁੱਤੇ ਕਿਸੇ ਦਾ ਹੱਥ ਲਈ ਫਿਰਦੇ ਤੇ ਕਿਸੇ ਦਾ ਪੈਰ ਲਈ ਫਿਰਦੇ। ਜੇ ਸਾਰਾ ਕੁਝ ਹੀ ਵਧੀਆ ਤੇ ਫਿਰ SDM ਸਾਹਿਬ ਨੂੰ ਉੱਥੇ ਜਾਂਚ ਦੇ ਹੁਕਮ ਕਿਉਂ ਦੇਣੇ ਪਏ? ਫਿਰ ਕਾਨਪੁਰ ਵਾਲੇ ਇਲਾਕੇ ਦੇ ਵਿੱਚ ਰੌਲਾ ਕਿਉਂ ਪੈਂਦਾ? ਫਿਰ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਕਿਉਂ ਚੱਲੀ ਸੀ ਕਿ ਕਈ ਪਿੰਡਾਂ ਤੋਂ ਕੋਵਿਡ ਟੈਸਟ ਸੈਂਟਰ ਹੀ 60-60 ਕਿਲੋਮੀਟਰ ਦੂਰ ਹੈ? ਤੇ ਇਹ ਵੀ ਰੌਲਾ ਪੈਂਦਾ ਸੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਸਰਕਾਰੀ ਮੈਡੀਕਲ ਸਹੂਲਤਾਂ ਦੀ ਘਾਟ ਹੈ, ਤੇ ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਹੁੰਦੇ ਨੇ ਬਹੁਤੇ ਜ਼ਿਆਦਾ ਡਿਗਰੀਧਾਰੀ ਨਹੀਂ ਹੁੰਦੇ, ਕਿ ਭਾਈ ਉਹਨਾਂ ਦੇ ਲੇਖੇ ਦੇ ਵਿੱਚ ਉਹਨਾਂ ਲੋਕਾਂ ਨੂੰ ਛੱਡਿਆ। ਠੀਕ ਹੈ, ਪਰ ਸਾਨੂੰ ਨਹੀਂ ਪਤਾ ਕਿ ਕਿਹੜੇ 10,000 ਪਿੰਡਾਂ ਦਾ ਜ਼ਿਕਰ ਕੀਤਾ ਗਿਆ, ਕਿ 10,000 ਪਿੰਡਾਂ 'ਚ WHO ਨੇ ਆਪਣੇ ਬੰਦੇ ਭੇਜੇ। ਕਿੰਨੇ ਬੰਦਿਆਂ ਦੀ ਟੀਮ ਹੋਏਗੀ ਜਿਹੜੀ 10,000 ਪਿੰਡਾਂ 'ਚ ਫਿਰ ਗਈ, ਤੇ 10,000 ਪਿੰਡਾਂ ਦੇ ਲੱਖਾਂ ਘਰਾਂ 'ਚ ਫਿਰ ਗਈ, ਤੇ ਉਹ ਰਿਪੋਰਟ ਕਿਹਨੇ ਬਣਾਈ ਹੈ, ਕਿੱਥੇ ਬਣਾਈ ਹੈ? ਪਰ ਠੀਕ ਹੈ ਭਾਈ, ਅਗਲੇ ਦਾਅਵਾ ਕਰਦੇ ਆ, ਸਾਨੂੰ ਮੰਨਣਾ ਪਊਗਾ ਕਿ ਯੂਪੀ ਦਾ ਕੋਵਿਡ ਦਾ ਪ੍ਰਬੰਧ, ਉਹ ਕਹਿੰਦੇ WHO ਵਾਲੇ ਉਦਾਹਰਨਾਂ ਦਿੰਦੇ ਆ ਕਿ ਭਾਈ ਜੇ ਕਰਨਾ ਤਾਂ ਉਦਾਂ ਕਰੋ। ਨਹੀਂ ਕਰਦੇ ਆ, ਉਹ ਤਾਂ WHO ਵਾਲੇ ਕਿਤੇ ਉਹ ਦਿਨ ਮਿਲ ਕੇ ਨਹੀਂ ਗਏ ਚੰਗੀ ਤਰ੍ਹਾਂ, ਨਹੀਂ ਤਾਂ ਆਧਾਰਨਾ ਛੱਡ ਕੇ ਉਹਨਾਂ ਨੇ ਲਾਗੂ ਕਰਾਉਣਾ ਸ਼ੁਰੂ ਕਰਤਾ। ਉਹਦਾ ਅਮਰੀਕਾ ਵਾਲਿਆਂ ਦੇ ਧੌਣ ਤੇ ਗੋਡਾ ਰੱਖ ਲੈਂਦੇ ਹੋ, ਕਰੀ ਜਾਂਦੇ ਹੋ। ਯੂਪੀ ਵਾਲਾ ਪ੍ਰਬੰਧ ਤੁਸੀਂ ਅਮਰੀਕਾ 'ਚ ਬਣਾਓ ਭਾਈ ਸਾਹਿਬ। ਚਲੋ ਇਹ ਗੱਲ ਸੈੱਟ ਹੋ ਗਈ ਨਾ, ਹੁਣ ਤੇ ਤੁਹਾਨੂੰ ਕੋਈ ਚਿੰਤਾ ਨਹੀਂ ਰਹੀ, ਟੈਨਸ਼ਨ ਨਹੀਂ ਰਹੀ ਸਾਡੀ। ਦੇਖੋ ਰਹਿੰਦੀ ਖੁੰਦੀ ਮੁਸ਼ਕਲ ਸਾਨੂੰ ਇਹ ਆਈ ਸੀ ਵੀ ਚਾਈਨਾ ਵਾਲੇ ਬੜੇ ਤੰਗ ਕਰਦੇ ਸੀ। ਹੁਣ ਕਹਿੰਦੇ ਵੀ ਆਪਾਂ ਉਹਨਾਂ ਨੂੰ ਵੀ ਕਹਿਤਾ ਭਾਈ ਸਾਹਿਬ ਇਦਾਂ ਗੱਡੀ ਨਹੀਂ ਚੱਲਣੀ, ਇਹ ਜੋ ਵੀ ਵੈਂਟੀਲੇਟਰਾਂ ਵਾਲਾ ਕੰਮ ਆ, ਜੋ ਵੀ ਦਵਾਈਆਂ ਬੂਟੀਆਂ ਵਾਲਾ ਕੰਮ ਆ, ਜੋ ਵੀ ਰੇਟਾਂ ਵਾਲਾ ਕੰਮ, ਇਹਨੂੰ ਸਾਰੇ ਕੋਲ ਆਪਾਂ ਸੈੱਟ ਕਰਨਾ। ਹੁਣ ਆਪਾਂ ਚਾਈਨਾ ਵੀ ਸੈੱਟ ਕਰ ਲਿਆ। ਉਹ ਗੱਲ ਵੱਖਰੀ ਆ ਵੀ ਪਿਛਲੇ ਸਮੇਂ ਦੇ ਵਿੱਚ ਉਹ ਲਦਾਖ ਵਾਲੇ ਪਾਸੇ 8, 9, 10 ਮੀਟਿੰਗਾਂ ਕਰਨੀਆਂ ਪਈਆਂ ਸੀ, ਪਰ ਇੱਧਰੋਂ ਅਸੀਂ ਹੁਣ ਸਹਿਯੋਗ ਕਰ ਰਹੇ ਹਾਂ। ਦੇਖੋ ਸੰਧਾਲੀਆ ਸਾਹਿਬ, ਜਦੋਂ ਦੇਸ਼ ਦੇ ਉੱਤੇ ਭੀੜ ਬਣੀ ਹੋਵੇ ਨਾ, ਤੇ ਸਾਰਿਆਂ ਤੋਂ ਜਿੰਨੀ ਮਦਦ ਮਿਲ ਸਕੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਲੈਣੀ ਚਾਹੀਦੀ ਹੈ। ਤੇ ਜੇ ਭਾਰਤ ਦਾ ਚੀਨ ਦੇ ਨਾਲ ਵਪਾਰਕ ਸੰਬੰਧ ਚੱਲ ਰਿਹਾ ਵਧੀਆ, ਜਿੰਨਾ ਸੰਬੰਧ ਵਧੀਆ ਹੋਵੇ ਉਨਾ ਚੰਗਾ। ਪਰ ਨਹੀਂ ਇੱਕ ਮਿੰਟ ਬਾਰ ਸਾਹਿਬ, ਮੈਨੂੰ ਤੁਹਾਡੀ ਇਹ ਗੱਲ ਤੇ ਕੋਈ ਇਤਰਾਜ਼ ਨਹੀਂ, ਪਰ ਇਸ ਤੋਂ ਪਹਿਲਾਂ ਪ੍ਰਬੰਧ ਤੇ ਇਸ ਤੋਂ ਪਹਿਲਾਂ ਵਪਾਰ ਰੁਕਿਆ ਕਿੱਦਾਂ ਨਹੀਂ, ਕੋਈ ਮੈਨੂੰ ਦੱਸੂਗਾ? ਵਾਹ, ਨਹੀਂ ਗੱਲ ਤੁਹਾਡੀ ਠੀਕ ਹੈ। ਮੈਂ ਉੱਥੇ ਆਉਣ ਲੱਗਾ ਸੀ, ਮੈਂ ਕੁਝ ਬਿਆਨ ਸੀ ਮੇਰੇ ਜ਼ਿਹਨ ਦੇ ਵਿੱਚ ਆਉਂਦੇ ਜਦੋਂ ਮੈਂ, ਕਿ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ, ਅਸੀਂ ਭਾਰਤ ਨੂੰ ਆਤਮ ਨਿਰਭਰ ਕਰਨਾ ਹੈ, ਅਸੀਂ ਇਹਨੂੰ ਪੈਰਾਂ ਸਿਰ ਖਲੋਣਾ ਹੈ, ਅਸੀਂ ਇੱਥੋਂ ਦੇ ਉਦਯੋਗਾਂ ਨੂੰ ਬਹੁਤ ਸਾਰੀ ਸਹਾਇਤਾ ਦੇਣੀ ਹੈ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਸਾਡੇ ਬਣਾਏ ਹੋਏ ਪ੍ਰੋਡਕਟ ਜਿਹੜੇ ਆ ਕੀਮਤ ਦੇ ਪੱਖੋਂ, ਮਿਆਰ ਦੇ ਪੱਖੋਂ ਕੰਪੀਟ ਕਰ ਸਕਣ, ਮੁਕਾਬਲਾ ਕਰ ਸਕਣ, ਸਾਨੂੰ ਲੋੜ ਹੀ ਨਾ ਪਵੇ। ਅਸੀਂ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ, ਟੈਕਸ ਲਾਏ, ਠੀਕ ਹੈ, ਇਹ ਸਾਡੇ ਦਾਅਵੇ ਸੀ, ਤੇ ਜੇ ਦਾਅਵੇ ਲਾਗੂ ਹੋਣ ਤਾਂ ਬਹੁਤ ਚੰਗਾ। ਪਰ ਹੁਣ ਹੋਇਆ ਕੀ ਹੈ? ਕੋਵਿਡ ਆ, ਚੀਨ ਅੱਧੇ ਅਫਰੀਕਾ ਨੂੰ ਸਮਾਨ ਭੇਜਦਾ, ਅਸੀਂ ਮੁਕਾਬਲਾ ਚੀਨ ਦਾ ਕਰਦੇ ਹਾਂ, ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਬਰਾਬਰ ਦੀ ਸ਼ਕਤੀ ਹਾਂ। ਅੱਧੇ ਅਫਰੀਕਾ ਨੂੰ, ਯੂਰਪ ਦੇ ਵਿੱਚ, ਇੱਥੇ ਬਹੁਤ ਸਾਰਾ ਸਮਾਨ ਚੀਨ ਦਾ ਆਉਂਦਾ। ਹੁਣ ਰੌਲਾ ਕੀ ਹੈ ਕਿ ਭਾਰਤ ਨੇ ਜਾ ਕੇ ਇੱਕ ਇਤਰਾਜ਼ ਪ੍ਰਗਟ ਕੀਤਾ, ਕੁਝ ਬੇਨਤੀਆਂ ਵੀ ਕੀਤੀਆਂ ਕਿ ਦੇਖੋ ਤੁਹਾਡੀਆਂ ਕੰਪਨੀਆਂ ਤੋਂ, ਜਿਹੜੀਆਂ ਸਾਡੀਆਂ ਕੰਪਨੀਆਂ ਨੇ ਆਰਡਰ ਵੀ ਦਿੱਤੇ ਸੀ, ਕੋਵਿਡ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਸੀ, ਆਰਡਰ ਪਹਿਲਾਂ ਹੀ ਕੈਂਸਲ ਕਰ ਦਿੱਤੇ ਆ, ਇੱਕ ਪਾਸੜ ਹੀ ਕੈਂਸਲ ਕਰ ਦਿੱਤੇ ਆ, ਚੀਜ਼ਾਂ ਦੀਆਂ ਕੀਮਤਾਂ 3-3 ਗੁਣਾ ਵਧਾਤੀਆਂ, ਕਿਉਂਕਿ ਅਗਲਿਆਂ ਨੂੰ ਪਤਾ ਕਿ ਭਾਰਤ ਨੂੰ ਲੋੜ ਹੈ, ਅਗਲਿਆਂ ਨੂੰ ਪਤਾ ਕਿ ਇੰਨੀ ਛੇਤੀ ਹੋਰ ਕਿਤੇ ਨੇੜੇ ਆਉਣੀਆਂ ਨਹੀਂ, ਅਗਲਿਆਂ ਨੂੰ ਪਤਾ ਕਿ ਭਾਈ ਜਿੰਨੀ ਕੀਮਤ ਚਾਹਾਂਗੇ ਉਨੀ ਵਸੂਲਾਂਗੇ। ਤੇ ਨਾਲ ਹੀ ਉਹਨਾਂ ਨੇ ਕਾਰਗੋ ਜਿਹੜੇ ਪਲੇਨ ਆਉਂਦੇ ਸੀ, ਜਹਾਜ਼ ਆਉਂਦੇ ਸੀ, ਉਹਦੇ ਵਿੱਚ ਵੀ ਕੋਈ ਕਮੀ ਕੁਮੀ ਲਿਆਂਦੀ ਸੀ। ਤੇ ਹੁਣ ਭਾਰਤ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਇੱਕ ਤਾਂ ਉਹ ਫਲਾਈਟਾਂ ਜਾਰੀ ਕਰ ਦਿਓ ਦੁਬਾਰਾ, ਤੇ ਦੂਸਰਾ ਆ ਮਾੜਾ ਜਿਹਾ ਜਿਹੜੇ ਕੋਵਿਡ ਵਾਲਾ ਸਮਾਨ ਆ ਨਾ, ਇਹਨਾਂ ਦੀਆਂ ਕੀਮਤਾਂ ਜਿਹੀਆਂ ਜੇ ਥੋੜੀ ਜਿਹੀਆਂ ਥਾਂ ਸਿਰ ਕਰ ਦਿਓ ਤਾਂ ਚੰਗਾ, ਸਮਾਨ ਤਾਂ ਅਸੀਂ ਤੁਹਾਡੇ ਤੋਂ ਹੀ ਲੈਣਾ। ਜਿਹੜੇ ਵੀ ਭਾਈ ਸਾਹਿਬ ਉੱਧਰ ਗਏ ਸੀ, ਜਿਨ੍ਹਾਂ ਨੇ ਵੀ ਫੋਨ ਕੀਤਾ ਸੀ, ਜਿਨ੍ਹਾਂ ਨੂੰ ਵੀ ਫੋਨ ਕੀਤਾ ਸੀ ਜੀ, ਉਸ ਬੰਦੇ ਨੂੰ ਪੰਜਾਬੀ ਸਿਖਾਉਣ ਨੂੰ ਦਿਲ ਕਰਦਾ ਨਾ। ਕਿਵੇਂ? ਉਹ ਬੰਦਾ ਚੀਨੀ ਭਾਸ਼ਾ ਛੱਡ ਕੇ ਠੇਠ ਪੰਜਾਬੀ 'ਚ ਪੁੱਛੇ ਵੀ ਵੀਰ ਮੇਰਾ ਠੀਕ ਹੈ, ਸਾਨੂੰ ਤਾਂ ਤੁਹਾਨੂੰ ਇਤਰਾਜ਼ ਹੈ ਸਾਡੇ ਤੇ ਵੀ ਸਾਡੇ ਨਾਲ ਤੁਹਾਡਾ 36 ਦਾ ਅੰਕੜਾ ਵੀ ਹੈ, ਸਾਡੇ ਨਾਲ ਤੁਸੀਂ ਇੱਟ ਖੜਕਾ ਵੀ ਲੈਂਦੇ ਹੋ, ਦੂਜੇ ਤੀਜੇ ਦਿਨ ਤੁਹਾਡਾ ਕੋਈ ਨਾ ਕੋਈ ਲੀਡਰ ਬਿਆਨ ਵੀ ਦਿੰਦਾ, ਅਸੀਂ ਐਂ ਕਰ ਦਾਂਗੇ, ਅਸੀਂ ਜਿਉਂ ਕਰ ਦਾਂਗੇ, ਅਸੀਂ ਚੀਨ ਨੂੰ ਇਹ ਕਰ ਦਾਂਗੇ, ਕਰਦੇ ਕਿ ਨਹੀਂ? ਅਗਲੇ ਬੰਦੇ ਆਪਣੀ ਕਿਹੜ ਨਾ ਕੱਢਣ, ਤੇ ਦੂਜੇ ਪਾਸੇ ਉਸ ਹੀ ਭਾਰਤ ਦੇਸ਼ ਮਹਾਨ ਦੇ ਵਿੱਚ ਰਹਿੰਦੇ ਲੋਕ, ਕੋਈ ਸਿਲੰਡਰ ਵੇਚੀ ਜਾਵੇ ਮਹਿੰਗੇ ਭਾਅ, ਕੋਈ ਹਸਪਤਾਲ 'ਚੋਂ ਵੱਧ ਕਰੀ ਜਾਵੇ, ਕੋਈ ਨਕਲੀ ਦਵਾਈ ਬਣਾ ਕੇ ਵੇਚੀ ਜਾਵੇ, ਕਿਸੇ ਕੋਲ ਜੇ ਅਸਲੀ ਦਵਾਈ ਆ ਵੀ ਗਈ ਹੈ ਤੇ ਉਹ 70-70 ਹਜ਼ਾਰ ਦੀ ਵੇਚੀ ਜਾਵੇ, ਕੋਈ 25-25 ਹਜ਼ਾਰ ਦੀ ਵੇਚੀ ਜਾਵੇ। ਉਹਨਾਂ ਬੰਦਿਆਂ ਦਾ ਭਾਰਤ ਨੇ ਕੀ ਕਰ ਰਿਹਾ, ਜਿਹੜਾ ਚਾਈਨਾ ਨੂੰ ਆਖੀ ਜਾਂਦਾ ਵੀ ਤੁਸੀਂ ਆਪਣਾ ਰੇਟ ਸਹੀ ਕਰ ਲਓ। ਮਤਲਬ ਉਹ ਤਾਂ ਫਿਰ ਵੀ ਇੱਕ ਹੋਰ ਮੁਲਕ ਹੈ, ਆਪਣੇ ਮੁਲਕ ਦੇ ਲੋਕਾਂ ਨੂੰ ਕਿੰਨਾ ਕੁ ਸੁਧਾਰ ਲਿਆ ਭਾਈ? ਮੈਨੂੰ ਲੱਗਦਾ ਸੀ ਕਿ ਮਿੰਨਤਾਂ ਕਰਨ ਦੀ ਲੋੜ ਹੀ ਨਹੀਂ ਸੀ। ਮੈਨੂੰ ਐਂ ਲੱਗਦਾ ਸੀ ਕਿ ਜਿੰਨਾ ਕੁ ਪੈਸਾ ਸਾਰੇ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇਸ਼ਤਿਹਾਰਬਾਜ਼ੀ ਤੇ ਖਰਚਿਆ, ਜੇ ਇੰਨੇ ਕੁ ਪੈਸੇ ਵਿੱਚ ਪਾ ਲੈਂਦੇ, ਭਾਵੇਂ ਵੱਧ ਕੀਮਤ ਵਾਲੇ ਲੈ ਆਉਂਦੇ, ਮਿੰਨਤਾਂ ਫਿਰ ਵੀ ਨਹੀਂ ਸੀ ਕਰਨੀਆਂ ਪੈਣੀਆਂ। ਇਹ ਤੁਸੀਂ ਵਾਰ-ਵਾਰ ਜਿਹੜਾ ਸਾਡੀ ਮਸ਼ਹੂਰੀ ਤੇ ਆ ਰਹੇ ਆ ਨਾ, ਕੋਈ ਨਹੀਂ ਕਰਦੇ ਗੱਲ। ਨਹੀਂ ਮੈਂ ਵੈਸੇ ਮੈਂ ਬੇਨਤੀ ਕੀਤੀ ਮਹਾਰਾਜ, ਮੈਂ ਤਾਂ ਵੈਸੇ ਗੱਲ ਹੀ ਕੀਤੀ ਹੈ। ਓਕੇ ਜੇ ਕਹੂੰ ਤਾਂ ਮੈਂ ਸ਼ਬਦ ਵਾਪਸ ਲੈ ਲੈਣਾ। ਨਹੀਂ ਉਹ ਤੁਹਾਨੂੰ ਹੱਕ ਨਹੀਂ ਹੈਗਾ, ਸਿਰਫ ਲੀਡਰ ਆਪਣਾ ਬਿਆਨ ਵਾਪਸ ਲੈ ਆਦੇ। ਇਦਾਂ ਨਾ ਕਹੋ ਕਿ ਸ਼ਬਦ ਵਾਪਸ ਲੈ, ਤੁਸੀਂ ਕਹੋ ਸਾਨੂੰ ਨਹੀਂ ਤੂੰ ਨਾ ਲੈ, ਸਾਨੂੰ ਵਾਪਸ ਕਰਾਉਣੇ ਹੁੰਦੇ ਆ। ਆਪਾਂ ਪੰਜਾਬ ਵਾਲੇ ਪਾਸੇ ਵੀ ਆ ਜੇ। ਦੇਖੋ ਪੰਜਾਬ ਵਾਲੇ ਪਾਸੇ ਇਸ ਵਕਤ ਜਿੱਦਾਂ ਦਾ ਮਾਹੌਲ ਚਾਲ ਹੈ, ਉਹਦੇ 'ਚ ਬਾਕੀ ਗੱਲਾਂ ਦੀਆਂ ਗੱਲਾਂ, ਥੋੜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਯਾਰ। ਅੱਛਾ, ਮੈਂ ਨਾ ਵੀ ਹੈਰਾਨ ਹੈ, ਕਹਿੰਦੇ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਨੇ ਉਹ ਡਾਕਟਰ ਰਣਵਾਰ ਨੂੰ ਲੈ ਆਂਦਾ ਆਪਣੇ ਨਾਲ,
ਵੱਡੀ ਜ਼ਿੰਮੇਵਾਰੀ ਉਹਨਾਂ ਨੇ ਦਿੱਤੀ ਹੈ। ਕਹਿੰਦੇ ਜਨਰਲ ਸਕੱਤਰ ਵੀ ਬਣਾਤਾ ਪਾਰਟੀ ਦਾ। ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਉਹਨਾਂ ਦੀ ਡਿਊਟੀ ਲਾਤੀ ਹੈ। ਪਹਿਲਾਂ ਵੀ ਕੁਝ ਬੰਦੇ ਆਏ ਸੀ, ਹੁਣ ਜਿਹੜਾ ਰਣਵਾ ਹੋਰੇ ਵੀ ਆ ਗਏ ਆ, ਅਤੇ ਉਹਨਾਂ ਦੇ ਸ਼ਬਦ ਨੇ ਕਿ ਵੀ ਇੱਥੇ ਤਾਂ ਇੱਕ ਤਰ੍ਹਾਂ ਦੀ ਕਾਂਗਰਸ ਪਾਰਟੀ ਹੁਣ ਖਤਮ ਹੋ ਗਈ, ਇਕੱਲੇ ਜਾਖੜ ਸਾਹਿਬ ਹੀ ਰਹਿ ਗਏ ਉੱਥੇ ਕਾਂਗਰਸ ਦੇ, ਬਾਕੀ ਕੋਈ ਨਹੀਂ ਬਚਿਆ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਹਾਂਜੀ ਉਹਨਾਂ ਕਿਹਾ ਨਹੀਂ ਠੀਕ ਹੈ, ਹੋ ਸਕਦਾ। ਦੇਖੋ ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਐਲਾਨ ਕੀਤਾ ਸੀ। ਇੱਕ ਵਾਰੀ ਉਹਨਾਂ ਨੇ ਕਿਹਾ ਸੀ ਕਿ ਰਾਸ਼ਟਰੀ ਪਾਰਟੀ ਜਿਹੜੀ ਆ ਬਣਾ ਦੇਣੀ ਹੈ, ਹੁਣ ਤਾਂ ਪੰਜਾਬ ਤੋਂ ਬਾਹਰ ਜਾਵਾਂਗੇ। ਫਿਰ ਇੱਕ ਵਾਰੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਦੇਖੋ ਹੁਣ ਤਾਂ ਇੱਕ ਗੱਲ ਪੱਕੀ ਹੈ, ਵੱਟ ਦੇ ਉੱਤੇ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾ ਸਾਰੀਆਂ ਪਾਰਟੀਆਂ ਨੂੰ ਇਦਾਂ ਲਪੇਟ ਦੇਊਗਾ ਕਿ ਗੱਲੇ ਹੀ ਕੋਈ ਨਹੀਂ, ਸਾਨੂੰ ਤਾਂ ਹੁਣ ਠੀਕ ਆ ਕਹਾਣੀ ਸਾਰੀ 25 ਸਾਲ ਰਾਜ ਕਰਨ ਦੀ ਗੱਲ ਵੀ ਆ ਗਈ ਸੀ। ਇੱਕ ਵੱਡੀ ਗੱਲ ਸੀ, ਉਹ ਕਹਿੰਦੇ ਵੀ ਰੈਲੀ ਮੰਗਲ ਗ੍ਰਹਿ ਤੇ ਕਰਨਾ ਸੀਗਾ, ਉਹ ਬਿਆਨ ਨਹੀਂ ਸੀਗਾ, ਅਜੇ ਵੀ ਮਿਲ ਸਕਦਾ। ਹੁਣ ਜਿਹੜੇ ਡਾਕਟਰ ਰਣਵਾ ਸਾਹਿਬ ਆਏ ਆ, ਉਹ ਆਣ ਕੇ ਕਹਿੰਦੇ ਆ ਕਿ ਕਾਂਗਰਸ ਦੇ ਵਿੱਚ ਤਾਂ ਕੋਈ ਪੁੱਛਦਾ ਨਹੀਂ ਹੈਗਾ, ਨਹੀਂ ਹੈਗੀ ਉੱਥੇ ਤਾਂ ਜਿਹੜੇ ਇਲੈਕਟਡ ਬੰਦੇ ਨੇ MLA MP ਨੇ ਉਹ ਵੀ ਕੈਪਟਨ ਸਾਹਿਬ ਨੂੰ ਮਿਲਣ ਦੇ ਲਈ ਬਹੁਤ ਉਹਨਾਂ ਦਾ ਔਖਾ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ ਕਿ ਬਹੁਤ ਵਧੀਆ ਬੰਦੇ ਨੇ, ਹਲਕੇ ਦੇ ਉੱਤੇ ਪਕੜ ਬਹੁਤ ਆ, ਇਮਾਨਦਾਰ ਬੰਦੇ ਨੇ, ਅੱਜ ਤਾਂ ਬਹੁਤ ਬਲ ਮਿਲਿਆ, ਤੇ ਜਾਖੜ ਸਾਹਿਬ ਆਪਦੇ ਇਲਾਕੇ 'ਚ ਹੀ ਇਕੱਲੇ ਰਹਿ ਗਏ। ਠੀਕ ਹੈ, ਮੈਂ ਇੱਕ ਗੱਲ ਦੱਸਦਾ ਜਾਵਾਂ ਕਿ ਜਦੋਂ ਕਿਸੇ ਪਾਰਟੀ 'ਚ ਕੋਈ ਬੰਦਾ ਸ਼ਾਮਲ ਹੁੰਦਾ ਨਾ ਤਾਂ ਪਾਰਟੀ ਨੂੰ ਹੁਲਾਰਾ ਤਾਂ ਮਿਲਦਾ, ਪਰ ਰਣਵਾ ਸਾਹਿਬ ਜੇ ਤੁਹਾਨੂੰ ਚੇਤਾ ਹੋਵੇ ਆ 2017 ਦੀਆਂ ਚੋਣਾਂ ਦੇ ਵਿੱਚ ਜਦੋਂ ਸ਼ੇਰ ਸਿੰਘ ਘਬਾਇਆ ਦੇ ਬੇਟੇ ਦਵਿੰਦਰ ਸਿੰਘ ਘਬਾਇਆ ਨੂੰ, ਜੁੱਲੀ ਬਿਸਤਰੇ ਵਾਲੇ ਆਪਣੇ, ਉਹਨਾਂ ਨੂੰ ਜਦੋਂ ਟਿਕਟ ਦਿੱਤੀ ਸੀ, ਅਕਾਲੀ ਦਲ 'ਚੋਂ ਗਏ ਸੀ ਨਾ ਉਹ, ਅਚਾਨਕ ਟਿਕਟ ਦਿੱਤੀ, ਟਿਕਟ ਕਿਹਦੀ ਕੱਟ ਕੇ ਦਿੱਤੀ ਸੀ? ਰਣਵਾ ਸਾਹਿਬ ਦੀ। ਉਦੋਂ ਇਹਨਾਂ ਨੇ ਬਹੁਤ ਕਿਹਾ ਸੀ ਦੇਖੋ ਸਾਡੀ ਟਿਕਟ ਬਣਦੀ ਆ, ਗੁੱਸੇ ਵੀ ਹੋਏ ਸੀ, ਪਰ ਅਗਲਿਆਂ ਨੇ ਫਿਰ ਮਨਾ ਲਿਆ ਸੀ ਕਿ ਕੋਈ ਗੱਲ ਨਹੀਂ, ਕਿਤੇ ਐਡਜਸਟ ਕਰ ਦਿਆਂਗੇ। ਉਹਨਾਂ ਨੇ ਦੇਖਿਆ ਕਿ ਭਾਈ ਬੰਦਾ ਉਦੋਂ ਵੀ ਜਿੱਤ ਗਿਆ, ਅਗਲੀ ਵਾਰੀ ਵੀ ਟਿਕਟ ਉਹਦੀ ਬਣਦੀ ਹੈ। ਹੁਣ ਕਿਤੇ ਨਾ ਕਿਤੇ ਜਾ ਕੇ ਫਿਰ ਜਗਾੜ ਜਿਹਾ ਲਾਉਂਦੇ ਆ, ਦੇਖਦੇ ਆ ਕਿਸੇ ਹੋਰ ਪਾਸੇ ਚੱਲ ਚੁਲ ਪਈਏ। ਜੇ ਉਹਨਾਂ ਨੂੰ ਲੱਗਦਾ ਹੁੰਦਾ ਕਾਂਗਰਸ ਪਾਰਟੀ ਵਾਲਿਆਂ ਨੂੰ ਕਿ 2 ਵਾਰ ਦਾ ਸਾਡਾ MLA ਬੰਦਾ, ਪੜ੍ਹਿਆ ਲਿਖਿਆ ਬੰਦਾ, ਉੱਥੋਂ ਜਿੱਤਣ ਦੀ ਕਪੈਸਿਟੀ ਦੇ ਵਿੱਚ ਹੁੰਦਾ, ਤਾਂ ਅਗਲਿਆਂ ਨੇ ਦਵਿੰਦਰ ਸਿੰਘ ਨੂੰ ਟਿਕਟ ਥੋੜ੍ਹੀ ਦੇਣੀ। ਹਾਂ, ਇਹ ਤਾਂ ਗੱਲ ਹੈਗੀ। ਨਾਲੇ ਦੂਜੀ ਗੱਲ ਇੱਕ ਹੋਰ ਵੀ ਹੈ, ਮੈਨੂੰ ਲੱਗਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਵੀ ਫਾਜ਼ਿਲਕਾ 'ਚ ਜਾਖੜ ਸਾਹਿਬ ਰਹਿ ਗਏ, ਉਹਨਾਂ ਨੂੰ ਕਿਵੇਂ ਲੱਗਦਾ ਵੀ ਫਾਜ਼ਿਲਕਾ ਜਾਖੜ ਸਾਹਿਬ ਅਜੇ ਹੈਗੇ? ਜਾਖੜ ਸਾਹਿਬ ਦਾ ਜੂਮ ਦੇਖਿਆ ਗੁਰਦਾਸਪੁਰ ਵਾਲੇ ਪਾਸੇ। ਨਹੀਂ, ਇਹ ਨਹੀਂ ਗੱਲ ਹੈਗੀ। ਜਾਖੜ ਸਾਹਿਬ ਦੇ ਨਾਲ ਤੁਹਾਨੂੰ ਪਤਾ ਕਿ ਕਰੇ ਨੂੰ ਦੇ ਹਲਕੇ 'ਚ ਆ ਕੇ ਰੈਲੀ ਕੀਤੀ ਸੀ, ਪਿੰਡ ਵੀ ਗਏ ਸੀ। ਇਸ ਕਰਕੇ ਉਹ ਜਿੱਥੇ ਮਰਜੀ ਹੋਣ, ਪਰ ਉਹ ਇਕੱਲੇ ਰਹਿ ਗਏ ਬਸ। ਅੱਛਾ, ਇਹ ਗੱਲ ਮੰਨ ਲਈ ਆ, ਜਾਣੀ ਇਕੱਲੇ ਰਹਿ ਗਏ। ਪਰ ਚਲੋ ਇਹ ਜੋ ਵੀ ਆ, ਇਹ ਸਾਰੇ ਕੁਝ 'ਚ ਇੱਕ ਗੱਲ ਤੇ ਪੱਕੀ ਹੈ ਵਾਟ ਸਾਹਿਬ ਕਿ ਵੀ ਲੋਕ ਇੱਕ ਪਾਸੇ ਨੇ, ਕਰੋਨਾ ਇੱਕ ਪਾਸੇ ਆ, ਦੁੱਖ ਇੱਕ ਪਾਸੇ ਨੇ, ਪਰ ਸਿਆਸਤ ਆਪਣੇ ਹਿਸਾਬ ਨਾਲ ਉੱਤੇ ਗੇੜੇ ਕੱਢੀ ਜਾਂਦੀ। ਉਸੇ ਸਿਆਸਤ ਦੇ ਵਿੱਚ ਹੁਣ ਜਿਹੜੀ ਪੰਜਾਬ ਕਾਂਗਰਸ ਵਾਲਾ ਰਫੜ ਹੈ, ਆਪਾਂ ਨੂੰ ਕੱਲ੍ਹ ਐਂ ਲੱਗਿਆ ਸੀ ਵੀ ਕੱਲ੍ਹ ਤੁਸੀਂ ਖੁਦ ਗਿਣ ਕੇ ਕਿਹਾ ਸੀ ਵੀ ਭਾਈ ਸਾਹਿਬ ਅਪਰੋਕਸੀਮੇਟਲੀ 50% ਤਾਂ ਮੰਤਰੀ ਵੀ ਹੁਣ ਨਵਜੋਤ ਸਿੱਧੂ ਸਾਹਿਬ ਦੇ ਵਿਰੋਧ 'ਚ ਆ ਗਏ। ਪਰ ਐਂ ਜਾਪਦਾ ਵੀ ਸਿੱਧੂ ਸਾਹਿਬ ਸ਼ਾਇਦ 1-2 ਦਿਨ ਪਾਉਣਗੇ ਹੁਣ ਵੀ ਯਾਰ ਹੁਣ ਮੈਂ ਕੀ ਕਹਾਂ। ਪਰ ਉਹਨਾਂ ਮੈਨੂੰ ਲੱਗਦਾ ਵੀ ਘੜੀ ਤੇ ਅਲਾਰਮ ਲਾਇਆ, ਜਦੋਂ ਟਾਈਮ ਹੋ ਜਾਂਦਾ ਨਾ ਅਗਲੇ ਦਿਨ ਉਹ ਕਹਿੰਦੇ 24 ਘੰਟੇ ਬੀਤ ਗਏ, ਚਲੋ ਫਿਰ ਟਿਕ ਟਵੀਟ ਅਗਲਾ ਹੁਣ ਫੇਰ ਕੱਢ ਮਾਰੀ ਗੱਲ। ਉਹ ਕਹਿੰਦਾ ਮੈਂ ਨਹੀਂ ਡਰਨ ਵਾਲਾ, ਕਹਿੰਦੇ ਵੀ ਇੱਧਰ ਉੱਧਰ ਕੀ ਗੱਲ ਨਾ ਕਰੋ, ਹੁਣ ਤਾਂ ਸਿੱਧਾ ਇਨਸਾਫ ਦੀ ਗੱਲ ਹੋਊਗੀ। ਭਾਈ ਸਾਹਿਬ ਇਹ ਸਿੱਧੂ ਸਾਹਿਬ ਜਿਸ ਹਿਸਾਬ ਨਾਲ ਡਟ ਗਏ, ਇਹ ਗੱਲ ਪਹੁੰਚੂ ਕਿਤੇ। ਨਹੀਂ ਦੇਖੋ ਇੱਕ ਗੱਲ ਤਾਂ ਪੱਕੀ ਆ ਕਿ ਸਿੱਧੂ ਸਾਹਿਬ ਹੁਣ ਪਿਛਾਂਹ ਹਟਣ ਵਾਲੇ ਤਾਂ ਹੈ ਨਹੀਂ, ਉਹ ਕੁਛ ਨਾ ਕੁਛ ਉਹਨਾਂ ਨੇ ਕਰਕੇ ਰਹਿਣਾ। ਹੁਣ ਜਦੋਂ 4 ਮੰਤਰੀਆਂ ਨੇ ਹੋਰਾਂ ਨੇ ਰੌਲਾ ਪਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੱਢੋ ਪਾਰਟੀ 'ਚੋਂ, ਇਹ ਬੰਦਾ ਪਾਰਟੀ ਤੋੜਨ ਨੂੰ ਫਿਰਦਾ, ਆਪੇ ਹੀ ਬੈਟਿੰਗ ਕਰਦਾ, ਮੁਰਲੇ ਪਾਸੇ ਸਾਡੀ ਪਾਰਟੀ ਨੂੰ ਖੱਜਲ ਕਰਦਾ। ਉਮੀਦ ਪਤਾ ਕੀ ਸੀ ਸਿੱਧੂ ਸਾਹਿਬ ਦੇ ਸੁਭਾਅ ਦੇ ਮੁਤਾਬਕ ਕਿ ਉਹਨਾਂ ਨੇ 4 ਨੂੰ ਟੁੱਟ ਕੇ ਪੈ ਜਾਣਾ, ਪਰ ਨਾ, ਬਿਲਕੁਲ ਇੱਕ ਸ਼ਬਦ ਵੀ ਉਹਨਾਂ ਬੰਦਿਆਂ ਦੇ ਖਿਲਾਫ ਨਹੀਂ ਬੋਲਿਆ। ਸਿਰਫ ਤੇ ਸਿਰਫ ਇਹ ਕਿਹਾ ਕਿ ਭਾਈ ਜਿਹੜੇ ਤੁਹਾਡੇ ਸਹਿਯੋਗੀ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਰੱਖ ਕੇ ਨਾ ਚਲਾਓ, ਜੇ ਹਿੰਮਤ ਹੈਗੀ ਆ ਤਾਂ ਸਿੱਧੇ ਗੱਲ ਕਰੋ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਠੀਕ ਹੈ, ਇਸ ਕਚਹਿਰੀ 'ਚੋਂ ਬਚ ਜਾਓਗੇ, ਉਸ ਕਚਹਿਰੀ 'ਚੋਂ ਬਚ ਜਾਓਗੇ, ਰੱਬ ਦੀ ਕਚਹਿਰੀ 'ਚੋਂ ਕਿਵੇਂ ਬਚ ਜਾਓਗੇ? ਰੱਬ ਦੀ ਕਚਹਿਰੀ ਦੇ ਵਿੱਚ ਤਾਂ ਰੱਬ ਨੂੰ ਸਾਰਾ ਕੁਝ ਪਤਾ ਕਿ ਭਾਈ ਕੀ ਠੀਕ ਹੈ ਤੇ ਕੀ ਨਹੀਂ ਠੀਕ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਜੇ ਤਾਂ ਨਵਜੋਤ ਸਿੰਘ ਸਿੱਧੂ ਸਾਰੇ ਮੰਤਰੀਆਂ ਨੂੰ ਵੀ ਪੈ ਜਾਂਦੇ, ਅਗਲਿਆਂ ਲੱਗਣਾ ਸੀ ਕਿ ਪਰਸਨਲੀ ਪਾਈ ਇਹ ਬੰਦਾ ਸਾਨੂੰ ਵੀ ਪਿਆ, ਪਰ ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੇ ਇੱਕ ਵੀ ਹੋਰ ਬੰਦੇ ਨੂੰ ਉਹ ਨਾ ਧਰਮਸੋਤ ਸਾਹਿਬ ਦੇ ਖਿਲਾਫ ਬੋਲਿਆ, ਨਾ ਉਹ ਜਾਖੜ ਸਾਹਿਬ ਦੇ ਖਿਲਾਫ ਬੋਲੇ। ਸਿੱਧੂ ਸਾਹਿਬ ਦੀ ਗੱਲ ਕਰਦਾ, ਕਿਸੇ ਬੰਦੇ ਦੇ ਖਿਲਾਫ ਨਹੀਂ ਬੋਲੇ, ਨਾ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਹੀਂ ਲਿਆ। ਸਿੱਧੇ ਤੌਰ ਦੇ ਉੱਤੇ ਕੇਵਲ ਤੇ ਕੇਵਲ ਉਹਨਾਂ ਦੇ ਮਹਿਕਮੇ ਨੂੰ ਟਾਰਗੇਟ ਕਰਦੇ ਆ। ਇਹਦਾ ਮਤਲਬ ਹੈ ਕਿ ਭਲਕ ਨੂੰ ਜੇ ਚਿੱਠੀਆਂ ਲਿਖ ਦਿੱਲੀ ਵਾਲੇ ਜਾਣਗੀਆਂ ਵੀ ਕਿ ਹਾਈ ਕਮਾਂਡ ਨੂੰ ਕਿ ਪਾਈਆ ਦੇਖੋ ਬੰਦਾ ਕਿਵੇਂ ਬੋਲਦਾ, ਨਾ ਤਾਂ ਅਗਲੇ ਨੇ ਇੱਕ ਵਾਰੀ ਵੀ ਨਹੀਂ ਲਿਆ। ਅਗਲਾ ਵੀ ਉੱਥੇ ਜਾ ਕੇ ਦੂਆ ਜੀ ਟਵੀਟ ਦੇਖ ਲਓ, ਮੈਂ ਇੱਕ ਵਾਰੀ ਕੈਪਟਨ ਸਾਹਿਬ ਦਾ ਨਾਂ ਲਿਆ, ਮੈਂ ਇੱਕ ਵਾਰੀ ਕਾਂਗਰਸ ਪਾਰਟੀ ਦੇ ਕਿਸੇ ਹੋਰ ਬੰਦੇ ਦਾ ਨਾਂ ਲਿਆ, ਮੈਂ ਇੱਕ ਵਾਰੀ ਵੀ ਕਿਹਾ ਕਿ ਸਾਡੀ ਪਾਰਟੀ ਮਾੜੀ। ਸਗੋਂ ਆ ਪਿਛਲੇ ਸਮੇਂ ਜਦੋਂ ਉਹਨਾਂ ਨੇ ਕਿਹਾ ਸੀ ਕਿ ਭਾਈ ਪਾਰਟੀ ਦਾ ਕਸੂਰ ਨਹੀਂ ਹੁੰਦਾ, ਉਹਨੂੰ ਲੀਡ ਕਰਨ ਵਾਲੇ ਦਾ ਕਸੂਰ ਹੁੰਦਾ, ਜਿਹਦੀ ਡਿਊਟੀ ਹੁੰਦੀ ਹੈ, ਜੇ ਉਹ ਡਿਊਟੀ ਚੰਗੀ ਨਾ ਨਿਭਾਵੇ ਤਾਂ ਸਾਰੀ ਪਾਰਟੀ ਨੂੰ ਮਾੜਾ ਕਿੱਦਾਂ ਕਹਿ ਦਿਓਗੇ। ਸੋ ਕੁੱਲ ਮਿਲਾ ਕੇ ਐਂ ਲੱਗਦਾ ਕਿ ਦਿੱਲੀੋਂ ਅੰਮ੍ਰਿਤਸਰ ਦੇ ਵਿਚਾਲੇ ਕੋਈ ਨਾ ਕੋਈ ਖਿਚੜੀ ਰਿੱਝ ਰਹੀ ਹੈ, ਢਕੀ ਹੋਈ ਪੱਕ ਰਹੀ ਹੈ,
ਉਹਦੇ ਵਿੱਚ ਸ਼ਾਇਦ ਪਟਿਆਲਾ ਹੁਣ ਨਹੀਂ ਆਉਂਦਾ। ਨਹੀਂ, ਪਰ ਇਹਦੇ 'ਚ ਇਹ ਕਿੱਦਾਂ ਪਤਾ ਵੀ ਜਿਹੜੀ ਦਿੱਲੀੋਂ ਖਿਚੜੀ ਪੱਕ ਰਹੀ ਹੈ ਇਹ ਉਸੇ ਕਿਚਨ 'ਚੋਂ ਪੱਕ ਰਹੀ ਹੈ ਜਿਸ ਕਿਚਨ 'ਚੋਂ ਆਸ ਕੀਤੀ ਜਾ ਰਹੀ। ਇਹ ਮੰਨ ਲਓ ਵੀ ਸਰਕਾਰਾਂ ਹੁਣ ਘਰੋਂ ਘਰੀ ਪ੍ਰਸ਼ਾਦਾ ਪਹੁੰਚਾ ਸਕਦੀਆਂ ਤੇ ਉਧਰੋਂ ਵੀ ਤੇ ਪ੍ਰਸ਼ਾਦਾ ਆ ਹੀ ਸਕਦਾ ਨਾ। ਨਹੀਂ ਆ ਸਕਦਾ ਇਹਦੇ ਵਿੱਚ, ਪਾਸਿਓਂ ਮੈਂ ਕਹਿ ਰਿਹਾ ਨਹੀਂ ਆ ਸਕਦਾ ਇਹਦੇ ਵਿੱਚ ਕੋਈ ਉਹਨਾਂ ਨੂੰ ਇਹ ਵੀ ਨਹੀਂ ਹੈਗਾ, ਕਹਿੰਦੇ ਹੁੰਦੇ ਪਤਾ ਲੱਗ ਜੂਗਾ ਜੇ ਇੱਥੋਂ ਭੇਜਾਂਗੇ ਬਣਾ ਕੇ, ਆਨਲਾਈਨ ਆਰਡਰ ਕਰ ਦਿਓ ਕਿ ਭਾਈ ਅੰਮ੍ਰਿਤਸਰੀ ਕਿਸੇ ਨੂੰ ਆਰਡਰ ਕਰ ਦਿਓ ਕਿ ਭਾਈ ਫਲਾਣੇ ਐਡਰੈਸ ਦੇ ਉੱਤੇ ਪਹੁੰਚਾਓ, ਪੀਜ਼ਾ ਮੰਗਾ ਲਓ, ਪੀਜ਼ਾ ਮੰਗਾ ਲਓ, ਰੋਟੀ ਨਹੀਂ ਖਾਣੀ ਅੱਜ ਪੀਜ਼ਾ ਮੰਗਾਓ, ਤੇ ਪੁੱਛ ਲੈਣਾ ਪਹਿਲਾਂ ਕਿਹੜਾ ਲੈਣਾ ਹੈ ਕਿ ਉਹ ਮਿਰਚ ਵਾਲਾ ਰੱਖਣਾ ਹੈ ਕਿ ਦੂਸਰਾ ਰੱਖਣਾ ਹੈ। ਹੁਣ ਸੰਧਾਲੀਆ ਸਾਹਿਬ ਇੱਥੇ ਗੱਲ ਹੋ ਰਹੀ ਹੈ, ਮੈਨੂੰ ਐਂ ਲੱਗਦਾ ਕਿ ਕਾਂਗਰਸ ਪਾਰਟੀ ਦੇ ਕਿ ਹਰ ਪਾਰਟੀ ਦੇ ਬਹੁਤੇ ਵਿਧਾਇਕਾਂ ਨੂੰ ਇਸ ਵੇਲੇ ਪਾਰਟੀ ਪੂਰਟੀ ਨਾਲ ਕੋਈ ਨਹੀਂ, ਬਹੁਤੇ ਬੰਦੇ ਇਹੀ ਦੇਖਦੇ ਆ ਕਿ ਭਾਈ ਜਿੱਤ ਜਾਾਂਗੇ ਕੀ ਸੀਟ ਕੱਢ ਲਾਂਗੇ, ਫਿਰ ਦੂਸਰੀ ਗੱਲ ਉਹ ਦੇਖਦੇ ਕਿ ਮੈਂ ਆਪ ਕੱਢ ਲਵਾਂ, ਜੇ ਲੱਗਦਾ ਕਿ ਭਾਈ ਨਹੀਂ ਮੁਕਾਬਲਾ ਥੋੜ੍ਹਾ ਜਿਹਾ ਔਖਾ ਹੋ ਜੂ ਫਿਰ ਉਹ ਦੇਖਦੇ ਆ ਕਿ ਭਾਈ ਕਿਹੜੇ ਬੰਦੇ ਦੇ ਨਾਲ ਰਲਾਂ ਜਿਹਦੇ ਆਉਣ ਦੇ ਉੱਤੇ ਸੀਟ ਕੱਢ ਲਾਂਗੇ। ਇਸ ਕਰਕੇ ਮੈਨੂੰ ਲੱਗਦਾ ਕਿ ਵੱਡੀ ਪੱਧਰ ਤੇ ਦਲ ਬਦਲੀਆਂ ਐਤਕੀ ਹੋਣੀਆਂ, ਠੋਕ ਵਜਾ ਕੇ ਹੋਣੀਆਂ। ਜਿਹੜੀਆਂ ਪਾਰਟੀਆਂ ਦੇ ਝੰਡੇ ਲੀਡਰ ਅਜੇ ਤੱਕ ਚੱਕੀ ਫਿਰਦੇ ਆ, ਜਦੋਂ ਤੱਕ ਇਲੈਕਸ਼ਨ ਆਉਣੀ ਆ, ਜਦੋਂ ਤੱਕ ਕਾਗਜ਼ ਦਾਖਲ ਕਰਨੇ ਆ, ਝੰਡੇ ਵੀ ਬਦਲ ਜਾਣੇ ਆ, ਪੱਗਾਂ ਦੇ ਰੰਗ ਵੀ ਬਦਲ ਜਾਣੇ ਆ, ਚੋਣ ਨਿਸ਼ਾਨ ਵੀ ਬਦਲ ਜਾਣੇ ਆ। ਨਹੀਂ, ਆਪਸ਼ਨਾਂ ਹੀ ਬੜੀਆਂ ਨੇ। ਦੇਖੋ ਇੱਕ ਪਾਸੇ ਜ਼ਿਆਦਾ ਨਹੀਂ ਤੇ 115 ਦੇ ਕਰੀਬ ਸੀਟਾਂ ਖਾਲੀ ਹੈ ਗੱਡੀ 'ਚ, 2 ਹੀ ਭਰੀਆਂ ਜੀ, ਸਿਰਫ ਡਰਾਈਵਰ ਤੇ ਕੰਡਕਟਰ ਹੈਗੇ ਬੱਸ ਦੇ, ਬਾਕੀ ਸਾਰੀ ਖਾਲੀ। ਨਵੇਂ ਨੇਕ ਲਿਸ਼ਕਾ ਮਾਰਦੀ ਕਮਲ ਦਾ ਫੁੱਲ ਉਹਨਾਂ ਨੇ ਬਣਾ ਲਿਆ ਬੱਸ ਦੇ ਬਾਹਰ। ਉਹ ਕਹਿੰਦੇ ਵੀ ਆ ਜਾਓ, ਚੜ੍ਹ ਜਾਓ, ਜਿੰਨੇ ਚੱਲਣਾ, ਜਿੰਨੇ ਪਾਰ ਲੰਘਣਾ ਆ ਜਾਓ, ਤੁਹਾਨੂੰ ਲੰਘਾਈਏ। ਨਹੀਂ, ਉਹ ਤਾਂ ਇਦਾਂ ਵੀ ਕਹਿੰਦੇ ਆ ਕਿ ਸਾਰੇ ਅਧਿਕਾਰ ਤੁਹਾਨੂੰ ਦੇਾਂਗੇ, ਜੇ ਕੋਈ ਬੰਦਾ ਤਾਰਨਾ ਸਵਿਚ ਵੀ ਤੁਹਾਡੇ ਕੋਲ, ਬੂਹਾ ਵੀ ਤਾਂ ਖੁੱਲੂ। ਹਾਂ, ਇਹ ਨਹੀਂ ਹੈ ਕਿ ਭਾਈ ਬੂਹਾ ਹੈ ਨਹੀਂ ਜਿਹੜਾ ਮਰਜ਼ੀ ਛਾਲ ਮਾਰ ਕੇ ਚੜ੍ਹ ਜਾਓ, ਜਿਹੜਾ ਮਰਜ਼ੀ ਉਤਰ ਜਾਏ। ਦੂਜੇ ਉਹ 20 ਬੰਦੇ ਤੁਰੇ ਸੀ, ਉਹ ਵੀ ਦਹਾਂ ਦੀ ਹੋਈ ਫਿਰਦੇ ਆ, ਇਸ ਵਕਤ 2 ਟੀਮਾਂ ਕ੍ਰਿਕਟ ਦੀਆਂ ਬਣਾਈ ਫਿਰਦੇ ਆ, ਬੰਦੇ ਉਹਨਾਂ ਨੂੰ ਵੀ ਚਾਹੀਦੇ। ਮਹਾਰਾਜ ਉਹਨਾਂ ਨੂੰ ਪੁੱਛ ਕੇ ਦੇਖੋ, ਅਗਲੇ ਕਹਿੰਦੇ ਆ ਕਿ ਭਾਈ ਅਸੀਂ ਤਾਂ 8 ਮਹੀਨਿਆਂ ਬਾਅਦ ਸਰਕਾਰ ਚਲਾਣੀ ਹੈ, ਉਹ ਤਾਂ ਵਾਅਦਾ ਕਰਦੇ ਫਿਰਦੇ ਆ ਕਿ ਭਾਈ ਜਿੱਦਾਂ ਦਿੱਲੀ ਸ਼ਾਸਨ ਕੀਤਾ ਇੱਥੇ ਕਰਾਂਗੇ। ਨਹੀਂ, ਉਹ ਤਾਂ ਪਿਛਲੀ ਵਾਰ ਵੀ ਕਰਦੇ ਸੀ ਨਾ, ਪਿਛਲੀ ਵਾਰ ਮੁਸ਼ਕਿਲ ਹੀ ਆ ਗਈ। ਉਹ ਕਹਿੰਦੇ ਵੀ 117 'ਚ 100 ਜਿੱਤਣੀਆਂ, ਤੇ ਪਤਾ ਬਾਅਦ ਲੱਗਾ ਵੀ ਯਾਰ ਠੋਕ ਵਜਾ ਕੇ ਜੇ ਤਾਂ ਬੰਦੇ ਕਿਤੇ 90 ਖੜੇ ਕੀਤੇ ਤੇ ਫਿਰ 117 ਦਾ ਵਾਅਦਾ ਕਿਸ ਹਿਸਾਬ ਨਾਲ ਹੋ ਜਾਂਦਾ। ਪਰ ਚਲੋ ਜੋ ਵੀ ਹੈ, ਇਹ ਸਾਰੇ ਕੁਝ ਇੱਕ ਗੱਲ ਤੇ ਪੱਕੀ ਹੈ ਵਾਟ ਸਾਹਿਬ ਵੀ ਸਿਆਸਤ ਆਪਣੀ ਥਾਂ ਤੇ ਕੰਮ ਕਰੀ ਜਾਂਦੀ, ਲੋਕ ਆਪਣੀ ਥਾਂ ਤੇ ਰੁਲੀ ਜਾਂਦੇ ਆ, ਤੇ ਮੈਂ $5 ਦੀ ਸ਼ਰਤ ਜਿੱਤ ਜਾਣੀ। ਉਹ ਕਿਵੇਂ? ਉਹ ਇਦਾਂ ਵੀ ਦੇਖੋ ਲੋਕਾਂ ਨੇ ਉਦੋਂ ਤੱਕ ਭੁੱਲ ਜਾਣਾ ਸਾਰਾ ਕੁਝ, ਫਿਰ ਅਸੀਂ ਵੋਟਾਂ ਪਵਾ ਲੈਣੀਆਂ। ਨਹੀਂ, ਮੈਂ ਉਹਦੀ ਗੱਲ ਦੱਸਦਾ। ਇੱਕ ਦੁਕਾਨਦਾਰ ਨੂੰ ਕਿਸੇ ਨੇ ਪੁੱਛਿਆ, ਦਿੱਲੀ ਦੇ ਵਿੱਚ ਉਹ ਬੰਦਾ ਆਪਣੇ ਟੱਬਰ ਨੂੰ ਲੈ ਕੇ ਆਇਆ, ਜਵਾਨ ਉਹਦੀ ਧੀ ਉਹਦੇ ਘਰੋਂ, ਤੇ ਆਪ ਤਿੰਨੋਂ ਜਣੇ ਲੰਗਰ ਦੇ ਵਿੱਚ ਰੋਟੀਆਂ ਪਕਾਉਣ, ਤੇ ਉਹ ਕਾਰੋਬਾਰੀ ਬੰਦਾ ਸੀ, ਦੁਕਾਨਦਾਰ ਸੀ। ਉਹਨੂੰ ਪੁੱਛਿਆ ਕਿ ਤੁਸੀਂ ਕਿੱਦਾਂ ਜੀ ਇੱਥੇ ਦਾ ਕਿਸਾਨਾਂ ਦਾ ਧਰਨਾ? ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਸਾਡੇ ਵੀ ਕਦੇ ਪਰਿਵਾਰ ਕਿਤੇ ਪੁਰਾਣੇ ਸਮੇਂ ਦੇ ਵਿੱਚ ਖੇਤੀ ਕਰਦੇ ਹੁੰਦੇ ਸੀ, ਲੋਕਡਾਊਨ ਲੱਗਾ, ਦੁਕਾਨ ਮੇਰੀ ਬੰਦ ਹੈ, ਤੇ ਮੈਂ ਘਰੇ TV ਵੀ ਦੇਖ ਸਕਦਾ, ਸਭ ਕੁਝ ਕਰ ਸਕਦਾ ਸੀ, ਪਰ ਮੈਂ ਸੋਚਿਆ ਇਦਾਂ ਨਹੀਂ, ਇੱਕ ਤਾਂ ਧੀ ਰਾਣੀ ਨੂੰ ਇਹ ਪਤਾ ਲੱਗੂਗਾ ਕਿ ਕਿਸਾਨਾਂ ਦੀ ਜ਼ਿੰਦਗੀ ਇਦਾਂ ਦੀ ਹੁੰਦੀ ਹੈ, ਦੂਸਰਾ ਨੇ ਵੀ ਪਤਾ ਲੱਗੂਗਾ ਕਿ ਜਦੋਂ 30 35 40 ਡਿਗਰੀ ਟੈਂਪਰੇਚਰ ਆ, ਤੇ ਉਸ ਵੇਲੇ ਲੋਹ ਦੇ ਵਿੱਚ ਬਾਲਣ ਪਾ ਕੇ ਜਦੋਂ ਤਪਦੀ ਲੋਹ ਦੇ ਮੂਹਰੇ ਬੈਠ ਕੇ ਰੋਟੀਆਂ ਪਕਾਉਣੀਆਂ, ਉਹ ਮਾਡਰਨ ਰਸੋਈ ਤੋਂ ਹੋਰ ਤਰ੍ਹਾਂ ਦਾ ਸੇਕ ਹੁੰਦਾ। ਤੇ ਤੀਸਰਾ ਉਹ ਕਹਿੰਦੇ ਸਾਨੂੰ ਐ ਲੱਗਦਾ ਕਿ ਭਾਵੇਂ ਸਾਡੀਆਂ ਦੁਕਾਨਾਂ ਵਾਲਾ ਮਸਲਾ ਹੋਰ ਹੈ ਤੇ ਕਿਸਾਨਾਂ ਵਾਲਾ ਹੋਰ ਹੈ, ਪਰ ਅਸੀਂ ਸਾਥ ਹੁਣ ਇੱਕ ਦੂਜੇ ਦਾ ਦੇਣਾ। ਸੰਧਾਲੀਆ ਸਾਹਿਬ ਕੋਈ ਗੱਲ ਨਹੀਂ, $5 ਚਾਹੀਦੇ ਆ ਨਾ, 15 ਦੇਾਂਗੇ, ਤੁਸੀਂ ਆਪਦੀ ਸ਼ਰਤ ਜਿੱਤ ਕੇ ਦਿਖਾਓ, ਅਸੀਂ ਵੀ ਇੱਥੇ ਖੜੇ ਹਾਂ। ਉਹ ਤਾਂ ਜਿੱਤੀ ਜਾਣੀ ਆ, ਉਹ ਤਾਂ ਨਹੀਂ ਛੱਡਦੇ, ਬਹੁਤ ਸਾਡੇ ਕੋਲੇ ਤਰੀਕੇ ਨੇ, ਢੰਗ ਨੇ। ਮੇਰੀ ਗੱਲ ਸੁਣੋ, ਆਜੋ ਵੈਂਟੀਲੇਟਰਾਂ ਦੀ ਗੱਲ ਕਰ ਲਈਏ ਯਾਰ। ਉਹ ਕਹਿੰਦੇ ਕੇਂਦਰ ਸਰਕਾਰ ਵਾਲੇ ਕਹਿੰਦੇ ਸੀ ਵੀ ਇਹ ਇਹਨਾਂ ਨੇ ਮਾੜੇ ਭੇਜਤੇ। ਹੁਣ ਕੇਂਦਰ ਸਰਕਾਰ ਕਹਿੰਦੀ ਵੀ ਸਾਡੇ ਵਾਲੇ ਵੈਂਟੀਲੇਟਰ ਤਾਂ ਠੀਕ ਹੈ, ਇਹਨਾਂ ਨੇ ਵਿਗਾੜਤੇ। ਨਹੀਂ, ਉਹਨਾਂ ਨੇ ਤਾਂ ਕਲੀਅਰ ਹੀ ਕਰ ਦਿੱਤਾ ਸੰਧਾਲੀਆ ਸਾਹਿਬ, ਬਕਾਇਦਾ ਲਿਖਤੀ। ਉਹ ਕਹਿੰਦੇ ਹਾਂ, ਉਹਨਾਂ ਨੇ 3-4 ਦਾਅਵੇ ਕੀਤੇ। ਉਹ ਕਹਿੰਦੇ ਵੈਂਟੀਲੇਟਰ ਬਿਲਕੁਲ ਠੀਕ ਹੈ, ਇਹਨਾਂ ਖਰਾਬ ਕੀਤੇ ਆ, ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਇਹਨਾਂ ਨੇ ਬਿਲਕੁਲ ਠੀਕ ਵੈਂਟੀਲੇਟਰ ਹੋਣ ਦੇ ਸਾਨੂੰ ਸਰਟੀਫਿਕੇਟ ਚਿੱਠੀਆਂ ਵੀ ਭੇਜੀਆਂ ਰਿਸੀਵਿੰਗ, ਕਿ ਤੁਹਾਡੇ ਵੈਂਟੀਲੇਟਰ ਪਹੁੰਚ ਗਏ, ਠੀਕ ਇਲਾਜ ਨੇ, ਤੇ ਉਹ ਠੀਕ ਨੇ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਰਨ ਕੀ ਜੀ, ਫਿਰ ਜਾਣੀ ਉਹ ਚਲਾਉਂਦੇ ਕਿਉਂ ਨਹੀਂ ਵੈਂਟੀਲੇਟਰ, ਜੇ ਚੰਗੇ ਨੇ ਵੈਂਟੀਲੇਟਰ ਉਹ ਮੰਗ ਰਹੇ ਆ, ਚਲਾਉਂਦੇ ਕਿਉਂ ਨਹੀਂ? ਉਹ ਕਹਿੰਦੇ ਅਸਲ ਦੇ ਵਿੱਚ ਇਹਨਾਂ ਦੇ ਕੋਲੇ ਪ੍ਰਬੰਧ ਹੀ ਨਹੀਂ, ਪੰਜਾਬ ਸਰਕਾਰ ਦੇ ਕੋਲੇ ਮੁੱਢਲਾ ਢਾਂਚਾ ਹੀ ਨਹੀਂ ਹੈਲਥ ਡਿਪਾਰਟਮੈਂਟ 'ਚ। ਇਹਨਾਂ ਨੂੰ ਕਹਿੰਦੇ ਅਸੀਂ ਜਦੋਂ ਉਹ ਵੈਂਟੀਲੇਟਰ ਭੇਜੇ ਆ, ਇਹਨਾਂ ਨੂੰ ਕਿਹਾ ਸੀ ਕਿ ਆਹ ਪਾਈਪਾਂ ਚੇਂਜ ਕਰਨੀਆਂ, ਇਸ ਤਰੀਕੇ ਦੇ ਹੋਰ ਪ੍ਰਬੰਧ ਕਰਨੇ ਆ, ਆਹ ਸਾਰੀਆਂ 3-4 ਚੀਜ਼ਾਂ ਛੋਟੀਆਂ ਇਹਨਾਂ ਦੀ ਡਿਊਟੀ ਸੀ ਕਿ ਇਹਨਾਂ ਦੇ ਪੁਰਾਣੇ ਢਾਂਚੇ ਦੇ ਵਿੱਚੋਂ ਤਬਦੀਲ ਹੋਣੀਆਂ, ਵੈਂਟੀਲੇਟਰ ਉੱਥੇ ਫਿੱਟ ਹੋਣਾ। ਇਹਨਾਂ ਨੇ ਕਹਿੰਦੇ ਉਹ ਤਬਦੀਲ ਕੀਤੀਆਂ ਨਹੀਂ, ਤੇ ਜਿੰਨਾ ਸਾਰਾ ਪੰਗਾ ਉਹਦਾ ਹੀ ਪੈਂਦਾ, ਬਾਕੀ ਪਾਸੇ ਵੀ ਤਾਂ ਕਹਿੰਦੇ ਚੱਲਦਾ ਹੀ ਹੈ। ਜਾਣੀ ਉਹਨਾਂ ਨੇ ਸਾਰੇ ਦਾ ਸਾਰਾ ਗਲੋਂ ਗਲਾਮਾ ਲਾ ਕੇ ਪੰਜਾਬ ਸਰਕਾਰ ਦੇ ਉੱਤੇ ਸਿੱਟ ਦਿੱਤਾ। ਹੁਣ ਪੰਜਾਬ ਸਰਕਾਰ ਜਵਾਬ ਕੀ ਦਿੰਦੀ ਹੈ, ਆਉਣ ਵਾਲਾ ਸਮਾਂ ਦੱਸੂਗਾ। ਨਹੀਂ, ਆਉਣ ਵਾਲੇ ਸਮੇਂ ਨੇ ਕੀ ਦੱਸਣਾ, ਹੀ ਹੁਣੇ ਜਵਾਬ ਦੇ ਦਿੰਦੇ ਆ ਵੀ ਸਾਡੇ ਵੱਲੋਂ ਜਵਾਬ ਹੀ ਹੈ, ਫਿਰ ਜਾਓ ਲੈ ਜਾਓ ਚੱਕ ਕੇ ਵੈਂਟੀਲੇਟਰ। ਨਹੀਂ, ਸਿੱਧੂ ਸਾਹਿਬ ਨੇ ਕਹਿ ਦਿੱਤਾ, ਬਲਵੀਰ ਸਿੰਘ ਸਿੱਧੂ ਹੋਰਾਂ ਨੇ, ਸਿਹਤ ਮੰਤਰੀ ਨੇ, ਉਹ ਕਹਿੰਦੇ ਜਾਂਚ ਚੱਲ ਰਹੀ ਹੈ, ਜਾਂਚ ਰਿਪੋਰਟ ਜਦੋਂ ਆ ਜਾਊਗੀ ਤੇ ਲੋਕਾਂ ਨੂੰ ਪੰਜਾਬ ਦੇ ਨੂੰ ਦੱਸ ਦੇਣਾ। ਜਾਂਚ ਰਿਪੋਰਟ ਤੋਂ ਪਤਾ ਲੱਗਾ SIT ਵੀ ਸਰਕਾਰ ਮੈਂ SIT ਨੇ ਕਹਿੰਦੇ ਹੁਣ ਉਹ ਸ਼ੁਰੂ ਕਰ ਦਿੱਤਾ ਕੰਮ। ਮੈਨੂੰ ਲੱਗਦਾ ਕਿ ਵੀ ਹੋ ਸਕਦਾ ਜਿਸ ਹਿਸਾਬ ਨਾਲ ਕਾਂਗਰਸ ਪਾਰਟੀ ਦੇ ਅੰਦਰੋਂ ਪ੍ਰੈਸ਼ਰ ਪੈ ਰਿਹਾ,
ਕਾਂਗਰਸ ਪਾਰਟੀ ਵਾਲੇ ਪਾਸਿਓਂ ਹੋ ਸਕਦਾ ਮੁੱਖ ਮੰਤਰੀ ਦਫ਼ਤਰ ਵੀ ਇਹ ਕੋਸ਼ਿਸ਼ ਕਰੇ ਕਿ ਵੀ ਜਿੰਨੀ ਛੇਤੀ ਹੋ ਸਕੇ ਆਪਾਂ ਕੁਛ ਨਾ ਕੁਛ, ਇਹ ਨਹੀਂ ਕਿ ਫੈਸਲਾ ਹੋ ਜਾਵੇ, ਇੱਕ ਵਾਰ ਦੁਬਾਰਾ ਕੇਸ ਮੰਗਦਾ ਜਾਂ ਕਰ ਦਈਏ ਅਦਾਲਤ ਦੇ ਵਿੱਚ। ਲੋਕਾਂ 'ਚ ਕਹਿਣ ਵਾਲੇ ਤਾਂ ਹੋਈਏ ਵੀ ਨਹੀਂ ਕੋਈ ਗੱਲ ਨਹੀਂ ਜੀ, ਉੱਧਰੋਂ ਨਹੀਂ ਸੀ ਗੱਲ ਬਣੀ ਤੇ ਆਹ ਦੇਖੋ ਜੀ ਆਹ ਨਵਾਂ ਚਲਾਨ ਅਸੀਂ ਪੇਸ਼ ਕਰਤਾ, ਇਹ ਸਾਡੀ ਗੱਲ ਸਟੈਂਡ ਕਰਦੀ ਹੈ। ਕਈ ਲੋਕਾਂ ਨੂੰ ਇਹ ਲੱਗਦਾ ਕਿ SIT ਤੋਂ ਛੇਤੀ ਚਲਾਨ ਪੇਸ਼ ਕਰਾ ਕੇ ਕੋਈ ਰਿਪੋਰਟ ਪੇਸ਼ ਕਰਾ ਕੇ ਅਦਾਲਤ 'ਚ ਪੰਜਾਬ ਦੀ ਸਰਕਾਰ ਆ ਸਾਰਾ ਕੁਝ ਜਿਹੜਾ ਉਹਦੇ ਖਿਲਾਫ ਜਾਂਦਾ ਹੈ, ਲੋਕਾਂ ਦੇ ਵਿੱਚ ਇੱਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਠੰਡਾ ਪਾਉਣ ਦੀ ਕੋਸ਼ਿਸ਼ ਕਰੂ। ਪਰ ਉਹ ਕੋਟਕਪੂਰੇ ਗਏ ਆ ਬੱਤੀਆਂ ਵਾਲੇ ਚੌਂਕ 'ਚ, ਕਿਸੇ ਨਾਲ ਗੱਲ ਨਹੀਂ ਕੀਤੀ, ਮੀਡੀਆ ਨਾਲ ਗੱਲ ਨਹੀਂ ਕੀਤੀ, ਕਿਉਂਕਿ SIT ਬਣਾਉਣ ਲੱਗਿਆ ਨਿਯਮ ਬਣਾਇਆ ਕਿ ਤੁਸੀਂ ਜਾਂਚ ਕਰਨੀ ਹੈ, ਰਿਪੋਰਟ ਸਿੱਧੀ ਅਦਾਲਤ ਨੂੰ ਦੇਣੀ ਹੈ, ਮੀਡੀਆ ਦੇ ਵਿੱਚ ਜਾ ਕੇ ਗੱਲ ਨਹੀਂ ਕਰਨੀ, ਜਿਹਦਾ ਕੁੰਵਰ ਵਿਜੇ ਪ੍ਰਤਾਪ ਹੋਰੀ ਕਰਦੇ ਹੁੰਦੇ ਸੀ। ਹੁਣ ਉਹ ਬੱਤੀਆਂ ਵਾਲੇ ਚੌਂਕ 'ਚ ਗਏ ਆ, ਕੁਝ ਹੋਰ ਥਾਵਾਂ ਤੇ ਗਏ ਆ, ਜਾ ਕੇ ਪੜਤਾਲ ਕੀਤੀ ਆ। ਪਰ ਮੈਨੂੰ ਇੱਕ ਸ਼ੱਕ ਹੈ, ਪੀੜਤ ਪਰਿਵਾਰਾਂ ਨੇ ਕਿਹਾ ਸੀ ਕਿ ਸਾਨੂੰ ਇਨਸਾਫ ਦੀ ਆਸ ਨਹੀਂ। ਕੁਝ ਗਵਾਹ ਜਿਹੜੇ ਆ ਉਹਨਾਂ ਦਾ ਰਵੱਈਆ ਵੀ ਬਹੁਤਾ ਹਾਂ ਪੱਖੀ ਨਹੀਂ, ਜਾਣੀ ਕਿ ਉਹ ਬਹੁਤਾ ਇਸ ਗੱਲ ਦੇ ਉੱਤੇ ਧਿਆਨ ਨਹੀਂ ਲਾ ਰਿਹਾ ਕਿ ਭਾਈ ਸਾਨੂੰ ਇਨਸਾਫ ਮਿਲ ਜਾਣਾ। ਸੰਧਾਲੀਆ ਸਾਹਿਬ, ਜੇ ਪੀੜਤ ਪਰਿਵਾਰ ਵੀ ਬਹੁਤੇ ਉਤਸ਼ਾਹ ਦੇ ਵਿੱਚ ਨਹੀਂ, ਜੇ ਗਵਾਹ ਵੀ ਬਹੁਤੇ ਉਤਸ਼ਾਹ ਦੇ ਵਿੱਚ ਨਹੀਂ, ਠੀਕ ਹੈ, ਅਸੀਂ ਅਫਸਰਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕਰਦੇ, ਪਰ ਜਿਨ੍ਹਾਂ ਦੇ ਸਿਰ ਦੇ ਉੱਤੇ ਕੇਸ ਖੜਾ ਹੈ, 5-5 6-6 ਵਾਰੀ ਗਵਾਹੀਆਂ ਦੇ ਚੁੱਕੇ ਆ, ਸਬੂਤਾਂ ਦੀਆਂ ਫੋਟੋਕਾਪੀਆਂ ਦੇ ਚੁੱਕੇ ਆ, ਜੇ ਉਹੀ ਬੰਦੇ ਕਹਿੰਦੇ ਆ ਕਿ ਸਾਨੂੰ ਬਹੁਤੀ ਆਸ ਨਹੀਂ, ਤਾਂ SIT ਦਾ ਕੰਮ ਨਿਪਰੇ ਕਿੱਦਾਂ ਚੜੂਗਾ? ਤੇ ਉਹ ਤਾਂ ਉਦਣ ਹੀ ਸੀਗਾ ਜਿਸ ਦਿਨ ਮੇਰਾ ਖਿਆਲ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲਾ ਉਹ ਚਲਾਨ ਜਿਹਾ ਪਾਸੇ ਕਰਕੇ ਤੇ ਉਹਨਾਂ ਨੂੰ ਲਾਂਭੇ ਕੀਤਾ। ਉਦੋਂ ਮੇਰਾ ਖਿਆਲ 2 ਦਿਨ ਬਾਅਦ ਹੀ ਉਹ ਬਹਿਬਲ ਕਲਾਂ ਵਾਲੇ ਕੇਸ ਦੇ ਵਿੱਚ ਕਿਸ਼ਨ ਭਗਵਾਨ ਹੋਰਾਂ ਦੀ ਜਿਹਨਾਂ ਦੀ ਮੌਤ ਹੋਈ ਸੀ, ਉਹਨਾਂ ਦੇ ਸਪੁੱਤਰ ਨਾਲ ਮੈਂ ਗੱਲ ਕੀਤੀ। ਉਹ ਤਾਂ ਉਸੇ ਦਿਨ ਹੀ ਉਹਨਾਂ ਕਹਿਤਾ, ਹਾਲਾਂਕਿ ਉਹਦੇ ਤੋਂ ਬਾਅਦ 13 ਵਾਲੀ ਤਰੀਕ ਦੇ ਹਿਸਾਬ ਨਾਲ ਉਹ ਕਹਿੰਦੇ ਸੀ ਵੀ ਸਾਡੀ ਉਦੋਂ ਸੁਣਵਾਈ ਆ 20 ਨੂੰ ਹੋਣੀ ਸੀ, ਉਦੋਂ ਕਹਿੰਦੇ 20 ਨੂੰ ਹੋਣੀ, ਆਪਾਂ ਉੱਥੇ ਜਾਵਾਂਗੇ। ਪਰ ਉਹ ਤਾਂ ਜੇ ਉਦਣ ਹੀ ਉਹਨਾਂ ਨੇ ਕਹਿਤਾ ਸੀ ਵੀ ਸਾਨੂੰ ਆਸ ਨਹੀਂ, ਤਾਂ ਹੁਣ ਇੰਨੇ ਚਿਰ ਬਾਅਦ SIT ਬਣ ਗਈ, ਬਣਨ ਤੋਂ ਬਾਅਦ ਜਾਂਚ ਵੀ ਤੁਰ ਪਈ, ਉਹ ਕਿਸੇ ਨੂੰ ਫੋਨ ਕਰਨਗੇ, ਕਿਸੇ ਨੂੰ ਕਹਿਣਗੇ ਤੇਰੇ ਲਾਉਨੇ ਆ ਵੀਰ, ਤੂੰ ਆ ਕੇ ਮਿਲ ਲਾ। ਤੇ ਜੇ ਅਗਲਿਆਂ ਨੇ ਉਦੋਂ ਹੀ ਮਨ ਬਣਾ ਲਿਆ ਸੀ ਵੀ ਯਾਰ ਵੀ ਸਾਨੂੰ ਅੱਗੇ ਹੀ ਪਤਾ 4-4 5 ਗਵਾਹੀਆਂ ਲੈ ਕੇ ਸਾਨੂੰ ਖੱਜਲ ਕਰਦੇ ਹੋ ਤੁਸੀਂ, ਐਂਡ ਤੇ ਕਿਸੇ ਪਾਸੇ ਲਾਉਂਦੇ ਨਹੀਂ। ਤੇ ਇਹ ਗੱਲ ਕਲੀਅਰ ਹੈ ਵੀ ਨਵੀਂ SIT ਨੂੰ ਇਸ ਚੀਜ਼ ਦੇ ਵਿੱਚ ਤੇ ਮੁਸ਼ਕਲ ਆਉਣੀ ਆਉਣੀ, ਕਿਉਂਕਿ ਜਿਸ ਹਿਸਾਬ ਨਾਲ ਮਾਹੌਲ ਇਸ ਵਕਤ ਗਰਮਾ ਗਿਆ, ਜਿਸ ਹਿਸਾਬ ਨਾਲ ਨੈਗੇਟਿਵਿਟੀ ਚੱਲ ਗਈ, ਵੀ ਇਹ ਵੀ ਇੱਕ ਤਰ੍ਹਾਂ ਦੀ ਖਾਣਾ ਪੂਰਤੀ ਹੋ ਸਕਦੀ ਹੈ। ਅਗਲੇ ਬੰਦੇ ਨੂੰ ਪਤਾ ਵੀ ਹੋਵੇ ਤਾਂ ਅਗਲਾ ਕਹਿੰਦਾ ਜਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ, ਤੂੰ ਮੇਰਾ ਟਾਈਮ ਨਾ ਖਰਾਬ ਕਰ। ਤੇ ਇਸੇ ਮਸਲੇ ਦੇ ਉੱਤੇ ਤੇ ਕੋਵਿਡ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਿਹਾ ਵਿਧਾਨ ਸਭਾ ਦਾ ਸੈਸ਼ਨ ਸੱਦੋ, ਉੱਥੇ ਬੈਠਾਂਗੇ, ਬਹਿ ਕੇ ਗੱਲ ਕਰਾਂਗੇ, ਲਾਈਵ ਕਰੋ। ਤੇ ਮੈਂ ਇਹ ਵੀ ਦੱਸ ਦਿਆਂ ਸੰਧਾਲੀਆ ਸਾਹਿਬ ਕਿ ਜਿੱਥੇ ਇੱਕ ਪਾਸੇ ਉਹਨਾਂ ਨੇ ਸੈਸ਼ਨ ਸੱਦਣ ਦੀ ਮੰਗ ਕੀਤੀ ਹੈ, ਉੱਥੇ 3 ਸਰਕਾਰਾਂ ਨੂੰ ਸਾਡੀ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ, ਦਿੱਲੀ ਵਾਲੀ ਸਰਕਾਰ ਨੂੰ, UP ਵਾਲੀ ਸਰਕਾਰ ਨੂੰ ਤੇ ਹਰਿਆਣੇ ਵਾਲਿਆਂ ਨੂੰ, ਕਿ ਤੁਹਾਡੇ ਤਿੰਨਾਂ ਹੀ ਸੂਬਿਆਂ 'ਚ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਪ੍ਰਵਾਸੀ ਮਜ਼ਦੂਰ ਨੇ। ਜਿੰਨੀ ਛੇਤੀ ਹੋ ਸਕਦਾ ਸਮੂਹਿਕ ਜਿਹੜੀਆਂ ਰਸੋਈਆਂ, ਕਮਿਊਨਿਟੀ ਕਿਚਨ ਸ਼ੁਰੂ ਕਰੋ। ਕਿਸੇ ਤੋਂ ID ਕਾਰਡ ਨਹੀਂ ਪੁੱਛਣਾ, ਕਿਸੇ ਤੋਂ ਕੁਝ ਨਹੀਂ ਪੁੱਛਣਾ। ਉਹਨਾਂ ਥਾਵਾਂ ਦੇ ਉੱਤੇ ਰਸੋਈਆਂ ਸ਼ੁਰੂ ਕਰੋ ਜਿੱਥੇ ਲੋਕਾਂ ਨੂੰ ਪਤਾ ਹੋਵੇ ਤੇ ਪਹੁੰਚਣਾ ਸੁਖਾਲਾ ਹੋਵੇ। ਕੋਈ ਬੰਦਾ ਭੁੱਖਾ ਨਹੀਂ ਰਹਿਣਾ ਚਾਹੀਦਾ। ਦੇਖੋ, ਜਿਹੜੀ ਗੱਲ ਸੁਪਰੀਮ ਕੋਰਟ ਨੂੰ ਕਹਿਣੀ ਪਈ ਹੈ, ਜੇ ਕੇਰਲਾ ਦੀ ਸਰਕਾਰ ਪਹਿਲਾਂ ਕਰ ਸਕਦੀ ਹੈ, ਪੰਜਾਬ ਵਾਲਿਆਂ ਨੇ ਪਤਾ ਨਹੀਂ ਉੱਥੋਂ ਦੇਖ ਕੇ ਕੀਤਾ, ਪੁੱਛ ਕੇ ਕੀਤਾ ਕਿ ਆਪੇ ਹੀ ਕੀਤਾ, ਉਹ ਇਸ ਰਾਜਧਾਨੀ ਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਸੀ, ਭਾਵੇਂ UP ਵਾਲੇ ਨੇ, ਹਰਿਆਣੇ ਵਾਲੇ ਜਾਂ ਦਿੱਲੀ ਵਾਲੇ, ਕਿ ਭਾਈ ਅਸੀਂ ਲੋਕ ਭੁੱਖੇ ਨਹੀਂ ਸੌਣ ਦੇਣੇ। ਨਹੀਂ ਚਾਹੀਦਾ ਤਾਂ ਸਹੀਗਾ। ਨਾਲ ਅਦਾਲਤ ਨੇ ਵੀ ਤੇ ਕਿਹਾ ਨਾ ਵੀ ਆਵਾਜਾਈ ਦੇ ਪ੍ਰਬੰਧ ਵੀ ਕਰੋ, ਵੀ ਜੇ ਕੋਈ ਘਰੇ ਜਾਣਾ ਚਾਹੁੰਦਾ ਆਪਣਾ ਤੋਂ ਚਲੇ ਜਾਵੇ ਭਾਈ ਸਾਹਿਬ। ਹੁਣ ਦੇਖੋ, ਇਹ ਤਾਂ ਹੁਣ ਸਰਕਾਰਾਂ ਜਾਣਨ, ਜਾਣਨ ਅਦਾਲਤਾਂ, ਆਪਣਾ ਕੰਮ ਇਹ ਸੀ ਦੱਸਣਾ, ਤੇ ਆਪਾਂ ਦਿੱਤਾ ਦੱਸ ਤੇ ਚੱਲੀ। ਹੁਣ ਬਿਲਕੁਲ ਸੰਧਾਲੀਆ ਸਾਹਿਬ, ਜਾਣਾ ਹੀ ਪੈਣਾ। ਪਰ ਜਿਹੜੀ ਬੇਨਤੀ ਆਪਾਂ ਰੋਜ਼ ਕਰਦੇ ਹੁੰਦੇ ਆ ਕਿ ਭਾਈ ਸਾਵਧਾਨੀ ਵਰਤਣੀ ਹੈ, ਮਾਸਕ ਲਾਉਣਾ ਹੈ, ਹੱਥ ਸੈਨੀਟਾਈਜ਼ ਕਰਨੇ ਆ, ਜੋ ਡਾਕਟਰ ਕਹਿੰਦੇ ਆ ਉਧਰਲੇ ਪਾਸੇ ਧਿਆਨ ਦੇਣਾ, ਤੇ ਉਹਦੇ ਤੋਂ ਵੀ ਵੱਡੀ ਗੱਲ ਹੌਸਲਾ ਨਹੀਂ ਛੱਡਣਾ। ਬਹੁਤ ਸਾਰੀਆਂ ਚੀਜ਼ਾਂ ਆਲੇ ਦੁਆਲੇ ਨੈਗੇਟਿਵ ਹੋਣਗੀਆਂ, ਪਰ ਤੁਸੀਂ ਆਪ ਅੱਖੀ ਰਹਿਣਾ। ਬਿਲਕੁਲ ਠੀਕ ਹੈ ਵਾਰ ਸਾਹਿਬ, ਫਿਰ ਧੰਨਵਾਦ ਜੀ ਤੁਹਾਡਾ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।